ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨੌ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰੂ ਸ਼ਬਦ ਕਮਾਏ ਜਿਨਾ ਜੀਤੇ ਪੰਜ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਹੋਏ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰ ਸਾਹਿਬ ਪਹੁੰਚੇ ਨਦੀ ਤਟ। ਸਿਵਰ ਕਰਿਓ ਸ਼ੁਭ ਥਾਨ। ਸਿੰਘ ਰਹੇ ਪਾਛੇ ਕਿਤਕ ਧਰੇ ਤੁਫੰਗ ਕਮਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਨਾਵੇਂ ਪਾਤਸ਼ਾਹ ਸ਼ਹੀਦ ਸਤਿਗੁਰੂ ਧਰਮ ਰੱਖਿਅਕ ਡੁੱਬਦੇ ਬੇੜੇ ਬੰਨੇ ਲਾਉਣ ਹਾਰੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਭਜਨ ਬੰਦਗੀ ਤਪ ਅਸਥਾਨ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ 26 ਸਾਲ 9 ਮਹੀਨੇ 13 ਦਿਨ ਪਰਮੇਸ਼ਰ ਦੀ ਬੰਦਗੀ ਕੀਤੀ ਤੇ ਭਗਤੀ ਕਰਨ ਦਾ ਹੀ ਉਪਦੇਸ਼ ਸਾਰੀਆਂ ਸੰਗਤਾਂ ਨੂੰ ਦਿੱਤਾ। ਐਸੇ ਮਹਾਰਾਜ ਦੇ ਮਹਾਨ ਪਾਵਨ ਅਸਥਾਨਾਂ ਤੇ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਪਾਤਸ਼ਾਹੀ ਨੌਵੇਂ ਵਿਖੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੇ, ਦਰਸ਼ਨ ਦਿਦਾਰੇ ਕਰਕੇ ਗੁਰੂ ਸਥਾਨਾਂ ਦੀ ਯਾਤਰਾ ਕਰਕੇ ਲਾਹਾ ਪ੍ਰਾਪਤ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਵੱਡੇ ਭਾਗ ਹਨ ਵੀ ਜੋ ਸਤਿਗੁਰੂ ਨੇ ਸਾਨੂੰ ਇਸ ਭਾਗ ਸਮਾਂ ਬਖਸ਼ਿਆ ਹੈ ਕਿ ਕੋਈ ਗੁਰਸਿੱਖ ਦਰਬਾਰਾਂ ਦੇ ਵਿੱਚ ਬੈਠ ਕੇ ਮਹਾਰਾਜ ਦੀ ਹਾਜ਼ਰੀ ਭਰ ਰਿਹਾ ਹੈ। ਕੋਈ ਦਰਬਾਰ ਤੋਂ ਬਾਹਰ ਜਿੱਥੇ ਥਾਂ ਮਿਲੀ ਹੈ ਕੋਈ ਸੇਵਾ ਕਰਦਿਆਂ ਹਾਜ਼ਰੀ ਭਰ ਰਿਹਾ। ਗੁਰੂ ਦੀਆਂ ਇਮਾਰਤਾਂ ਦੀਆਂ ਸੇਵਾ ਕਰਦਿਆਂ ਸਿੱਖ ਹਾਜ਼ਰੀ ਭਰ ਰਹੇ ਹੈ। ਗੁਰੂ ਕੀ ਸੰਗਤ ਦੇ ਜੋੜੇ ਝਾੜ ਰਿਹਾ ਕੋਈ ਪਿਆਰ ਦੇ ਨਾਲ। ਕੋਈ ਮਹਾਰਾਜ ਸਾਹਿਬ ਜੀ ਦੀਆਂ ਸੰਗਤਾਂ ਦੇ ਲਈ ਲੰਗਰ ਬਣਾ ਵਰਤਾ ਰਿਹਾ ਹੈ। ਇਹ ਸਾਰਾ ਕੁਝ ਹੀ ਸਾਡੇ ਕੋਈ ਚੰਗੇ ਕਰਮ, ਕੋਈ ਪੂਰਬਲਾ ਸਾਡਾ ਅੰਕੁਰ ਜਾਗੇ ਤਾਂ ਹੀ ਸਾਨੂੰ ਇਹ ਸਾਧ ਸੰਗਤ ਥਾਂ ਬਥਾਂ ਸਮਾਂ ਮਿਲਿਆ ਹੈ। ਧੰਨ ਧੰਨ ਗੁਰੂ ਕਲਗੀਧਰ ਮਹਾਰਾਜ ਦਾ ਪਵਿੱਤਰ ਇਤਿਹਾਸ ਆਪਾਂ ਸੁਣਾ ਰਹੇ ਹਾਂ। ਕੱਲ੍ਹ ਦੂਸਰੇ ਐਣ ਦੀ ਪ੍ਰਾਰੰਭਤਾ ਹੋਈ ਹੈ, ਜਿਹਦੇ ਵਿੱਚ ਆਪਾਂ ਸਰਵਣ ਕੀਤਾ ਹੈ ਵੀ ਗੁਰੂ ਕਲਗੀਧਰ ਮਹਾਰਾਜ ਸਾਹਿਬ ਨੂੰ ਬਹਾਦਰ ਸ਼ਾਹ ਨੇ ਕਿਹਾ ਵੀ ਤੁਸੀਂ ਵੀ ਦੱਖਣ ਜਾਣਾ ਹੈ, ਅਤੇ ਮਹਾਰਾਜ ਮੈਂ ਵੀ ਚੱਲਿਆ, ਚਲੋ ਮੇਰੇ ਨਾਲ।
ਆਪਾਂ ਇਕੱਠੇ ਹੀ ਚੱਲੀਏ। ਤੇ ਪਾਤਸ਼ਾਹ ਨੇ ਕਿਹਾ ਵੀ ਤੂੰ ਬਾਦਸ਼ਾਹ ਚੱਲ, ਅਸੀਂ ਤੇਰੇ ਮਗਰ ਆਵਾਂਗੇ, ਅਸੀਂ ਦੁਸਹਿਰੇ ਦਾ ਜੋੜ ਮੇਲਾ ਆਗਰੇ ਰਹਿ ਕੇ ਮਨਾਉਣਾ ਹੈ। ਬਹਾਦਰ ਸ਼ਾਹ ਚਲਾ ਗਿਆ ਇੱਥੇ ਆਗਰੇ ਦੇ ਵਿੱਚ। ਫਿਰ ਪਹਿਲਾਂ ਜੋ 9 ਦਿਨ ਸ਼ਸਤਰਾਂ ਦਾ ਪੂਜਨ ਹੁੰਦਾ ਰਿਹਾ, ਚੰਡੀ ਦੀ ਵਾਰ, ਚੰਡੀ ਚਰਿੱਤਰ ਪਹਿਲਾ, ਚੰਡੀ ਚਰਿੱਤਰ ਦੂਜਾ, ਸ਼ਸਤਰ ਨਾਮ ਮਾਲਾ, ਇਹਨਾਂ ਬਾਣੀਆਂ ਦੇ ਪਾਠ ਕਰਕੇ ਮਹਾਰਾਜ ਸਾਹਿਬ ਜੀ ਨੇ ਸਿੱਖਾਂ ਨੂੰ ਸ਼ਸਤਰਾਂ ਦਾ ਸਤਿਕਾਰ ਸਿਖਾਇਆ। ਦੁਸਹਿਰੇ ਵਾਲੇ ਦਿਨ ਘੋੜਿਆਂ ਦੇ ਸਵਾਰ ਹੋ ਕੇ ਬਾਹਰ ਚਲੇ ਗਏ, ਮਹੱਲਾ ਖੇਡਿਆ, ਘੋੜਾ ਭਜਾ ਕੇ ਬੰਦੂਕ ਚਲਾਉਣੀ ਪਵੇ, ਚੱਲਦਿਆਂ ਹੋਇਆਂ ਘੋੜੇ 'ਤੇ ਕਿਵੇਂ ਗੋਲੀ ਦਾ ਨਿਸ਼ਾਨਾ ਲਾਉਣਾ, ਇਹ ਅਭਿਆਸ ਕੀਤਾ। ਭੱਜੇ ਜਾਂਦੇ ਘੋੜੇ 'ਤੇ ਕਿਸੇ ਦੇ ਤੀਰ ਕਿਵੇਂ ਮਾਰਨਾ ਦੁਸ਼ਮਣ ਦੇ, ਇਹਦਾ ਅਭਿਆਸ ਕੀਤਾ। ਫਿਰ ਨਿਸ਼ਾਨੇ ਨੂੰ ਟਿਕਾਉਣ ਦੇ ਲਈ ਦੱਬ ਕਾਈ ਦੇ ਕਿੱਲੇ ਬਣਾ ਕੇ ਧਰਤੀ 'ਚ ਗੱਡ ਕੇ ਸਿੰਘ ਉੱਤੇ ਵਾਰੀ-ਵਾਰੀ ਨਿਸ਼ਾਨੇ ਬਰਸ਼ੀਆਂ ਦੇ ਲਾਉਂਦੇ ਹਨ। ਇਵੇਂ ਸ਼ਸਤਰਾਂ ਦੇ ਪੂਜਣ ਤੋਂ ਬਾਅਦ ਸ਼ਸਤਰਾਂ ਦਾ ਅਭਿਆਸ ਕਰਦਿਆਂ ਮਹੱਲਾ ਖੇਡਿਆ। ਆਗਰੇ ਵਿਦਾ ਹੋ ਕੇ ਮਹਾਰਾਜ ਸਾਹਿਬ ਜੀ ਫਿਰ ਚੱਲ ਪਏ। ਚੱਲਦਿਆਂ ਹੋਇਆਂ ਸਤਿਗੁਰੂ ਸਾਹਿਬ ਜੀ ਬਹਾਦਰ ਸ਼ਾਹ ਦੇ ਨਾਲ ਮਿਲੇ ਨੇ, ਥੋੜ੍ਹਾ ਵਿਥਤੇ ਹਨ। ਉਧਰ ਬਾਦਸ਼ਾਹ ਬਹਾਦਰ ਸ਼ਾਹ ਰਾਜੇ ਰਜਵਾੜਿਆਂ ਨੂੰ ਆਪਣੇ ਅਧੀਨ ਕਰਦਾ ਜਾ ਰਿਹਾ ਹੈ। ਜੋਧਪੁਰ, ਜੈਪੁਰ ਦੇ ਰਾਜੇ, ਹੋਰ ਰਾਣੇ, ਉਹਨਾਂ ਸਾਰਿਆਂ ਨੂੰ ਆਪਣੇ ਅਧੀਨ ਕੀਤਾ। ਚਿਤੌੜ ਪਹੁੰਚਿਆ ਅਤੇ ਚਿਤੌੜ ਤੋਂ ਫਿਰ ਅੱਗੇ ਚਲਾ ਗਿਆ। ਬਹਾਦਰ ਸ਼ਾਹ ਦੇ ਮਹਾਰਾਜ ਦਾ ਦਲ ਇੱਥੇ ਉਤਰਿਆ। ਕੁਝ ਸਿੰਘ ਚਿਤੌੜ ਦਾ ਕਿਲ੍ਹਾ ਵੇਖਣ ਵਾਸਤੇ ਗਏ। ਉੱਥੇ ਘਾਹ ਚੰਗਾ ਦੇਖਿਆ ਤੇ ਵੱਢ ਕੇ ਪੰਡਾਂ ਬੰਨ੍ਹ ਲਈਆਂ। ਜਦੋਂ ਘਾਹ ਚੁੱਕ ਕੇ ਸਿੰਘ ਲੈ ਕੇ ਆਉਣ ਲੱਗੇ, ਉੱਥੋਂ ਦੇ ਜਿਹੜੇ ਲੋਕਲ ਬਸ਼ਿੰਦੇ ਸਨ ਉਹ ਇਕੱਠੇ ਹੋ ਕੇ ਕਹਿੰਦੇ ਵੀ ਘਾਹ ਤੇ ਸਾਡਾ, ਅਸੀਂ ਨਹੀਂ ਖੜਨ ਦੇਣਾ। ਸਿੰਘ ਕਹਿੰਦੇ ਵੀ ਅਸੀਂ ਘਾਹ ਵੱਢਿਆ, ਇਹ ਸਾਂਝਾ ਥਾਂ ਹੈ, ਵੀ ਇਹ ਕਿਹੜੀ ਤੁਹਾਡੀ ਪੈਲੀ 'ਚੋਂ ਵੱਡੇ ਨੇ ਪੱਠੇ, ਵੀ ਤਾਂ ਤੁਸੀਂ ਰੋਕੋ, ਪਰ ਘਾਹ ਅਸੀਂ ਹੁਣ ਲੈ ਕੇ ਜਾਵਾਂਗੇ। ਉਹ ਕਹਿੰਦੇ ਖੜ ਨਹੀਂ ਦੇਣਾ, ਇਹ ਕਹਿੰਦੇ ਲੈ ਕੇ ਜਾਣਾ। ਅੜੀ ਹੋ ਗਈ, ਜੰਗ ਸ਼ੁਰੂ ਹੋ ਗਿਆ। ਰਾਜਪੂਤ ਕਿੰਨੇ ਇਕੱਠੇ ਹੋ ਗਏ। ਲੜਾਈ ਦੀ ਖਬਰ ਸੁਣ ਕੇ ਕੁਝ ਸਿੰਘ ਮਹਾਰਾਜ ਨੇ ਭੇਜੇ ਵੀ ਜਾਓ ਵੀ ਮਦਦ ਕਰੋ। ਜੰਗ ਹੋਇਆ, ਦੋਵੇਂ ਪਾਸਿਓਂ ਗੋਲੀਆਂ ਚੱਲੀਆਂ, ਤੀਰ ਚੱਲੇ, ਤਲਵਾਰਾਂ ਚੱਲੀਆਂ, ਸਿੰਘਾਂ ਦਾ ਹੱਲਾ ਹੋਇਆ। ਤੇ ਰਾਜਪੂਤ ਜਿਹੜੇ ਸਨ ਉਹਨਾਂ 'ਤੇ ਭਾਰੂ ਹੋਏ ਤੇ ਰਾਜਪੂਤ ਛੱਡ ਕੇ ਭੱਜ ਗਏ। ਫਿਰ ਕੁਝ ਸਿੰਘ ਵੀ ਸ਼ਹੀਦ ਹੋਏ, ਕੁਝ ਰਾਜਪੂਤ ਮਾਰੇ ਗਏ। ਤੇ ਅਕਾਲ ਕਰਦਿਆਂ ਘਾਹ ਦੀਆਂ ਪੰਡਾਂ ਚੁੱਕ ਕੇ ਸਿੰਘ ਆ ਗਏ ਕਲਗੀਧਰ ਮਹਾਰਾਜ ਦੇ ਕੋਲ। ਸਤਿਗੁਰਾਂ ਨੇ ਆਇਆ ਝਿੜਕਿਆ ਵੀ ਤੁਸੀਂ ਵੇਖਣ ਤੇ ਕਿਲ੍ਹਾ ਗਏ ਸੀ, ਤੁਹਾਨੂੰ ਕਿਹਨੇ ਕਿਹਾ ਸੀ ਵੀ ਜੰਗ ਕਰੋ, ਵੀ ਸਾਨੂੰ ਪੁੱਛ ਤਾਂ ਲੈਂਦੇ ਵੀ ਜੰਗ ਕਰਨਾ ਹੈ ਜਾਂ ਨਹੀਂ ਕਰਨਾ, ਵੀ ਮਹਾਰਾਜ ਆਹ ਗੱਲ ਹੈ। ਤੇ ਇੱਦਾਂ ਸਮਝਾਇਆ ਵੀ ਕਾਹਲੇ ਨਹੀਂ ਪੈਣਾ, ਪ੍ਰਦੇਸ਼ਾਂ ਜਾਏ ਹੋ, ਤੁਹਾਨੂੰ ਇਸ ਇਲਾਕੇ ਦਾ ਭੇਦ ਨਹੀਂ ਹੈ। ਜਿੱਥੇ ਜੰਗ ਕਰਨਾ ਹੋਵੇ ਉੱਥੇ ਕਈ ਕੁਝ ਵੇਖਣਾ ਪੈਂਦਾ, ਵੀ ਦੁਸ਼ਮਣ ਕਿੱਡਾ ਕੁ ਹੈ, ਫੌਜ ਕਿੰਨੀ ਕੁ ਹੈ, ਲੜਨਾ ਕਿਵੇਂ ਹੈ, ਕਿਵੇਂ ਮੁਕਾਬਲਾ ਕਰਨਾ। ਇਵੇਂ ਭਵਿੱਖ ਦੀ ਮਾਨੋ ਵੀ ਸੂਝ ਬਖਸ਼ ਰਹੇ ਨੇ ਕਲਗੀਆਂ ਵਾਲੇ ਪਾਤਸ਼ਾਹ। ਸਿੰਘਾਂ ਨੂੰ ਇੱਦਾਂ ਮਹਾਰਾਜ ਸਾਹਿਬ ਜੀ ਨੇ ਸਮਝਾਇਆ ਤੇ ਟਿਕਾਇਆ। ਇਹ ਧੰਨ ਗੁਰੂ ਕਲਗੀਧਰ ਪਾਤਸ਼ਾਹ ਇੱਦਾਂ ਕੌਤਕ ਕਰਦਿਆਂ ਹੋਇਆ ਜਿਵੇਂ ਚਿਤੌੜ ਤੋਂ ਅੱਗੇ ਨੂੰ ਬਰਹਾਨਪੁਰ ਪਹੁੰਚਦੇ ਨੇ ਤੇ ਰਾਹ ਦੇ ਵਿੱਚ ਜਾਂਦਿਆਂ ਭਾਈ ਮਾਨ ਸਿੰਘ ਦੀ ਸ਼ਹੀਦੀ ਹੋਈ। ਕਿਉਂਕਿ ਸਤਿਗੁਰੂ ਕਲਗੀਧਰ ਮਹਾਰਾਜ ਸਾਹਿਬ ਦਾ ਦਲ ਤੇ ਬਹਾਦਰ ਸ਼ਾਹ ਦੀਆਂ ਫੌਜਾਂ ਦਾ ਦਲ ਉਹ ਆਪਸ ਦੇ ਵਿੱਚ ਜਿਵੇਂ ਇੱਕ ਮਿਆਨ ਦੇ ਵਿੱਚ ਕਹਿੰਦੇ ਵੀ ਦੋ ਤਲਵਾਰਾਂ ਨਹੀਂ ਸਮਾ ਸਕਦੀਆਂ। ਹੁਣ ਦੋ ਫੌਜਾਂ ਦੇ ਸੂਰਮੇ ਇਕੱਠੇ ਕਿਵੇਂ ਰਹਿ ਸਕਦੇ ਸੀ। ਆਪਸ ਵਿੱਚ ਖਹਿਬਾਜੀ ਜੀ ਹੋਈ। ਜਿਵੇਂ ਸਾਧ ਸੰਗਤ ਜਦੋਂ ਇੱਕ ਵਾਰ ਕੌੜਾ ਮੱਲ ਦੇ ਕਹਿਣ ਦੇ ਉੱਤੇ ਵੀ ਤੁਸੀਂ ਅਬਦਾਲੀ ਚੜ੍ਹ ਕੇ ਆ ਰਿਹਾ ਹੈ ਤੇ ਮੀਰ ਮੰਨੂ ਦੀ ਮਦਦ ਕਰੋ, ਤੇ ਖਾਲਸਾ ਜੀ ਨੇ ਕੌੜਾ ਮੱਲ ਦੇ ਕਹਿਣ ਤੇ ਜਾ ਕੇ ਤਿਆਰੀ ਕਰ ਲਈ ਵੀ ਅਸੀਂ ਤੇਰੇ ਨਾਲ ਹੋ ਕੇ ਅਬਦਾਲੀ ਨਾਲ ਲੜਾਂਗੇ। ਪਰ ਸਿੰਘ ਕਹਿਣ ਲੱਗੇ ਵੀ ਇੱਦਾਂ ਹੈ ਵੀ ਹੁਣ ਅਬਦਾਲੀ ਦੀਆਂ ਫੌਜਾਂ ਜਿਹੜੀਆਂ ਆਉਣੀਆਂ ਹੈ ਤੇ ਤੁਹਾਡੀਆਂ ਫੌਜਾਂ ਜਿਹੜੀਆਂ ਨੇ ਸਾਨੂੰ ਇਹਨਾਂ ਦਾ ਕਿਵੇਂ ਪਤਾ ਲੱਗੂ, ਇੱਕੋ ਜਿਹੇ ਲੱਗਦੇ ਹੋ, ਵੀ ਅਸੀਂ ਤਾਂ ਜੰਗ ਕਰਦੇ ਹਾਂ, ਜਿਹੜਾ ਵੀ ਅੱਗੇ ਆਇਆ ਉਹ ਝਟਕਾ ਦੇਣਾ, ਵੀ ਭਾਵੇਂ ਉਹ ਅਬਦਾਲੀ ਦੀ ਫੌਜ ਦਾ ਹੋਵੇ ਭਾਵੇਂ ਤੁਹਾਡਾ, ਕਿਉਂਕਿ ਪਤਾ ਤਾਂ ਲੱਗਦਾ ਨਹੀਂ, ਇੱਕੋ ਜਿਹੇ ਲੋਹੇ ਦੇ ਟੋਪ ਪਾਏ ਆ, ਇੱਕੋ ਜਿਹੀਆਂ ਮੁੱਛਾਂ ਦੀਆਂ ਵੱਡੀਆਂ, ਇੱਕੋ ਜਿਹੇ ਸਾਨੂੰ ਤਾਂ ਸਿੰਘ ਕਹਿੰਦੇ ਲੱਗਦੇ ਹੋ, ਵੀ ਸਾਡੀ ਪਛਾਣ ਦੇ ਵਿੱਚ ਨਹੀਂ ਹੈ, ਇਸ ਕਰਕੇ ਜਿਹੜਾ ਸਾਡੇ ਸਾਹਮਣੇ ਆ ਸੀ ਤੇ ਝਟਕਾ ਦੇਣਾ। ਕਹਿੰਦੇ ਫੇਰ ਹੁਣ ਕੀ ਕਰੀਏ। ਸਿੰਘ ਕਹਿੰਦੇ ਵੀ ਇੱਦਾਂ ਕਰੋ ਵੀ ਤੁਹਾਡੀ ਪਛਾਣ ਇੱਦਾਂ ਹੋ ਵੀ ਤੁਸੀਂ ਕਣਕ ਦੇ ਜਿਹੜੇ ਬੂਟੇ ਨੇ ਨਾ
ਇਹ ਆਪਣੇ ਟੋਪਾਂ ਤੇ ਬੰਨ ਲਓ ਤੇ ਤੁਹਾਨੂੰ ਵੇਖ ਕੇ ਪਤਾ ਲੱਗੂਗਾ ਵੀ ਇਹਨਾਂ ਨੂੰ ਨਹੀਂ ਮਾਰਨਾ, ਤੇ ਜਿਨ੍ਹਾਂ ਦੇ ਨਾਂ ਹੋਣਗੇ ਉਹਨਾਂ ਨੂੰ ਅਸੀਂ ਵੱਢੀ ਜਾਵਾਂਗੇ। ਜਿਨ੍ਹਾਂ ਦੇ ਟੋਪਾਂ ਦੇ, ਜਿਨ੍ਹਾਂ ਦੇ ਸਿਰ ਤੇ ਕਣਕ ਦੇ ਸਿੱਟੇ ਵੱਜੇ ਹੋਣਗੇ ਉਹਨਾਂ ਨੂੰ ਕੁਝ ਆਖਾਂਗੇ ਨਹੀਂ। ਇਵੇਂ ਫਿਰ ਜੰਗ ਹੋਇਆ, ਗਹਿ ਗੱਚ, ਅਬਦਾਲੀ ਦੀ ਹਾਰ ਹੋਈ ਤੇ ਖਾਲਸੇ ਦੀ ਜਿੱਤ ਹੋਈ ਸੀ। ਕਹਿਣ ਤੋਂ ਭਾਵ ਵੀ ਜਦੋਂ ਦੋ ਦਲ ਇਕੱਠੇ ਹੁੰਦੇ ਆ ਨਾ, ਫਿਰ ਦੋਵਾਂ ਦਲਾਂ ਦੇ ਸੂਰਮੇ ਕੋਈ ਘੱਟ ਨਹੀਂ ਹੁੰਦੇ। ਆਪਸ ਦੇ ਵਿੱਚ ਜਿਵੇਂ ਖਹਿਬਾਜ਼ੀ ਕਰਦੇ ਆ, ਜਿਵੇਂ ਸਿੰਘਾਂ ਦੀ ਤੇ ਤੁਰਕਾਂ ਦੀ ਲੜਾਈ ਹੋਈ, ਕੁਝ ਸਿੰਘ ਵੀ ਸ਼ਹੀਦ ਹੋਏ, ਤੁਰਕ ਵੀ ਮਾਰੇ ਗਏ, ਪਰ ਸਭ ਤੋਂ ਵੱਡੀ ਘਟਨਾ ਹੋਈ ਭਾਈ ਮਾਨ ਸਿੰਘ ਸ਼ਹੀਦ ਹੋਇਆ। ਇਹ ਪ੍ਰਸੰਗ ਅੱਜ ਆਪਾਂ ਸਰਵਣ ਕਰਾਂਗੇ। ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਦਾ ਧਰੀਏ ਧਿਆਨ। ਰਸਨਾ ਕਰੋ ਪਵਿੱਤਰ ਸਾਰੀ ਸੰਗਤ, ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਹਿਬ ਪਹੁੰਚੇ ਨਦੀ ਤਟ, ਸਿਵਰ ਕਰਿਓ ਸੁਭ ਥਾਨ। ਸੋ ਇਸ ਤਰ੍ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਕਲਗੀਧਰ ਮਹਾਰਾਜ ਜੀ ਨੇ ਸਿੰਘਾਂ ਨੂੰ ਸਮਝਾਇਆ ਵੀ ਤੁਸੀਂ ਸਾਡੇ ਤੋਂ ਪੁੱਛੇ ਤੋਂ ਬਿਨਾਂ ਨਹੀਂ ਲੜਨਾ। ਭਾਵੇਂ ਕਿ ਇਹਦੇ ਨਾਲ ਹੀ ਜਿਹੜੀ ਸਾਖੀ ਆ ਰਹੀ ਉਹਦੇ ਵਿੱਚ ਵੀ ਘਾਹ ਤੋਂ ਲੜਾਈ ਹੋਈ, ਸਾਖੀ ਜੁੜਦੀ ਆ ਗਈ, ਪਰ ਉਹਦੇ ਵਿੱਚ ਦਿਨਾਂ ਦਾ ਤੇ ਸਮੇਂ ਦਾ ਵਕਫਾ ਸੀ। ਤੇ ਉਹ ਮਹਾਰਾਜ ਨੇ ਸਥਾਨਕ ਲੋਕਾਂ ਦੇ ਨਾਲੋਂ ਲੜਨ ਦੇ ਲਈ ਹਟਾਇਆ, ਪਰ ਇਹਦੇ ਬਹਾਦਰ ਸ਼ਾਹ ਦੀਆਂ ਫੌਜਾਂ ਨਾਲ ਹੀ ਯੁੱਧ ਹੋ ਗਿਆ, ਜਿਸ ਕਰਕੇ ਫਿਰ ਸਿੰਘ ਲੜੇ। ਇਹ ਜੋ ਸਾਖੀ ਆ ਰਹੀ ਹੈ, ਧੰਨ ਗੁਰੂ ਕਲਗੀਧਰ ਜੀ ਨੇ ਜਦੋਂ ਸਿੰਘਾਂ ਨੂੰ ਸਮਝਾਇਆ ਤੇ ਮਹਾਰਾਜ ਕਹਿੰਦੇ ਵੀ ਚਲੋ ਚਤੌੜ ਤੋਂ ਆਪਾਂ ਤੇ ਹੁਣ ਅੱਗੇ ਨੂੰ ਚਾਲਾ ਪਾਈਏ, ਇੱਥੋਂ ਅੱਗੇ ਚਲੇ ਜਾਈਏ। ਤੇ ਜਦੋਂ ਮਹਾਰਾਜ ਸਾਹਿਬ ਜੀ ਦੇ ਚਾਲੇ ਦੀ ਗੱਲ ਸੁਣੀ ਵੀ ਸਤਿਗੁਰੂ ਜਾ ਰਹੇ ਹੈ, ਤੇ ਕਿਸੇ ਨੇ ਆਖਿਆ ਵੀ ਇਹ ਸੱਚੇ ਪਾਤਸ਼ਾਹ ਜੀ, ਇੱਧਰ ਚਤੌੜ ਤੋਂ ਜਿਹੜਾ ਸਾਹਮਣੇ ਦਾ ਰਾਹ ਹੈ ਨਾ, ਇਹ ਰਾਹ ਬੜਾ ਔਖਾ ਹੈ, ਆਗੇ ਬਿਖਮ ਸਥਾਨ ਦੁਖਾਲਾ, ਵੀ ਜੇ ਸਿੱਧਾ ਜਾਵਾਂਗੇ ਤੇ ਬੜਾ ਔਖਾ ਜਿਹਾ ਪੈਂਦਾ ਏ, ਕਿਉਂਕਿ ਬੜੇ ਸੰਘਣੇ ਜਿਹੇ ਜੰਗਲ। ਚਤੌੜ ਦਾ ਕਿਲ੍ਹਾ ਤਾਈਓ ਕਿਸੇ ਕੋ ਜਿੱਤਿਆ ਨਹੀਂ ਸੀ ਜਾਂਦਾ ਹੁੰਦਾ, ਬੜਾ ਔਖਾ ਜਿਹਾ ਇਲਾਕਾ ਹੈ। ਵੀ ਮਹਾਰਾਜ ਜੇ ਸਿੱਧੇ ਜਾਵਾਂਗੇ ਤੇ ਜਿਹੜੇ ਘੋੜੇ ਹਨ ਉਹ ਤਾਂ ਜਿਵੇਂ ਕਿਵੇਂ ਲੰਘ ਜਾਣਗੇ, ਪਰ ਜਿਹੜੇ ਹੋਰ ਗੱਡੇ ਆ, ਜਿਹੜੇ ਕੋਈ ਬੱਗੀਆਂ ਨੇ ਜਾਂ ਜਿਹੜੇ ਪੈਦਲ ਨੇ, ਉਹਨਾਂ ਵਾਸਤੇ ਬੜਾ ਔਖਾ ਹੋਵੇਗਾ। ਮਗ ਬਹੀਨ ਤੈ ਜਾਏ ਨਾ ਚੱਲ, ਬਾਨੋ ਵੀ ਅੱਗੇ ਰਾਹ ਤੋਂ ਬਗੈਰ ਹੀ ਉੱਥੇ ਚੱਲਿਆ ਨਹੀਂ ਜਾਊਗਾ, ਵੀ ਸੰਘਣੇ ਜੇ ਜੰਗਲ ਹੈ, ਆਬੜ ਖਾਬੜ ਜਿਹਾ ਰਸਤਾ ਏ, ਉੱਥੇ ਤੁਰਿਆ ਨਹੀਂ ਜਾਣਾ, ਕੋਈ ਡੰਡੀ ਕੋਈ ਪਗਡੰਡੀ ਨਹੀਂ ਹੈ। ਜਿਹੜੇ ਮਹਾਰਾਜ ਜੰਗਲ ਹੈ ਇਹ ਵੀ ਬੜੇ ਸੰਘਣੇ ਹੈ, ਤੇ ਇਹਦੇ ਵਿੱਚ ਹੀ ਫਿਰ ਪਹਾੜ ਹੈ, ਕਿਤੇ ਪਹਾੜੀਆਂ ਆ ਜਾਂਦੀਆਂ, ਕਿਤੇ ਸੰਘਣਾ ਜੰਗਲ ਆ ਜਾਂਦਾ ਏ। ਤੇ ਜਿਹੜਾ ਰਾਹਗੀਰ ਹੈ ਉਹਦੇ ਵਾਸਤੇ ਬੜੇ ਦੁਖਦਾਏ ਨੇ, ਬੜਾ ਮਹਾਰਾਜ ਮੁਸ਼ਕਲ ਆਵੇਗੀ। ਤਾਂ ਪਿਆਰ ਨ ਕਿਉਂ ਬਨੇ, ਇਸ ਕਰਕੇ ਮਹਾਰਾਜ ਜੀ ਜਿਹੜਾ ਸਿੱਧਾ ਰਾਹ ਜਾਂਦਾ ਹੈ ਨਾ, ਇੱਧਰ ਨੂੰ ਜਾਣਾ ਕਿਸੇ ਤਰ੍ਹਾਂ ਵੀ ਬਣ ਨਹੀਂ ਆਉਂਦਾ। ਤਬ ਸਤਿਗੁਰ ਉਤ ਤੇ ਹਟ ਪਰੇ, ਜਦੋਂ ਸਤਿਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਨੂੰ ਇਹ ਇਲਾਕੇ ਦੇ ਕਿਸੇ ਜਾਣਕਾਰ ਭੇਤੀ ਨੇ ਦੱਸਿਆ ਵੀ ਮਹਾਰਾਜ ਸਿੱਧੇ ਨਾ ਜਾਓ, ਇਹ ਤਾਂ ਰਸਤਾ ਸਹੀ ਨਹੀਂ ਹੈ। ਤੇ ਮਹਾਰਾਜ ਜੀ ਉਧਰ ਜਾਣ ਤੋਂ ਹਟ ਕੇ ਤੇ ਥੋੜਾ ਜਿਹਾ ਵੱਲ ਪਾ ਕੇ ਜਿੱਧਰੋਂ ਦੀ ਰਾਹ ਸਹੀ ਸੀ ਉਧਰ ਨੂੰ ਤੁਰ ਪਏ। ਜਿੱਧਰੋਂ ਮਹਾਰਾਜ ਨੂੰ ਦੱਸਣ ਵਾਲਿਆਂ ਨੇ ਦੱਸਿਆ ਵੀ ਪਾਤਸ਼ਾਹ ਜੀ ਇੱਧਰ ਦੀ ਭਾਵੇਂ ਕਿ ਵੱਲ ਤਾਂ ਪਊਗਾ, ਪਰ ਇੱਧਰੋਂ ਸੌਖਾ ਲੰਘ ਜਾਣਗੇ ਸਾਰੇ ਵਾਹਨ, ਬੱਗੀਆਂ ਲੰਘ ਜਾਣਗੀਆਂ, ਗੱਡੇ ਜਿਨ੍ਹਾਂ ਦੇ ਸਮਾਨ ਲੱਦਿਆ ਵੀ ਇਹਦੀ ਸੌਖਾ ਲੰਘ ਜਾਓਗੇ। ਇੱਦਾਂ ਮਹਾਰਾਜ ਕਹਿੰਦੇ ਵੀ ਚਲੋ ਆਪਾਂ ਹੁਣ ਚੱਲ ਪੈਨੇ ਆ, ਵੀ ਕਿਹੜੀ ਕਾਹਲੀ ਆ ਵੀ ਛੇਤੀ ਜਾਣਾ ਏ। ਇਵੇਂ ਮਹਾਰਾਜ ਜੀ ਸੌਖਾ ਰਾਹ ਸੁਣ ਕੇ ਉਧਰ ਨੂੰ ਚੱਲ ਪਏ। ਉਸ ਪਾਸੇ ਨੂੰ ਹੀ ਮਹਾਰਾਜ ਜੀ ਨੇ ਚਾਲਾ ਪਾ ਦਿੱਤਾ। ਤੇ ਚਲਦਿਆਂ ਮਹਾਰਾਜ ਜੀ ਉਸ ਸਥਾਨ ਤੇ ਆਣ ਪਹੁੰਚੇ ਜਿੱਥੇ ਨਰਮਦਾ ਨਦੀ ਵਗ ਰਹੀ ਹੈ। ਨਰਮਦਾ ਨਦੀ ਦੇ ਕੰਢੇ ਤੇ ਸੋਹਣੀ ਥਾਂ ਵੇਖੀ ਆ ਕੇ ਮਹਾਰਾਜ ਨੇ। ਮਹਾਰਾਜ ਦਾ ਇੱਥੇ ਮੇਲ ਹੋਇਆ, ਕੀ ਵੇਖਿਆ ਵੀ ਪਹਿਲਾਂ ਬਹਾਦਰ ਸ਼ਾਹ ਦਾ ਦਲ ਵੀ ਇੱਕ ਪਾਸੇ ਉਤਰਿਆ ਨਰਮਦਾ ਨਦੀ ਦੇ ਕੰਢੇ ਤੇ ਕਲਗੀਧਰ ਮਹਾਰਾਜ ਵੀ ਚੱਲਦਿਆਂ ਹੋਇਆ ਉੱਥੇ ਪਹੁੰਚੇ ਤੇ ਬਹਾਦਰ ਸ਼ਾਹ ਦੀ ਫੌਜ ਉਤਰੀ ਵੇਖੀ। ਸਤਿਗੁਰਾਂ
ਸਾਹਿਬ ਪਹੁੰਚੇ ਨਦੀ ਤਟ। ਇਵੇਂ ਧੰਨ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਵੀ ਚੱਲਦਿਆਂ ਹੋਇਆ ਨਰਮਦਾ ਨਦੀ ਦੇ ਕਿਨਾਰੇ ਤੇ ਕੰਢੇ ਤੇ ਪਹੁੰਚ ਗਏ। ਸੇਵਰ ਕਰਿਓ ਸ਼ੁਭ ਥਾਨ। ਸੋਹਣੀ ਥਾਂ ਵੇਖ ਕੇ ਵੀ ਜਿੱਥੇ ਤੰਬੂ ਲੱਗ ਸਕਣ, ਲੰਗਰ ਬਣਾਇਆ ਜਾ ਸਕੇ, ਪਾਣੀ ਦਾ ਪ੍ਰਬੰਧ ਨੇੜੇ ਹੋਵੇ, ਐਸੀ ਕਿਨਾਰੇ ਤੇ ਮਹਾਰਾਜ ਨੇ ਸੋਹਣੀ ਜਗ੍ਹਾ ਵੇਖ ਕਰਕੇ ਡੇਰਾ ਕੀਤਾ। ਸਿੰਘ ਰਹੇ ਪਾਛੇ ਕਿਤਕ। ਹੁਣ ਜਦੋਂ ਮਹਾਰਾਜ ਸਾਹਿਬ ਜੀ ਨਰਮਦਾ ਦੇ ਕੰਢੇ ਤੇ ਪਹੁੰਚੇ ਨੇ ਨਾ, ਤੇ ਚੱਲਦਿਆਂ ਹੋਇਆ ਕੁਝ ਕੁ ਮਹਾਰਾਜ ਦੇ ਸਿੰਘ ਸਤਿਗੁਰਾਂ ਦੇ ਪਿੱਛੇ ਹੀ ਰਹਿ ਗਏ। ਗੁਰੂ ਸਾਹਿਬ ਪਹੁੰਚ ਚੁੱਕੇ ਆ, ਡੇਰਾ ਵੀ ਕਰ ਲਿਆ, ਘੋੜੇ ਵੀ ਲੱਗ ਗਏ ਆ, ਪਰ ਕੁਝ ਸਿੰਘ ਜਿਹੜੇ ਸਨ ਹਾਲਾਂ ਪਿੱਛੇ ਰਾਹ ਦੇ ਵਿੱਚ ਹੀ ਰਹਿ ਗਏ, ਉਹ ਨਹੀਂ ਪਹੁੰਚੇ। ਧਰੇ ਤੁਫੰਗ ਕਮਾਨ। ਉਹਨਾਂ ਦੇ ਕੋਲ ਬੰਦੂਕਾਂ ਵੀ ਐ ਤੇ ਤੀਰ ਕਮਾਨ, ਤੀਰਾਂ ਦੇ ਪੱਥੇ ਹੱਥਾਂ ਦੇ ਵਿੱਚ ਪਕੜੇ ਐ ਵੀ ਚੰਗੇ ਸ਼ਸਤਰ ਕੋਲ ਨੇ, ਤੇ ਕੁਝ ਕੁ ਗਿਣਤੀ ਦੇ ਵਿੱਚ ਸਿੰਘ ਜਿਹੜੇ ਪਿਛਾਂ ਰਹਿ ਗਏ। ਜਾਉ ਪਈ ਘਾਸ ਲੈਣ ਕੇ ਹਿਤ ਬਿਰਮਾਏ। ਆਏ ਹੁਣ ਕਵੀ ਜੀ ਕਾਰਨ ਦੱਸਦੇ ਆ ਵੀ ਇਹਦਾ ਕੀ ਕਾਰਨ ਹੈ ਵੀ ਮਹਾਰਾਜ ਬਹੁਤੇ ਸਿੰਘਾਂ ਨਾਲ ਨਰਮਦਾ ਨਦੀ ਦੇ ਕੰਢੇ ਪਹੁੰਚ ਗਏ ਆ ਤੇ ਕੁਝ ਕੁ ਗਿਣਤੀ ਦੇ ਸਿੰਘ ਪਿੱਛੇ ਰਹਿ ਗਏ। ਇਹਦੇ ਉਹ ਕਾਰਨ ਇਹ ਸੀ ਵੀ ਰਾਹ ਦੇ ਵਿੱਚ ਆਉਂਦਿਆਂ ਬੜਾ ਸੋਹਣਾ ਘਾਹ ਵੇਖਿਆ ਸਿੰਘਾਂ ਨੇ, ਤੇ ਘਾਹ ਵੇਖ ਕੇ ਕਹਿੰਦੇ ਵੀ ਉਹ ਤੇ ਬਰਮਾਏ ਗਏ, ਮੋਹਤ ਹੋ ਗਏ। ਕਿਉਂਕਿ ਜਿਹੜੇ ਸਿੰਘ ਨੇ ਨਾ ਆਪਣੇ ਲੰਗਰ ਦਾ ਪ੍ਰਬੰਧ ਮਗਰੋਂ ਕਰਦੇ ਆ, ਪਹਿਲਾਂ ਘੋੜਿਆਂ ਦਾ ਪ੍ਰਬੰਧ ਕਰਦੇ ਆ ਵੀ ਇਹਨਾਂ ਨੂੰ ਘਾਹ ਪੱਠਾ ਕਿਤੇ ਲਿਆ ਕੇ ਪਾ ਦਈਏ, ਉਹਨਾਂ ਨੂੰ ਪੱਠੇ ਪਾ ਕੇ ਤੇ ਫਿਰ ਆਪਣੇ ਲੰਗਰ ਦਾ ਪ੍ਰਬੰਧ ਕਰਦੇ ਆ। ਜਾਨ ਭਾਈ ਕਹਿੰਦੇ ਨੇ ਘੋੜਿਆਂ ਨੂੰ ਵੀ ਇਹ ਮੇਰਾ ਜਾਨ ਭਾਈ ਹੈ, ਵੀ ਇਹ ਮੇਰਾ ਭਰਾ ਹੀ ਹੈ, ਤੇ ਇਹ ਮੇਰੀ ਜਾਨ ਹੀ ਹੈ, ਤੋਂ ਬਿਨਾਂ ਮੈਂ ਨਹੀਂ ਬਚਦਾ। ਇੱਦਾਂ ਘੋੜਿਆਂ ਦੇ ਨਾਲ ਗੁਰੂ ਕੇ ਸਿੰਘਾਂ ਦਾ ਪਿਆਰ ਹੈ। ਤੇ ਰਾਹ ਦੇ ਵਿੱਚ ਚੱਲਦੇ ਹੋਏ ਸਿੰਘਾਂ ਵੇਖਿਆ ਵੀ ਅੱਗੇ ਭਾਵੇਂ ਘਾਹ ਹੋਵੇਗਾ, ਪਰ ਆਹ ਘਾਹ ਬੜਾ ਸੋਹਣਾ ਹੈ, ਘੋੜਿਆਂ ਦੇ ਖਾਣ ਦੇ ਲਾਇਕ ਹੈ। ਘਾਹ ਵੇਖ ਕਰਕੇ ਸਿੰਘ ਉੱਥੇ ਹੀ ਉਤਰ ਗਏ, ਤੇ ਕੁਝ ਕੁ ਸਿੰਘ ਜਿਹੜੇ ਸਨ ਉਹ ਸ਼ਸਤਰ ਲੈ ਕੇ ਤਿਆਰ ਹੈ, ਤੇ ਕੁਝ ਉਤਰ ਕੇ ਤੇ ਉਹਨਾਂ ਨੇ ਘਾਹ ਵੱਢ ਲਿਆ, ਖੋਤ ਲਿਆ। ਰੋਕਿਓ ਜਾਏ ਭਾਰ ਬੰਦਵਾਏ। ਆ ਜਾ ਕੇ ਕਹਿੰਦੇ ਘਾਹ ਖੋਦ ਲਿਆ, ਤੇ ਉਹਦੀਆਂ ਫਿਰ ਪੰਡਾਂ ਬੰਨਣ ਲੱਗ ਪਏ। ਜਦੋਂ ਪੁੱਤ ਤੇ ਪੁੱਛ ਦਲ ਸੁਗਟ ਕਨੇਰੇ। ਆ ਇੰਨੇ ਨੂੰ ਜਦੋਂ ਮਹਾਰਾਜ ਦੇ ਸਿੰਘ ਘਾਹ ਵੱਢ ਕੇ ਤੇ ਘਾਹ ਦੀਆਂ ਪੰਡਾਂ ਅਜੇ ਚੁੱਕਣ ਹੀ ਲੱਗੇ ਆ, ਤੇ ਇੰਨੇ ਨੂੰ ਜਿਹੜਾ ਬਹਾਦਰ ਸ਼ਾਹ ਹੈ ਉਹਦੀ ਫੌਜ ਦਾ ਕੋਈ ਇੱਕ ਜਥਾ ਜਿਹਾ, ਇੱਕ ਟੁਕੜੀ ਜੀ, ਕਿੰਨੇ ਹੀ ਉਹਦੇ ਸਿਪਾਹੀ ਉਧਰ ਨੂੰ ਆ ਗਏ। ਤੇ ਸ਼ਾਹੂ ਕੀ ਪਿੱਛਿਓ ਵਡੇਰੇ। ਆ ਉਹ ਜਿਹੜੇ ਤੁਰਕ ਸਨ ਮੁਸਲਮਾਨ, ਉਹ ਬਹਾਦਰ ਸ਼ਾਹ ਦੀ ਫੌਜ ਦੇ ਸਿਪਾਹੀ ਸੀ। ਦਲ ਤਾਂ ਇਹਦਾ ਬਹੁਤ ਵੱਡਾ ਸੀ, 22 ਲੱਖ ਦੇ ਕਰੀਬ ਔਰੰਗਜ਼ੇਬ ਦੇ ਕੋਲ ਫੌਜ ਸੀ, ਤੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਫੌਜ ਬਹਾਦਰ ਸ਼ਾਹ ਦੇ ਕਮਾਨ ਹੇਠ ਆ ਗਈ। ਤੇ ਉਹ ਦਲ ਦੇ ਵਿੱਚ ਮਿਸਲਾਂ ਬਣੀਆਂ ਹੁੰਦੀਆਂ ਨੇ, ਟੁਕੜੀਆਂ ਬਣੀਆਂ ਹੁੰਦੀਆਂ ਨੇ, ਜਥੇ ਬਣੇ ਹੁੰਦੇ ਆ। ਤੇ ਇੱਕ ਕੁਝ ਕਹਿੰਦੇ ਦਲ ਆਇਆ, ਤੇ ਉਹਦੇ ਵਿੱਚ ਜਿਹੜੇ ਮੁਸਲਮਾਨ ਸਨ ਉਹ ਬਹਾਦਰ ਸ਼ਾਹ ਦੀ ਫੌਜ ਦੇ ਸਿਪਾਹੀ ਸਨ। ਕਹੇ ਸੁਹਮਲੀ ਨੇ ਤ੍ਰਿਣ ਕਣੇ। ਜਿੱਥੇ ਸਿੰਘ ਘਾਹ ਵੱਢ ਕੇ ਤੇ ਪੰਡਾਂ ਬੰਨ ਕੇ ਚੁੱਕਣ ਲੱਗੇ, ਆ ਕੇ ਕਹਿਣ ਲੱਗੇ ਵੀ ਇਹ ਤੇ ਘਾਹ ਸੀ ਵੱਢਣਾ ਹੈ। ਇਹ ਕਹਿੰਦੇ ਵੀ ਘਾਹ ਤਾਂ ਜਿਹੜਾ ਅਸੀਂ ਵੇਖ ਕੇ ਗਏ ਸੀ ਤੁਹਾਡੇ ਤੋਂ ਪਹਿਲਾਂ, ਤੇ ਤੁਸੀਂ ਕਿਵੇਂ ਘਾਹ ਸਾਡੇ ਬਿਨਾਂ ਪੁੱਛੇ ਤੋਂ ਇੱਥੋਂ ਵੱਢ ਲਿਆ? ਘਾਹ ਤਾਂ ਅਸੀਂ ਲੈ ਕੇ ਜਾਣਾ ਏ। ਤੁਮ ਕੈਸੇ ਮਾਲਕ ਅਬ ਬਨੇ। ਉਹ ਕਹਿੰਦੇ ਵੀ ਤੁਸੀਂ ਕਿਵੇਂ ਆ ਕੇ ਮਾਲਕ ਬਣ ਗਏ ਹੋ? ਕਿਉਂਕਿ ਬਾਦਸ਼ਾਹ ਦੀ ਫੌਜ ਦੇ ਸਿਪਾਹੀ ਸੀ, ਤੇ ਸਮਝਦੇ ਸੀ ਵੀ ਰਾਜ ਦੇਸ਼ ਸਾਡਾ ਏ, ਵੀ ਸਿਪਾਹੀ ਜਿਹੜੇ ਅਸੀਂ ਬਾਦਸ਼ਾਹ ਦੀ ਫੌਜ ਦੇ ਆ, ਬਹਾਦਰ ਸ਼ਾਹ ਦੀ, ਤੇ ਰਾਜ ਹਿੰਦੁਸਤਾਨ ਦੇ ਵਿੱਚ ਬਹਾਦਰ ਸ਼ਾਹ ਦਾ ਏ। ਤੇ ਸਿੰਘਾਂ ਨੂੰ ਉਹ ਤੁਰਕੜੇ ਕਹਿਣ ਲੱਗੇ ਵੀ ਤੁਸੀਂ ਕਿਵੇਂ ਆ ਕੇ ਮਾਲਕ ਬਣ ਗਏ ਹੋ? ਤੇ ਗਾੜੀਆਂ ਜਿਹੜੇ ਗੁਰੂ ਕੇ ਸਿੰਘ ਆ ਉਹ ਕਿਹੜੇ ਘੱਟ ਆ, ਉਹ ਕਹਿੰਦੇ ਵੀ ਅਸੀਂ ਪਾਤਸ਼ਾਹ ਵੀ ਅਸੀਂ ਕੀ ਜਾਣਦੇ ਆ ਵੀ ਤੁਸੀਂ ਕਿਤੇ ਹਰ ਥਾਂ ਆਪਣੇ ਨਾਂ ਥੋੜਾ ਬੈ ਕਰਾਈ ਆ, ਵੀ ਜਿਹੜਾ ਘਾਹ ਹੋਇਆ ਜੋ ਕੁਝ ਹੈ ਵੀ ਸਾਰਾ ਕੁਝ ਤੁਹਾਡਾ ਏ। ਕਹਿੰਦੇ ਅਸੀਂ ਵੱਢਿਆ, ਅਸੀਂ ਪੰਡਾਂ ਬੰਨੀਆਂ ਨੇ, ਅਸੀਂ ਲੈ ਕੇ ਜਾਵਾਂਗੇ, ਅਸੀਂ ਖੁਦ ਪਾਤਸ਼ਾਹ ਹਾਂ। ਅੰਗਰੇਜ਼ਾਂ ਦੇ ਵੇਲੇ ਵੀ ਐਸੀ ਇੱਕ ਘਟਨਾ ਹੋਈ, ਕਿਉਂਕਿ ਖਾਲਸੇ ਦੇ ਅੰਦਰ ਪਾਤਸ਼ਾਹ ਦਾ ਸੰਕਲਪ ਭਰਿਆ ਹੈ ਗੁਰੂ ਕਲਗੀਧਰ ਨੇ ਵੀ ਤੁਸੀਂ ਆਪਣੇ ਆਪ ਨੂੰ ਪਾਤਸ਼ਾਹ ਹੀ ਜਾਣਨਾ ਹੈ। ਜਿਵੇਂ ਅੰਗਰੇਜ਼ਾਂ ਦਾ ਜਦੋਂ ਨਵਾਂ ਰਾਜ ਹੋਇਆ, ਤੇ ਉਹ ਇੱਕ ਨਿਹੰਗ ਸਿੰਘ ਜਿਹੜਾ ਸੀ ਆਪਣੇ ਸ਼ਸਤਰ ਲੈ ਕੇ, ਬਰਸ਼ਾ ਲੈ ਕੇ ਤੇ ਘੋੜੇ ਤੇ ਚੜਿਆ ਜਾ ਰਿਹਾ, ਤੇ ਅੰਗਰੇਜ਼ ਨੇ ਵੇਖਿਆ, ਥੋੜੀ ਬਹੁਤ ਇਹਨੇ ਹਿੰਦੀ ਅੰਗਰੇਜ਼ੀ ਜੀ ਮਿਕਸ ਜੀ ਬੋਲਦਾ ਸੀ ਅੰਗਰੇਜ਼, ਉਹਨੇ ਵੇਖਿਆ ਵੀ ਰਾਜ ਤਾਂ ਸਾਡਾ ਹੋ ਗਿਆ ਏ, ਤੇ ਇਹ ਕਿਹਦੀ ਫੌਜ ਦਾ ਸਿਪਾਹੀ ਤੁਰਿਆ ਫਿਰਦਾ। ਤੇ ਉਹਨੇ ਨਿਹੰਗ ਸਿੰਘ ਨੂੰ ਆਵਾਜ਼ ਮਾਰ ਕੇ ਜਿਵੇਂ ਇਹਦੇ ਕੋਲ ਪੁੱਛਿਆ ਗਿਆ, ਤੇ ਕਹਿਣ ਲੱਗਾ ਹਿੰਦੀ ਜੀ ਬੋਲਦਾ ਹੋਇਆ, ਕੋਈ ਪੰਜਾਬੀ ਦੇ ਵਿੱਚ ਅੰਗਰੇਜ਼ੀ ਜੀ ਰਲਾ ਮਿਲਾ ਕੇ, ਕਹਿੰਦਾ ਵੀ ਤੂੰ ਕਿੱਧਰ ਪਈ, ਤੂੰ ਕਿਹਦੀ ਫੌਜ ਦਾ ਸਿਪਾਹੀ ਆ? ਤੇ ਸਿੰਘ ਨੂੰ ਜਿੱਦਾਂ ਸਮਝ ਆਈ, ਤੇ ਉਹਨੇ ਆਪਣਾ ਇਸ਼ਾਰੇ ਦੇ ਨਾਲ ਸਮਝਾਇਆ
ਉੱਪਰ ਨੂੰ ਆਪਣਾ ਜਿਹੜਾ ਸੀ ਉਹ ਹੱਥ ਕਰਤਾ, ਜਿਹਦਾ ਭਾਵ ਸੀ ਵੀ ਅਸੀਂ ਅਕਾਲ ਪੁਰਖ ਦੀ ਫੌਜ ਆ, ਵੀ ਉਹਦੀ ਫੌਜ ਦੇ ਸਿਪਾਹੀ ਆ। ਤੇ ਅੰਗਰੇਜ਼ ਨੇ ਆਖਿਆ ਨਹੀਂ, ਉੱਤੇ ਦੀ ਗੱਲ ਨਾ ਕਰ, ਆ ਧਰਤੀ ਦੇ ਦੱਸ ਵੀ ਆ ਧਰਤੀ ਤੇ ਰਾਜ ਕਿਹਦਾ ਏ ਤੇ ਤੂੰ ਕਿਹਦੀ ਫੌਜ ਦਾ ਸਿਪਾਹੀ ਹੈ। ਨਿਹੰਗ ਸਿੰਘ ਦੇ ਹੱਥ ਦੇ ਵਿੱਚ ਬਰਸ਼ਾ ਸੀ, ਘੋੜੇ ਤੇ ਚੜੇ ਚੜਾਏ ਨੇ, ਧਰਤੀ ਤੇ ਬਰਸ਼ਾ ਗੱਡਤਾ, ਤੇ ਜਿਹਦਾ ਭਾਵ ਇਹ ਸੀ ਵੀ ਇਸ ਧਰਤੀ ਦੇ ਪਾਤਸ਼ਾਹ ਅਸੀਂ ਆਪ ਆ, ਇੱਥੇ ਰਾਜ ਸਾਡਾ ਏ। ਇੱਦਾਂ ਖਾਲਸੇ ਦੇ ਅੰਦਰ ਮਹਾਰਾਜ ਨੇ ਰਾਜ ਦਾ ਸੰਕਲਪ ਭਰਿਆ ਏ। ਬਹਾਦਰ ਸ਼ਾਹ ਦੇ ਸਿਪਾਹੀ ਜਿਹੜੇ ਨੇ ਉਹ ਇਸ ਕਰਕੇ ਵੀ ਸਾਡੇ ਰਾਜੇ ਦਾ ਰਾਜ ਚੱਲਦਾ ਹੈ, ਉਹ ਕਹਿੰਦੇ ਵੀ ਇੱਥੇ ਤੇ ਰਾਜ ਸਾਡਾ ਏ ਤੇ ਤੁਸੀਂ ਕਿਵੇਂ ਮਾਲਕ ਬਣ ਗਏ। ਤੇ ਸਿੰਘ ਕਹਿਣ ਲੱਗੇ ਕਾਹਦਾ ਤੁਹਾਡਾ ਰਾਜ, ਉਹ ਰਾਜ ਤਾਂ ਖਾਲਸੇ ਦਾ, ਜਿੱਥੇ ਅਸੀਂ ਹੋਈਏ ਉੱਥੇ ਸਾਡਾ ਹੀ ਰਾਜ ਹੁੰਦਾ। ਬਸ ਇਸ ਗੱਲ ਤੋਂ ਕਹਾ ਸੁਣੀ ਜੀ ਸ਼ੁਰੂ ਹੋ ਗਈ। ਜਿਤਕ ਤੁਰਕ ਤਿਨ ਮੈਂ ਅਸ ਹੁਤੇ। ਉਹਨਾਂ ਤੁਰਕਾਂ ਦੇ ਵਿੱਚ ਜਿਹੜੀ ਬਹਾਦਰ ਸ਼ਾਹ ਦੀ ਫੌਜ, ਜਿਹੜਾ ਦਲ ਆਇਆ ਸੀ ਨਾ ਸਿੰਘਾਂ ਨੂੰ ਘਾਹ, ਅਸਲ ਦੇ ਵਿੱਚ ਘਾਹ ਵੱਢਣਾ ਨਾ ਵੱਢਣਾ ਇਹ ਤਾਂ ਇੱਕ ਬਹਾਨਾ ਜਿਹਾ ਸੀ, ਕਿਉਂਕਿ ਉਹ ਫੌਜ ਦੇ ਵਿੱਚ ਕੁਝ ਐਸੇ ਮੁਸਲਮਾਨ ਸਨ ਜਿਨਸਨ ਬੰਦੀ ਸਿੰਘਨ ਹਤੇ, ਜਿਨ੍ਹਾਂ ਦੇ ਕੋਈ ਰਿਸ਼ਤੇਦਾਰ ਸਿੰਘਾਂ ਨੇ ਜੰਗਾਂ ਯੁੱਧਾਂ ਦੇ ਵਿੱਚ ਮਾਰੇ ਸੀ। ਕਿਸੇ ਦਾ ਕੋਈ ਚਾਚਾ, ਕਿਸੇ ਦਾ ਤਾਇਆ, ਕਿਸੇ ਦਾ ਮਾਮਾ, ਕਿਸੇ ਦਾ ਭਰਾ, ਕਿਸੇ ਦਾ ਪਿਓ, ਕਿਸੇ ਦਾ ਪੁੱਤ, ਜਿਹੜੇ ਚੜ ਚੜ ਕੇ ਗਏ ਸੀ ਆਨੰਦਪੁਰ ਦੇ ਵਿੱਚ, ਤੇ ਉਹ ਗੁਰੂ ਕੇ ਖਾਲਸਿਆਂ ਨੇ ਕਿਰਪਾਨਾਂ ਦੇ ਨਾਲ ਵੱਢ ਵੱਢ ਕੇ ਮਾਰੇ ਸਨ। ਤੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ, ਜਿਨ੍ਹਾਂ ਦੇ ਕੋਈ ਸੰਬੰਧੀ ਗੁਰੂ ਕੇ ਸਿੰਘਾਂ ਨੇ ਮਾਰੇ ਸਨ। ਆਨੰਦਪੁਰ ਬੜ ਜੰਗ ਮਝਾਰ, ਜਦੋਂ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੜੇ ਤਗੜੇ ਜੰਗ ਹੁੰਦੇ ਰਹੇ, ਉਸ ਜੰਗ ਵਿੱਚ ਮਾਰੇ ਗਏ ਜਿਹੜੇ ਤੁਰਕੜੇ, ਮਾਰੇ ਤਾਂ ਸ਼ੋਕ ਸੁਨ ਧਾਰਾ। ਜਦੋਂ ਉਹਨਾਂ ਨੇ ਸੁਣਿਆ ਸੀ ਵੀ ਸਾਡੇ ਜਿਹੜੇ ਰਿਸ਼ਤੇਦਾਰ ਹੈ ਇਹ ਆਨੰਦਪੁਰ ਦੇ ਵਿੱਚ ਗੁਰੂ ਕਲਗੀਧਰ ਦੇ ਸਿੰਘਾਂ ਨੇ ਮਾਰੇ ਨੇ, ਇਹ ਸੁਣ ਕੇ ਬੜਾ ਇਹਨਾਂ ਨੇ ਸ਼ੋਕ ਧਾਰਿਆ। ਸਿਮਰਨ ਕਰਿਓ ਬੈਰ ਪਛਾਤੇ, ਭਾਵੇਂ ਕਿ ਉਹ ਸਮਾਂ ਲੰਘ ਗਿਆ ਵੀ ਜੰਗ ਸੀ, ਚੜ ਕੇ ਇਹ ਗਏ ਸਨ, ਇਹ ਵੀ ਮਾਰਦੇ ਸੀ, ਸਿੰਘ ਵੀ ਸ਼ਹੀਦ ਹੁੰਦੇ ਸੀ, ਸਿੰਘ ਵੀ ਤੁਰਕਾਂ ਨੂੰ ਮਾਰਦੇ। ਹੁਣ ਤਾਂ ਬਹਾਦਰ ਸ਼ਾਹ ਦੇ ਨਾਲ ਸਹਿਮਤੀ ਸੀ, ਬਹਾਦਰ ਸ਼ਾਹ ਮਹਾਰਾਜ ਦੀ ਸ਼ਰਨ ਪਿਆਏ ਤੇ ਦਲ ਇਕੱਠੇ ਹੀ ਜਾ ਰਹੇ ਨੇ ਬਹਾਦਰ ਸ਼ਾਹ ਦੇ ਕਹਿਣ ਤੇ ਦੱਖਣ ਵੱਲ। ਪਰ ਈਰਖਾ ਤਾਂ ਹੈ ਹੀ ਹੈ ਨਾ, ਜੇ ਕੋਈ ਆਖੇ ਨਾ ਵੀ ਖਾਲਸੇ ਦੇ ਨਾਲ, ਖਾਲਸੇ ਦੇ ਬਾਣੇ ਦੇ ਨਾਲ ਈਰਖਾ ਨਹੀਂ, ਈਰਖਾ ਏ ਵੀ ਕਈ ਵਾਰ ਹੁੰਦਾ ਹੈ ਵੀ ਮੈਂ ਕਿਹੜਾ ਕੁਝ ਕਿਸੇ ਨੂੰ ਕਹਿਣਾ ਵੀ ਮੇਰੇ ਨਾਲ ਕਿਉਂ ਈਰਖਾ ਕਰਦੇ ਆ, ਇਹ ਕਈ ਸਿੰਘਾਂ ਦਾ ਸਵਾਲ ਹੁੰਦਾ। ਜਦੋਂ ਤੂੰ ਕਲਗੀਧਰ ਦਾ ਸਿੰਘ ਬਣ ਗਿਆ ਏ ਤਾਂ ਇਹ ਨਾ ਸੋਚੀ ਵੀ ਮੈਂ ਕੀ ਕੀਤਾ ਹੈ, ਸਮਝ ਲੈ ਵੀ ਅੱਜ ਤੋਂ ਜ਼ਕਰੀਆ ਖਾਨ ਦੀ ਨਿਗਾਹ ਤੇਰੇ ਤੇ ਆ, ਅੱਜ ਤੋਂ ਅਬਦਾਲੀ ਜਿਹੜਾ ਏ ਉਹ ਤੇਰੇ ਤੇ ਨਿਗਾਹ ਰੱਖਦਾ ਏ, ਉਹ ਸੀਆਂ ਮਸੰਦ ਤੇਰੇ ਵਾਲੀ ਖਿਆਲ ਰੱਖਦਾ ਹੈ ਵੀ ਇਹਨੂੰ ਮੈਂ ਕਿਵੇਂ ਡੇਗਣਾ। ਜਿਹੜਾ ਵੀ ਗੁਰੂ ਦਾ ਸਿੰਘ ਸੱਜ ਜੇਗਾ, ਗੁਰੂ ਦਾ ਬਖਸ਼ਿਆ 5 ਕਕਾਰੀ ਰਹਿਤ ਦੇ ਵਿੱਚ ਬਾਣਾ ਧਾਰਨ ਕਰ ਲਵੇਗਾ, ਉਹ ਦੁਸ਼ਮਣ ਨੂੰ ਬੁਰਾ ਲੱਗੇਗਾ। ਤੇ ਜਿਹੜੇ ਉਹ ਸਿੰਘ ਸਨ ਘਾਹ ਵੱਢਦਿਆਂ ਨੂੰ ਵੇਖ ਕੇ, ਤੇ ਜਿਹੜੇ ਤੁਰਕਾਂ ਦੀ ਫੌਜ ਦੇ ਕੋਈ ਸਿਪਾਹੀ ਉੱਥੇ ਪਹੁੰਚੇ ਤੇ ਉਹਨਾਂ ਨੂੰ ਚੇਤਾ ਆਇਆ ਵੀ ਅੱਜ ਦਾ ਲੱਗਾ ਇਹ ਵੀ ਬਹਾਨਾ ਬਣਾ ਕੇ ਨਾ ਸਿੰਘਾਂ ਤੇ ਹਮਲਾ ਕਰੀਏ, ਕਿਉਂਕਿ ਇਹਨਾਂ ਸਿੰਘਾਂ ਨੇ ਸਾਡੇ ਰਿਸ਼ਤੇਦਾਰ ਆਨੰਦਪੁਰ ਮਾਰੇ ਸਨ। ਹੋਤ ਭਏ ਆ ਜੁੱਧ ਕੇ ਘਾਤੀ, ਇਹ ਸੋਚ ਕੇ ਤੇ ਸ਼ਸਤਰ ਲੈ ਕੇ ਸਿੰਘਾਂ ਦੇ ਹਮਲਾ ਕਰਨ ਲੱਗ ਪਏ। ਜਿੱਥੇ ਗੁਰੂ ਕੇ ਸਿੰਘ ਪੰਡਾਂ ਬੰਨ੍ਹ ਕੇ ਚੁੱਕ ਰਹੇ ਸੀ ਘਾਹ ਦੀਆਂ, ਤੇ ਤੁਰਕਾਂ ਨੇ ਅਚਾਨਕ ਹੀ ਸਿੰਘਾਂ ਦੇ ਉੱਤੇ ਹਮਲਾ ਕਰ ਦਿੱਤਾ। ਸਿੰਘਨ ਪੀ ਤੁਪਕ ਚਲਾਏ, ਤੇ ਇਧਰ ਗੁਰੂ ਕੇ ਖਾਲਸੇ ਨੇ ਕਿਹੜਾ ਸਾਧ ਸੰਗਤ ਚੂੜੀਆਂ ਪਾਈਆਂ ਸੀ, ਮਹਾਰਾਜ ਸਾਹਿਬ ਦੇ ਕੋਲੋਂ ਸਿੱਖਿਆ ਹੀ ਐਸੀ ਲਈ ਹੈ ਵੀ ਚੜ ਕੇ ਜਾਣਾ ਨਹੀਂ ਤੇ ਆਏ ਨੂੰ ਛੱਡਣਾ ਨਹੀਂ, ਵੀ ਚੜ ਕੇ ਪਹਿਲਾਂ ਅਸੀਂ ਜਾਣਾ ਨਹੀਂ ਤੇ ਜਿਹੜਾ ਆ ਗਿਆ ਪਹਿਲ ਕਰਨੀ ਨਹੀਂ, ਤੇ ਦੂਲ ਲੈਣ ਤੋਂ ਬਗੈਰ ਅਸੀਂ ਜਾਣ ਨਹੀਂ ਦੇਣਾ। ਜਦੋਂ ਤੁਰਕਾਂ ਨੇ ਸ਼ਸਤਰ ਲੈ ਕੇ ਸਿੰਘਾਂ ਦੇ ਹਮਲਾ ਕੀਤਾ, ਇਹ ਤਾਂ ਹਾਲਾਂ ਕਿਰਪਾਨਾਂ ਦੀਆਂ ਕੱਢ ਕੇ ਗਾਹ ਨੂੰ ਹੋਏ ਤੇ ਸਿੰਘਾਂ ਦੇ ਕੋਲ ਲੋਡ ਕੀਤੀਆਂ ਬੰਦੂਕਾਂ ਸਨ ਪਹਿਲਾਂ, ਉਹਨਾਂ ਅੱਗੇ ਵਾਧਿਆਂ ਦੇ ਸਿੱਧੀਆਂ ਛਾਤੀ ਦਾ ਨਿਸ਼ਾਨਾ ਬਣਾ ਕੇ, ਕਿਸੇ ਦਾ ਮੂੰਹ ਦਾ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਈਆਂ। ਨਾਹਕ ਹੀ ਭਜ ਪਾਤ ਪਰੀ ਲੜਾਈ, ਕਹਿੰਦੇ ਫੇਰ ਕੀ ਆ, ਗੋਲੀਆਂ ਚੱਲੀਆਂ ਤੇ ਕੋਈ ਤੁਰਕ ਮਰ ਗਏ ਤੇ ਬਿਨਾਂ ਕਾਰਨ, ਨਾਹਕ ਹੁੰਦਾ ਵੀ ਬਿਨਾਂ ਕਾਰਨ ਹੀ ਲੜਾਈ ਸ਼ੁਰੂ ਹੋ ਗਈ। ਮੱਲੋ ਮੱਲੀ ਆ ਕੇ ਤੁਰਕਾਂ ਨੇ ਸਿੰਘਾਂ ਦੇ ਗਲ ਪੈਣ ਦੀ ਕੋਸ਼ਿਸ਼ ਕੀਤੀ, ਤੇ ਫਿਰ ਕਹਿੰਦੇ ਵੀ ਗਲ ਪਿਆ ਤੇ ਜਿਹੜਾ ਸੱਪ ਹੁੰਦਾ ਏ ਵੀ ਜਦੋਂ ਫਿਰ ਕੁਝ ਨਾ ਕੁਝ ਤਾਂ ਕਰਨਾ ਹੀ ਪੈਂਦਾ ਹੈ ਨਾ, ਇਹ ਮਰੇ ਸੱਪ ਦੀ ਨਹੀਂ ਆਈ। ਤੁਰਕ ਆ ਗਏ ਸਿੰਘਾਂ ਦੇ ਗਲ ਪੈ ਗਏ ਤੇ ਗੁਰੂ ਕੇ ਸਿੰਘਾਂ ਨੇ ਵੀ ਅੱਗੋਂ ਸ਼ਸਤਰ ਸੂਤ ਲਏ, ਜੰਗ ਸ਼ੁਰੂ ਹੋ ਗਿਆ। ਜਿਹੜੀ ਗੁਰ ਡੇਰਾ ਕਰ ਸੁਖ ਥਾਏ, ਇਧਰ ਜਦੋਂ ਸਿੰਘਾਂ ਦੀ ਤੁਰਕਾਂ ਨਾਲ ਲੜਾਈ ਹੋ ਰਹੀ ਹੈ ਤੇ ਉਧਰ ਕਲਗੀਧਰ ਮਹਾਰਾਜ ਨਰਮਦਾ ਦੇ ਕੰਢੇ ਤੇ ਜਦੋਂ ਡੇਰਾ ਕਰ ਲਿਆ,
ਜਦੋਂ ਸਤਿਗੁਰੂ ਸਾਹਿਬ ਜੀ ਉਤਰੇ ਹਨ। ਹੇਤ ਸਚੇਤੇ ਉਤ ਹੀ ਆਏ। ਜਦੋਂ ਸਫ਼ਰ ਦੇ ਵਿੱਚੋਂ ਜਾਈਏ, ਕੋਈ ਸਰੀਰ ਦੀ ਕਿਰਿਆ ਕਰੀ ਦੀ, ਪਹੁੰਚ ਕੇ ਮੰਜ਼ਿਲ ਤੇ ਮਹਾਰਾਜ ਕਲਗੀਧਰ ਸਾਹਿਬ ਜੀ ਸੁਭਾਵਕ ਹੀ ਨਰਮਦਾ ਦੇ ਕੰਢੇ ਡੇਰਾ ਕਰਕੇ ਤੇ ਜਿਹੜੇ ਬੰਨੇ ਪਿਛਾਂਹ ਸਿੰਘ ਲੜ ਰਹੇ ਸੀ ਤੁਰਕਾਂ ਦੇ ਨਾਲ ਤੇ ਤੁਰਕ ਸਿੰਘਾਂ ਦੇ ਹਮਲਾ ਕਰ ਰਹੇ ਸੀ, ਮਹਾਰਾਜ ਸਾਹਿਬ ਸਰੀਰ ਦੀ ਕਿਰਿਆ ਕਰਨ ਦੇ ਲਈ, ਸ਼ਰਲਾ ਮਾਰਨ ਦੇ ਲਈ ਉਧਰ ਨੂੰ ਹੀ ਆ ਗਏ। ਰਹੇ ਸਿੰਘ ਸੁਨ ਕੈ ਪ੍ਰਭ ਕਾਨ। ਮਹਾਰਾਜ ਸਾਹਿਬ ਨੇ ਆਖਿਆ ਵੀ ਆਹ ਵੇਖੋ ਵੀ ਇੱਧਰ ਕੀ ਮਾਰ ਲੋ ਦੀ ਕਿਉਂ ਗੱਲ ਆ ਰਹੀ, ਜਕਾਰੇ ਕਿਉਂ ਛੱਡ ਰਹੇ ਆ ਸਿੰਘ, ਸ਼ਸਤਰ ਖੜਕ ਰਹੇ, ਗੋਲੀ ਚੱਲ ਰਹੀ ਹੈ। ਜਦੋਂ ਪਤਾ ਕੀਤਾ ਵੀ ਇਹ ਸਿੰਘ ਆ ਤੇ ਕੁਝ ਬਹਾਦਰ ਸ਼ਾਹ ਦੀ ਫੌਜ ਦੇ ਸਿਪਾਹੀ ਲੜ ਰਹੇ ਆ, ਤੇ ਮਹਾਰਾਜ ਸਾਹਿਬ ਨੇ ਜਦੋਂ ਲੜਾਈ ਹੁੰਦੀ ਸੁਣੀ ਕੰਨਾਂ 'ਚ, ਮਾਨ ਸਿੰਘ ਭੇਜਿਓ ਤਿਸ ਥਾਨ। ਮਹਾਰਾਜ ਦੇ ਕੋਲ ਭਾਈ ਮਾਨ ਸਿੰਘ ਨਿਹੰਗ ਸਿੰਘ ਸੀ, ਬੜਾ ਸੂਰਮਾ, ਫਰਲੇ ਵਾਲਾ ਨਿਹੰਗ ਸਿੰਘ ਸੀ ਭਾਈ ਮਾਨ ਸਿੰਘ। ਤੇ ਮਹਾਰਾਜ ਕਲਗੀਧਰ ਜੀ ਨੇ ਕਿਹਾ ਵੀ ਮਾਨ ਸਿੰਘ ਜਾ ਭੱਜ ਕੇ ਵੀ ਉਹ ਲੜਾਈ ਕਿਉਂ ਹੋ ਰਹੀ ਹੈ, ਉਹਨਾਂ ਨੂੰ ਜਾ ਕੇ ਰੋਕ ਵੀ ਨਾ ਲੜੋ। ਦੋਨੋਂ ਦਿਸ ਸਮਝਾਏ ਹਟਾਵੋ। ਗੁਰਾਂ ਨੇ ਹੁਕਮ ਕੀਤਾ ਵੀ ਦੋਵਾਂ ਪਾਸਿਆਂ ਨੂੰ, ਆਪਣੇ ਸਿੰਘਾਂ ਨੂੰ ਵੀ ਜਾ ਕੇ ਸਾਡੇ ਵੱਲੋਂ ਹੁਕਮ ਕਰੋ, ਤੇ ਉਧਰ ਬਹਾਦਰ ਸ਼ਾਹ ਦੀ ਫੌਜ ਹੈ ਉਹਨਾਂ ਨੂੰ ਵੀ ਸਮਝਾਓ ਵੀ ਤੁਸੀਂ ਬਿਨਾਂ ਕਾਰਨ ਕਿਉਂ ਆਪਸ ਦੇ ਵਿੱਚ ਲੜੀ ਜਾਂਦੇ ਹੋ। ਕਿਉਂ ਨਾ ਹੱਕ ਲੜ ਪ੍ਰਾਣ ਗਵਾਵੋ। ਵੀ ਬਿਨਾਂ ਕਾਰਨ ਕਹਿੰਦੇ ਲੜ ਕੇ ਆਪਸ ਵਿੱਚ ਕਿਉਂ ਪ੍ਰਾਣ ਗਵਾਉਂਦੇ ਹੋ, ਵੀ ਆਪਾਂ ਤਾਂ ਦੱਖਣ ਤਿੱਕਰ ਚੱਲਣਾ ਹੈ, ਹਾਲਾਂ ਇਕੱਠੇ ਵੀ ਇਦਾਂ ਦੇ ਰਾਹ ਵੇ ਲੜ ਕੇ ਤੁਸੀਂ ਮਰ ਜਾਓਗੇ। ਬਾਤ ਪਰ ਇਤਕ ਬਖੇਰਾ। ਮਹਾਰਾਜ ਸਾਹਿਬ ਜੀ ਨੂੰ ਪਤਾ ਲੱਗਾ ਵੀ ਆਹ ਕਾਰਨ ਬਣੇ ਵੀ ਉਹ ਘਾਹ ਵੱਢਿਆ ਸੀ ਸਿੰਘਾਂ ਨੇ, ਤੇ ਤੁਰਕ ਕਹਿੰਦੇ ਆ ਵੀ ਇਹ ਘਾਹ ਦੇ ਮਾਲਕ ਅਸੀਂ ਆ। ਤੇ ਸਤਿਗੁਰੂ ਸਾਹਿਬ ਕਹਿੰਦੇ ਵੀ ਉਹਨਾਂ ਨੂੰ ਕਹੋ ਵੀ ਇਹ ਛੋਟੀ ਜੀ ਗੱਲ ਤੋਂ ਕਿਉਂ ਆਪਸ ਦੇ ਵਿੱਚ ਝਗੜਾ ਕਰਦੇ, ਇੱਕ ਦੂਜੇ ਨੂੰ ਕਿਉਂ ਮਾਰਨ ਤੇ ਉਤਾਰੂ ਹੋਏ ਹੋ। ਮੈਂ ਕੀਜੈ ਧੀਰਗ ਪਟ ਭੇਰਾ। ਇਹ ਪਾਤਸ਼ਾਹ ਨੇ ਭਾਈ ਮਾਨ ਸਿੰਘ ਜੀ ਨੂੰ ਭੇਜਿਆ ਵੀ ਤੂੰ ਜਾ ਕੇ ਸ਼ਾਂਤੀ ਕਰਾ, ਦੋਵਾਂ ਪਾਸਿਆਂ ਦੀ ਸੁਲਾਹ ਕਰਾ, ਵੀ ਉਹਨਾਂ ਨੂੰ ਕਹੋ ਵੀ ਆਪਸ ਦੇ ਵਿੱਚ ਸੂਰਮਿਓ ਤਗੜਾ ਜੰਗ ਨਾ ਸ਼ੁਰੂ ਕਰੋ, ਲੜਾਈ ਨਾ ਛੇੜੋ। ਮਾਨ ਸਿੰਘ ਹੈ ਗਇਓ ਧਾਏ। ਜਦੋਂ 10ਵੇਂ ਪਾਤਸ਼ਾਹ ਦਾ ਹੁਕਮ ਹੋਇਆ ਤੇ ਭਾਈ ਮਾਨ ਸਿੰਘ ਘੋੜਾ ਦੌੜਾ ਕੇ ਉੱਥੇ ਚਲਾ ਗਿਆ ਜਿੱਥੇ ਲੜਾਈ ਹੋ ਰਹੀ ਹੈ। ਦੋਨੋਂ ਦਿਸ਼ ਦਏ ਹਟਾਏ। ਤੇ ਭਾਈ ਮਾਨ ਸਿੰਘ ਨੇ ਕਹਿ ਕੇ ਦੋਵਾਂ ਪਾਸਿਆਂ ਦੇ ਸੂਰਮਿਆਂ ਨੂੰ ਆਪਸ ਦੇ ਵਿੱਚ ਲੜਦਿਆਂ ਨੂੰ ਹਟਾ ਦਿੱਤਾ। ਗੁਰੂ ਸ਼ਾਹੂ ਕੋ ਮੇਲ ਵਿਸਲ। ਆ ਇਧਰ ਗੁਰੂ ਕੇ ਸਿੰਘਾਂ ਨੂੰ ਜਾ ਕੇ ਕਿਹਾ ਓਏ ਤੁਸੀਂ ਕਿਉਂ ਲੜਦੇ ਹੋ। ਗੁਰੂ ਕਲਗੀਧਰ ਮਹਾਰਾਜ ਦਾ ਤੇ ਬਹਾਦਰ ਸ਼ਾਹ ਦਾ ਤੇ ਆਪਸ ਵਿੱਚ ਕਿੱਡਾ ਮੇਲ ਹੈ, ਵੀ ਬਹਾਦਰ ਸ਼ਾਹ ਮਹਾਰਾਜ ਨਾਲ ਪਿਆਰ ਕਰਦਾ ਏ ਤੇ ਮਹਾਰਾਜ ਵੀ ਬਹਾਦਰ ਸ਼ਾਹ ਦੇ ਨਾਲ ਵੇਖੋ ਚੱਲ ਕੇ ਆ ਰਹੇ ਹੈ, ਵੀ ਤੁਸੀਂ ਬਿਨਾਂ ਕਾਰਨ ਆਪਸ ਦੇ ਵਿੱਚ ਕਿਉਂ ਲੜ ਰਹੇ ਹੋ। ਕਿਉਂਕਿ ਜੇ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਉਹਨਾਂ ਨੂੰ ਇਹ ਪਤਾ ਲੱਗਾ ਵੀ ਤੁਸੀਂ ਜੰਗ ਕਰ ਰਹੇ ਹੋ, ਸਤਿਗੁਰਾਂ ਮੈਨੂੰ ਭੇਜਿਆ ਹਟਾਉਣ ਵਾਸਤੇ, ਵੀ ਸਤਿਗੁਰੂ ਸਾਹਿਬ ਨੇ ਤੁਹਾਡੀ ਕਿ ਨਹੀਂ ਮਦਦ ਕਰਨੀ। ਇਧਰ ਸਿੰਘਾਂ ਨੂੰ ਇਦਾਂ ਕਿਹਾ, ਬਹਾਦਰ ਸ਼ਾਹ ਦੇ ਸਿਪਾਹੀਆਂ ਨੂੰ ਜਾ ਕੇ ਕਿਹਾ ਵੀ ਤੁਹਾਨੂੰ ਪਤਾ ਹੈ ਨਾ ਬਹਾਦਰ ਸ਼ਾਹ ਮਹਾਰਾਜ ਨੂੰ ਮੱਥਾ ਟੇਕਦਾ ਹੈ, ਸਤਿਕਾਰ ਕਰਦਾ ਏ, ਤੇ ਜਦੋਂ ਕੋਈ ਗੱਲਬਾਤ ਹੋਈ ਤੇ ਬਹਾਦਰ ਸ਼ਾਹ ਨੇ ਤੁਹਾਡੀ ਪੁੱਛ ਪੜਤਾਲ ਕੀਤੀ ਤੇ ਫਿਰ ਜਵਾਬ ਦਿੱਤਿਆਂ ਨਹੀਂ ਬਣਨਾ, ਵੀ ਕਾਹਤੋਂ ਲੜਦੇ ਹੋ। ਇਹ ਜਿਵੇਂ ਕਿਵੇਂ ਹੁੰਦਾ ਹੈ, ਜਿਹੜਾ ਸਿਆਣਾ ਬੰਦਾ ਹੁੰਦਾ ਹੈ ਨਾ ਉਹਦੇ ਕੋਲ ਕਈ ਜੁਗਤੀਆਂ ਹੁੰਦੀਆਂ। ਭਾਈ ਮਾਨ ਸਿੰਘ ਜੀ ਨੇ ਸਿੰਘਾਂ ਨੂੰ ਵੀ ਸਮਝਾਇਆ ਵੀ ਗੁਰੂ ਦਾ ਹੁਕਮ ਹੈ ਵੀ ਨਾ ਲੜੋ, ਤੇ ਬਹਾਦਰ ਸ਼ਾਹ ਦੇ ਸਿਪਾਹੀਆਂ ਨੂੰ ਵੀ ਹਟਾਇਆ ਵੀ ਤੁਸੀਂ ਕਿਉਂ ਲੜਦੇ ਹੋ। ਮਹਾਰਾਜ ਤੇ ਬਹਾਦਰ ਸ਼ਾਹ ਦੇ ਇੰਨਾ ਪ੍ਰੇਮ ਹੈ ਤੇ ਤੁਸੀਂ ਐਵੇਂ ਆਪਸ ਵਿੱਚ ਖਹਿਬਾਜ਼ੀ ਕਰ ਰਹੇ ਹੋ। ਕਿਸੇ ਆਲਾਮ ਤੁਮ ਸੰਗਰ ਕਰ। ਵੀ ਤੁਸੀਂ ਕਿਹਦੇ ਆਸਰੇ ਲੜ ਰਹੇ ਹੋ। ਵੀ ਇਧਰੋਂ ਗੁਰੂ ਸਾਹਿਬ ਨੇ ਸਿੰਘਾਂ ਨੂੰ ਕਹਿੰਦੇ ਵੀ ਤੁਹਾਡੀ ਮਦਦ ਨਹੀਂ ਕਰਨੀ, ਤੇ ਬਹਾਦਰ ਸ਼ਾਹ ਨੂੰ ਜਾ ਕੇ ਮਾਨ ਸਿੰਘ ਨੇ ਕਿਹਾ ਵੀ ਬਹਾਦਰ ਸ਼ਾਹ ਨੇ ਤੁਹਾਡੀ ਮਦਦ ਨਹੀਂ ਕਰਨੀ। ਬਹਾਦਰ ਸ਼ਾਹ ਦੇ ਸਿਪਾਹੀਓ ਕਿਹਦੇ ਆਸਰੇ ਫਿਰ ਜੰਗ ਸ਼ੁਰੂ ਕਰ ਲਈ ਹੈ। ਮਾਰੇ ਭਰੇ ਦੋ ਦਿਸ਼ ਕੇ ਜੋਧਾ। ਆ ਜਦੋਂ ਉਹਨੂੰ ਭਾਈ ਮਾਨ ਸਿੰਘ ਜੰਗ ਰੋਕਣ ਦੇ ਵਾਸਤੇ ਆਇਆ, ਇੰਨੇ ਚਿਰ ਨੂੰ ਕੁਝ ਸਿੰਘ ਵੀ ਸ਼ਹੀਦ ਹੋ ਚੁੱਕੇ ਸਨ ਤੇ ਤੁਰਕਾਂ ਦੇ ਵੀ ਕਈ ਮਾਰੇ ਜਾ ਚੁੱਕੇ ਸਨ। ਕਾਸ ਹੇਤ ਕਿਉਂ ਕੀਨ ਸਕਰੋਧਾ। ਆ ਇਸ ਤਰ੍ਹਾਂ ਭਾਈ ਮਾਨ ਸਿੰਘ ਜੀ ਨੇ ਦੋਵਾਂ ਨੂੰ ਸਮਝਾਇਆ ਵੀ ਘਾਹ ਹੀ ਸੀ, ਵੀ ਤੁਰਕਾਂ ਨੂੰ ਕਿਹਾ ਵੀ ਫਿਰ ਕੀ ਹੈ ਜੇ ਸਿੰਘਾਂ ਘਾਹ ਵੱਢ ਲਿਆ ਤੇ ਉਹਨਾਂ ਨੂੰ ਲੈ ਜਾਣ ਦਿੰਦੇ। ਸਿੰਘਾਂ ਨੂੰ ਆ ਕੇ ਕਿਹਾ ਫੇਰ ਕੀ ਹੈ ਜੇ ਉਹ ਘਾਹ ਤੋਂ ਰੋਕਦੇ ਸੀ ਤੁਸੀਂ ਕਿਤੇ ਹੋਰ ਵੱਢ ਲੈਂਦੇ। ਇਵੇਂ ਦੋਵੇਂ ਪਾਸੇ ਕਹਿ ਕੇ ਵੀ ਘਾਹ ਵਾਸਤੇ ਆਪਸ ਵਿੱਚ ਲੜ ਕੇ ਕਿਉਂ ਬੰਦੇ ਮਾਰੇ। ਸਮਝਾਏ ਸ਼ਾਂਤ ਵਰਤਾਏ। ਇਵੇਂ ਜਿਵੇਂ ਕਿਵੇਂ ਸਮਝਾ ਕੇ ਦੋਵਾਂ ਦਲਾਂ ਨੂੰ ਭਾਈ ਮਾਨ ਸਿੰਘ ਜੀ ਨੇ ਸ਼ਾਂਤੀ ਕਰਾ ਦਿੱਤੀ, ਆਪਸ ਦੇ ਵਿੱਚ ਜੰਗ ਬੰਦ ਕਰਾ ਦਿੱਤੀ। ਜਿਹੜਿਓ ਬੀਚ ਕਰ ਬੀਚਿਤ ਥਾਏ। ਆ ਉੱਥੇ ਹੀ ਕੁਝ ਸਮਾਂ ਵਿੱਚ ਵਿਚੋਲਗੀ ਕਰਦਾ ਹੈ ਭਾਈ ਮਾਨ ਸਿੰਘ, ਕਦੀ ਇੱਧਰ ਸਿੰਘਾਂ ਵੱਲ ਆਉਂਦਾ ਹੈ, ਉਹਨਾਂ ਨੂੰ ਸ਼ਾਂਤ ਕਰਦਾ ਹੈ,
ਕਦੀ ਭਾਈ ਮਾਨ ਸਿੰਘ ਬਹਾਦਰ ਸ਼ਾਹ ਦੀ ਫੌਜ ਤੁਰਕਾਂ ਵੱਲ ਜਾਂਦਾ ਹੈ ਤੇ ਉਹਨਾਂ ਨੂੰ ਜਾ ਕੇ ਸਮਝਾਉਂਦਾ ਐਵੇਂ ਵਿਚੋਲਗੀ ਕਰ ਰਿਹਾ ਏ। ਇਕ ਤੁਰ ਕਣ ਕੇ ਭਟ ਮਤ ਮੰਦ। ਤੇ ਜਿਹੜੇ ਤੁਰਕ ਸਨ ਲੜਨੋਂ ਤਾਂ ਭਾਵੇਂ ਕਰਾਂ ਹਟ ਗਏ ਮਾਨ ਸਿੰਘ ਜੀ ਦੇ ਕਹਿਣ ਤੇ, ਪਰ ਉਹਨਾਂ ਦੇ ਵਿੱਚ ਇੱਕ ਬਹੁਤ ਹੀ ਮੂਰਖ ਜਿਹਾ ਕਹਿੰਦੇ ਵੀ ਸਿਪਾਹੀ ਸੀ ਉਹਨਾਂ ਦਾ। ਤਿਨ ਕਰ ਤਿਆਰ ਤਫੰਗ ਬਿਲੰਦ। ਉਹਨੇ ਕੀ ਕੀਤਾ ਵੀ ਬੇਈਮਾਨੀ ਕੀਤੀ ਵੀ ਜਦੋਂ ਭਾਈ ਮਾਨ ਸਿੰਘ ਤੁਰਕਾਂ ਦੇ ਦਲ ਵੱਲ ਨੂੰ ਜਾ ਰਿਹਾ ਕੋਈ ਗੱਲ ਕਰਨਾ ਤੇ ਉਹਨੇ ਗੋਲੀ ਤਿਆਰ, ਉਹਨੇ ਪਹਿਲਾਂ ਹੀ ਬੰਦੂਕ ਤਿਆਰ ਕਰਕੇ ਲੋਡ ਕਰਕੇ ਗੋਲੀ ਵਿੱਚ ਮਾਨ ਸਿੰਘ ਕੋ ਤਾਕ ਚਲਾਈ। ਅਚਨਚੇਤ ਵਿਸਲ ਭੋਲੇ ਭਾਈ ਮਾਨ ਸਿੰਘ ਦੇ ਨਿਸ਼ਾਨਾ ਤੱਕ ਕੇ ਉਹਦੇ ਸਰੀਰ ਤੇ ਗੋਲੀ ਮਾਰ ਦਿੱਤੀ। ਐਚਕ ਲਗੀ ਗਿਰਿਓ ਛਿਤ ਜਾਏ। ਅਚਾਨਕ ਹੀ ਕਹਿੰਦੇ ਆ ਕੇ ਮਾਨ ਸਿੰਘ ਜੀ ਨੂੰ ਕੀ ਪਤਾ ਸੀ ਵੀ ਮੈਂ ਤੇ ਇਹਨਾਂ ਨੂੰ ਲੜਦਿਆਂ ਨੂੰ ਹਟਾਉਣ ਆਇਆ ਏ ਤੇ ਇਹ ਮੂਰਖ ਮੇਰੇ ਤੇ ਹਮਲਾ ਕਰਨਗੇ। ਭਾਈ ਮਾਨ ਸਿੰਘ ਤੁਰਕਾਂ ਦੇ ਦਲ ਵੱਲ ਨੂੰ ਜਾ ਰਹੇ ਸਨ ਤੇ ਅਚਾਨਕ ਹੀ ਇੱਕ ਕਹਿੰਦੇ ਮੂਰਖ ਜੇ ਤੁਰਕ ਨੇ ਗੋਲੀ ਚਲਾਈ ਤੇ ਭਾਈ ਮਾਨ ਸਿੰਘ ਜੀ ਦੇ ਸਰੀਰ ਤੇ ਆ ਕੇ ਵੱਜੀ ਤੇ ਝਾਟੀ ਧਰਤੀ ਤੇ ਡਿੱਗ ਪਏ। ਦੇਖਤ ਸਿੰਘਨ ਕ੍ਰੋਧ ਵਧਾਇਓ। ਜਦੋਂ ਸਿੰਘਾਂ ਨੇ ਵੇਖਿਆ ਵੀ ਸਾਡਾ ਸੂਰਮਾ ਨਿਹੰਗ ਸਿੰਘ ਫਰਲੇ ਵਾਲਾ ਭਾਈ ਮਾਨ ਸਿੰਘ ਇਹਨਾਂ ਤੁਰਕਾਂ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਏ, ਫੇਰ ਤੇ ਗੁਰੂ ਕੇ ਸਿੰਘਾਂ ਦੇ ਮਨ ਦੇ ਵਿੱਚ ਰੋਸ ਆਉਣਾ ਹੀ ਸੀ ਨਾ। ਵੇਖੋ ਵੀ ਕੈਸੀ ਦਗਾਬਾਜੀ ਕੀਤੀ ਵੀ ਉਹ ਤਾਂ ਇੱਕ ਸ਼ਾਂਤੀ ਕਰਾਉਣ ਗਿਆ, ਭਾਈ ਮਾਨ ਸਿੰਘ ਜੰਗ ਕਰਨ ਨਹੀਂ ਗਿਆ, ਲੜਨ ਨਹੀਂ ਗਿਆ ਤੇ ਦੋਵਾਂ ਨੂੰ ਲੜਾਉਂਦਿਆਂ ਨੂੰ ਹਟਾ ਵੀ ਦਿੱਤਾ। ਪਰ ਤੁਰਕਾਂ ਦੇ ਵਿੱਚੋਂ ਇੱਕ ਬੇਈਮਾਨ ਜਿਹੜਾ ਉਹਨੇ ਗੋਲੀ ਮਾਰ ਕੇ ਅਚਾਨਕ ਤੇ ਭਾਈ ਮਾਨ ਸਿੰਘ ਨੂੰ ਸ਼ਹੀਦ ਕਰ ਦਿੱਤਾ। ਇਹ ਵੇਖ ਕੇ ਜਿਹੜੇ ਮਹਾਰਾਜ ਦੇ ਸਿੰਘ ਸੀ ਫਿਰ ਇਹਨਾਂ ਨੂੰ ਬੜਾ ਗੁੱਸਾ ਆਇਆ, ਬੜੇ ਵੀਰ ਰਸ ਦੇ ਵਿੱਚ ਆਏ। ਪ੍ਰੀਤ ਫੰਗਣ ਜੰਗ ਮਚਾਇਓ। ਸਿੰਘਾਂ ਨੇ ਫਿਰ ਘੱਟ ਨਹੀਂ ਕੀਤੀ, ਗੋਲੀਆਂ ਭਰ ਕੇ ਤੇ ਬਹੁਤਾ ਹੀ ਜੰਗ ਮਚਾਇਆ ਤੇ ਤੁਰਕਾਂ ਦੇ ਹੱਲਾ ਕਰ ਦਿੱਤਾ ਵੀ ਇਹਨਾਂ ਸਾਡਾ ਸਿੰਘ ਸ਼ਹੀਦ ਕਰਤਾ ਏ। ਢੇਲਾ ਘਾਲ ਸ਼ਤਰਗਨ ਮਾਰੇ। ਐਸਾ ਸਿੰਘਾਂ ਨੇ ਹੱਲਾ ਕੀਤਾ ਵੀ ਅਨੇਕਾਂ ਹੀ ਵੈਰੀ ਜਿਹੜੇ ਸੀ ਬਹਾਦਰ ਸ਼ਾਹ ਦੀ ਫੌਜ ਦੇ ਦੁਸ਼ਟ ਮਾਰ ਸੁੱਟੇ। ਮੇਰੇ ਹੈਨ ਤੇ ਮਨੋਂ ਮਨਾਰੇ। ਘੋੜਿਆਂ ਤੋਂ ਗੋਲੀਆਂ ਤੇ ਤੀਰ ਵੱਜ ਕੇ ਤੁਰਕ ਏਦਾਂ ਡਿੱਗੇ ਵੀ ਜਿਵੇਂ ਮਾਨੋ ਵੀ ਕੋਠੇ ਤੋਂ ਮਨਾਰਾ ਡਿੱਗਦਾ ਹੁੰਦਾ ਏ, ਜਿਵੇਂ ਆ ਗੁੰਬਜੀਆਂ ਦੀਆਂ ਹੇਠਾਂ ਡਿੱਗਦੀਆਂ ਦੜੰਮ ਕਰਕੇ। ਆਸ਼ਕ ਹੱਥ ਅਚਰਜ ਬੜ ਕੀਓ। ਇਸ ਤਰ੍ਹਾਂ ਜਦੋਂ ਅਚਾਨਕ ਹੀ ਭਾਈ ਮਾਨ ਸਿੰਘ ਦੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਤੇ ਬੜੇ ਹੀ ਹੈਰਾਨ ਹੋਏ ਸਾਰੇ ਸਿੰਘ। ਆਹੋ ਕਹਾਂ ਦੀ ਰਗਰਣ ਭਇਓ। ਭਾਈ ਜੀ ਕਹਿੰਦੇ ਕਿੱਥੋਂ ਤੱਕ ਕਵਾਂ ਵੀ ਲੜੇ ਤਾਂ ਸਿੰਘ ਪਹਿਲਾਂ ਵੀ ਸੀ, ਪਰ ਜਦੋਂ ਭਾਈ ਮਾਨ ਸਿੰਘ ਜੀ ਦੀ ਸ਼ਹੀਦੀ ਹੋ ਗਈ ਫੇਰ ਤਾਂ ਸਿੰਘਾਂ ਨੇ ਬੜਾ ਹੀ ਜੰਗ ਕੀਤਾ, ਕਿੰਨਾ ਕੁ ਬਿਆਨ ਕਰਾਂ। ਕੇਤਕ ਤੁਰਕ ਮਰਾਏ ਬਲਾਏ। ਜਦੋਂ ਸਿੰਘਾਂ ਨੇ ਮਹਾਰਾਜ ਦੇ ਹੱਲਾ ਕੀਤਾ ਤੇ ਜਿਹੜੇ ਤੁਰਕ ਆਏ ਉਹਨਾਂ ਨੇ ਆਪਣੇ ਕਿੰਨੇ ਜਦੋਂ ਬੰਦੇ ਮਰਵਾ ਲਏ ਤੇ ਫਿਰ ਬਾਕੀ ਜਿਹੜੇ ਜਿਉਂਦੇ ਸੀ ਸਿੰਘਾਂ ਤੋਂ ਡਰ ਕੇ ਭੱਜ ਗਏ, ਹਰਨ ਹੋ ਗਏ। ਸਿੰਘ ਘਾਸ ਲੈ ਕਰ ਸਭਿਆਏ। ਜਦੋਂ ਤੁਰਕ ਭੱਜ ਗਏ ਤੇ ਫਿਰ ਸਿੰਘਾਂ ਨੇ ਉਹ ਘਾਹ ਦੀਆਂ ਪੰਡਾਂ ਵੀ ਚੁੱਕ ਲੀਆਂ ਤੇ ਭਾਈ ਮਾਨ ਸਿੰਘ ਜੀ ਦਾ ਸਰੀਰ ਵੀ ਚੁੱਕ ਕੇ ਲੈ ਆਏ। ਮਾਨ ਸਿੰਘ ਕੋ ਮਰਨੋਂ ਸੁਣਿਓ। ਇੱਧਰ ਆ ਕੇ ਕਲਗੀਧਰ ਮਹਾਰਾਜ ਨੂੰ ਸਾਰੀ ਖਬਰ ਦਿੱਤੀ ਵੀ ਸੱਚੇ ਪਾਤਸ਼ਾਹ ਤੁਸੀਂ ਭਾਈ ਮਾਨ ਸਿੰਘ ਨੂੰ ਭੇਜਿਆ ਸੀ ਜੰਗ ਕਰਨ ਤੋਂ ਰੋਕਣ ਦੇ ਲਈ ਤੇ ਅਸੀਂ ਉਹਨਾਂ ਦਾ ਵਚਨ ਮੰਨ ਕੇ ਹਟ ਗਏ ਸਾਂ, ਪਰ ਤੁਰਕਾਂ ਨੇ ਉਹਨਾਂ ਦੇ ਅਚਾਨਕ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਹੈ। ਜਦੋਂ ਮਹਾਰਾਜ ਕਲਗੀਧਰ ਜੀ ਨੇ ਭਾਈ ਮਾਨ ਸਿੰਘ ਜੀ ਦਾ ਸ਼ਹੀਦ ਹੋਣ ਬਾਰੇ ਸੁਣਿਆ ਕਿ ਮਾਨ ਸਿੰਘ ਸ਼ਹੀਦ ਹੋ ਗਿਆ ਏ, ਮਾਇ ਅਫਸੋਸ ਗੁਰੂ ਮਨ ਗਿਨਿਓ। ਸਾਧ ਸੰਗਤ ਜੀ ਕਲਗੀਧਰ ਮਹਾਰਾਜ ਨੇ ਬਹੁਤਾ ਹੀ ਅਫਸੋਸ ਕੀਤਾ। ਜਿੱਦਣ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਸਾਹਮਣੇ ਮਹਾਰਾਜ ਦੀਆਂ ਅੱਖਾਂ ਦੇ ਸ਼ਹੀਦ ਹੋਏ ਸਨ, ਮਹਾਰਾਜ ਨੇ ਅਫਸੋਸ ਨਹੀਂ ਸੀ ਕੀਤਾ। ਪਰ ਅੱਜ ਮਹਾਰਾਜ ਸਾਹਿਬ ਜੀ ਨੂੰ ਜਦੋਂ ਖਬਰ ਮਿਲੀ ਹੈ ਵੀ ਭਾਈ ਮਾਨ ਸਿੰਘ ਨਿਹੰਗ ਸਿੰਘ ਤੁਰਕਾਂ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਹੈ ਤੇ ਕਲਗੀਧਰ ਮਹਾਰਾਜ ਨੇ ਬੜਾ ਹੀ ਅਫਸੋਸ ਕੀਤਾ। ਕਹਾਂ ਕਰੀ ਮਤ ਮੰਦਨ ਬਾਤ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਨਾ ਮੰਦੀ ਮਤ ਵਾਲਿਆਂ ਨੇ ਤੁਰਕਾਂ ਨੇ ਆ ਕੀ ਕਹਿੰਦੇ ਵੀ ਮਾੜਾ ਕਰਮ ਕੀਤਾ, ਕੀ ਗੱਲ ਕੀਤੀ। ਹਿਰਦ ਹਟਾਵਤ ਕੀ ਨਸਕਾਤ। ਓਏ ਅਸੀਂ ਤਾਂ ਮਾਨ ਸਿੰਘ ਨੂੰ ਲੜਾਈ ਤੋਂ ਹਟਾਉਣ ਲਈ ਭੇਜਿਆ ਸੀ ਨਾ, ਵੀ ਸਾਡਾ ਮਾਨ ਸਿੰਘ ਤੇ ਦੋਹਾਂ ਦਲਾਂ ਦੇ ਵਿੱਚ ਫਿਰਦਿਆਂ ਹੋਇਆਂ ਲੜਾਈ ਹੀ ਰੋਕ ਰਿਹਾ ਸੀ। ਮਹਾ ਸੂਰਮਾ ਅਰਬਦਵਾਨ। ਪਾਤਸ਼ਾਹ ਚੇਤੇ ਕਰਦੇ ਆ, ਕਹਿੰਦੇ ਵੀ ਭਾਈ ਮਾਨ ਸਿੰਘ ਕਹਿੰਦੇ ਸਾਡਾ ਬੜਾ ਵੱਡਾ ਸੂਰਮਾ ਸੀ ਤੇ ਬਹੁਤ ਹੀ ਬੁੱਧੀਵਾਨ ਸੀ, ਬੜਾ ਹੀ ਤਗੜਾ ਜਰਨੈਲ ਸੀ। ਕਹਾਂ ਹੋਏ ਸੋ ਪ੍ਰਾਪਤ ਪ੍ਰਾਪਾਨ। ਮਹਾਰਾਜ ਸਾਹਿਬ ਜੀ ਕਹਿੰਦੇ ਵੀ ਹੁਣ ਮਾਨ ਸਿੰਘ ਕੋਈ ਵੀ ਯਤਨ ਕੀਤਿਆਂ ਸਾਡੇ ਹੱਥ ਕਿੱਥੇ ਆਉਣਾ ਹੈ,
ਸਾਧ ਸੰਗਤ ਜੀ, ਭਾਈ ਮਾਨ ਸਿੰਘ ਬੜਾ ਰਾਠ ਸੂਰਮਾ ਸੀ। ਜਿੱਥੇ ਡਟ ਜਾਂਦਾ ਸੀ ਮੈਦਾਨ ਦੇ ਵਿੱਚ ਕਦੀ ਪੈਰ ਪਿਛਾਂਹ ਨਹੀਂ ਸੀ ਪਾਇਆ, ਭਾਵੇਂ ਜਿੰਨੀਆਂ ਮਰਜ਼ੀ ਸਾਹਮਣਿਓਂ ਫੌਜਾਂ ਚੜ੍ਹ ਕੇ ਆਉਂਦੀਆਂ ਰਹੀਆਂ। ਤੇ ਕਲਗੀਧਰ ਮਹਾਰਾਜ ਜਦੋਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਆ ਕੇ ਸੁਭਾਏਮਾਨ ਹੋਏ ਤੇ ਲੱਭਦਿਆਂ ਲਭਾਉਂਦਿਆਂ ਜਦੋਂ ਸਿੰਘ ਆਏ ਤੇ ਭਾਈ ਮਾਨ ਸਿੰਘ ਵੀ ਉਹਨਾਂ ਦੇ ਨਾਲ ਸੀ। ਤੇ ਮਹਾਰਾਜ ਸਾਹਿਬ ਜੀ ਦੇ ਨੇੜੇ ਹੋਏ ਤੇ ਮਹਾਰਾਜ ਨੇ ਕਿਹਾ ਵੀ ਜਲ ਛਕਣਾ ਹੈ। ਸਤਿਗੁਰੂ ਤੁਰਨ ਲੱਗੇ ਤੇ ਚਰਨਾਂ 'ਚ ਛਾਲੇ ਪਏ ਹੋਣ ਕਰਕੇ ਤੁਰਿਆ ਨਾ ਗਿਆ। ਤੇ ਮਹਾਰਾਜ ਕਹਿੰਦੇ ਭਾਈ ਮਾਨ ਸਿਆ ਆ ਨੇੜੇ ਹੋ ਸਾਡੇ, ਆਪਣੇ ਮੋਢੇ ਦਾ ਸਹਾਰਾ ਦੇ ਸਾਨੂੰ ਸਹਾਰਾ ਦੇ ਵੀ ਸਾਡੇ ਕੋਲ ਤੁਰਿਆ ਨਹੀਂ ਜਾ ਰਿਹਾ, ਵੀ ਤੇਰੇ ਸਹਾਰੇ ਦੇ ਨਾਲ ਅਸੀਂ ਖੂਹ ਤੀਕਰ ਪਹੁੰਚਾਂਗੇ। ਤੇ ਭਾਈ ਮਾਨ ਸਿੰਘ ਜੀ ਦੀ ਕਹਿੰਦੇ ਵੀ ਉੱਥੇ ਚੀਕ ਨਿਕਲ ਗਈ ਸੀ, ਰੋਣ ਲੱਗ ਪਏ, ਕਹਿਣ ਲੱਗੇ ਸੱਚੇ ਪਾਤਸ਼ਾਹ ਸਾਨੂੰ ਸਹਾਰਾ ਦਿੰਦਾ ਰਿਹਾ ਹੈ ਸਦਾ, ਅੱਜ ਤੈਨੂੰ ਸਹਾਰੇ ਦੀ ਲੋੜ ਪੈ ਗਈ। ਮਹਾਰਾਜ ਦੇ ਸਰੀਰ ਦੀ ਹਾਲਤ ਵੇਖ ਕੇ ਭਾਈ ਮਾਨ ਸਿੰਘ ਉਦੋਂ ਰੋਇਆ ਸੀ, ਕਦੀ ਵੀ ਭਾਈ ਮਾਨ ਸਿੰਘ ਦੇ ਨੇਤਰਾਂ 'ਚੋਂ ਜਲ ਨਹੀਂ ਸੀ ਆਇਆ। ਕਲਗੀਧਰ ਮਹਾਰਾਜ ਸਾਹਿਬ ਜੀ ਨੂੰ ਫਿਰ ਆਪਣੇ ਗਧੇੜੇ ਤੇ ਚੁੱਕ ਕੇ ਤੇ ਖੂਹ ਦੇ ਨੇੜੇ ਖੜਿਆ, ਉੱਥੇ ਮਹਾਰਾਜ ਨੂੰ ਜਲ ਛਕਾਇਆ, ਮਹਾਰਾਜ ਦੀ ਸੇਵਾ ਕੀਤੀ। ਤੇ ਭਾਈ ਮਾਨ ਸਿੰਘ ਹਮੇਸ਼ਾ ਹੀ, ਕਿਉਂਕਿ ਮਹਾਰਾਜ ਦਾ ਵਾਰ ਹੋਇਆ ਸੀ ਵੀ ਮਾਨ ਸਿੰਘਾ ਜਿੱਦਾਂ ਤੂੰ ਨੀਲਾ ਬਾਣਾ ਪਹਿਨਦਾ, ਜਿਵੇਂ ਤੇਰੇ ਦਮਾਲੇ ਤੇ ਫਰਲਾ ਸੱਜਦਾ ਏ, ਇੱਦਾਂ ਦਾ ਪੰਥ ਸਾਡਾ ਸਦਾ ਹੀ ਫਰਲੇ ਤੇ ਨੀਲੇ ਦਮਾਲੇ ਚੋਲਿਆਂ ਦਾ ਰਹੇਗਾ। ਇਹ ਕਲਗੀਧਰ ਦੇ ਕੋਲੋਂ ਭਾਈ ਮਾਨ ਸਿੰਘ ਜੀ ਨੂੰ ਵਰ ਮਿਲਿਆ ਸੀ ਵੀ ਤੇਰੇ ਵਰਗੇ ਸੂਰਮੇ, ਤੇਰੇ ਵਰਗੀ ਸੰਪਰਦਾ, ਤੇਰੇ ਵਰਗਾ ਪੰਥ ਇਹ ਸਦਾ ਹੀ ਸਾਡੇ ਰਹੇਗਾ ਖਾਲਸੇ ਦੇ ਵਿੱਚ। ਉਹ ਜਦੋਂ ਭਾਈ ਮਾਨ ਸਿੰਘ ਦੀ ਹੁਣ ਸ਼ਹਾਦਤ ਹੋਈ ਸੁਣੀ ਹੈ, ਹੋ ਵੀ ਅਚਾਨਕ ਗਈ ਹੈ, ਧੋਖੇ ਨਾਲ ਮਾਰ ਦਿੱਤਾ ਭਾਈ ਮਾਨ ਸਿੰਘ ਨੂੰ। ਤੇ ਕਲਗੀਧਰ ਜੀ ਨੇ ਅਫਸੋਸ ਕੀਤਾ, ਕਹਿੰਦੇ ਹੁਣ ਅਸੀਂ ਜੋ ਮਰਜ਼ੀ ਕਰ ਲਈਏ, ਮਾਨ ਸਿੰਘ ਵਰਗਾ ਸੂਰਮਾ ਨਹੀਂ ਸਾਡੇ ਹੱਥ ਆਉਣਾ। ਕੌਣ ਕੌਣ ਗੁਣ ਸਿਮਰੈ ਤਾਹੀ, ਮਹਾਰਾਜ ਕਹਿੰਦੇ ਕਿਹੜਾ ਕਿਹੜਾ ਉਹਦਾ ਗੁਣ ਸਿਮਰੀਏ ਭਾਈ, ਕਿਹੜੇ ਕਿਹੜੇ ਗੁਣ ਕਹਿ ਕੇ ਦਸੀਏ ਵੀ ਮਾਨ ਸਿੰਘ ਐਡਾ ਵੱਡਾ ਜਰਨੈਲ ਯੋਧਾ ਸੀ। ਸਭ ਕਾਰਜ ਮੈਂ ਸ਼ੁਭ ਮਤ ਜਾਣੀ, ਬਸ ਗੱਲ ਕੀ ਹੈ ਵੀ ਜਿਹੜਾ ਵੀ ਉਹਨੂੰ ਕਾਰਜ ਕਹਿ ਦਈਏ, ਸਾਰੇ ਕੰਮ ਕਰਨ ਦੇ ਵਿੱਚ ਬੜਾ ਸੂਝਵਾਨ ਤੇ ਚੰਗਾ ਅਕਲ ਵਾਲਾ ਸੀ। ਮਰੇ ਆਨੰਦ ਚਮਕੌਰ ਬਜ਼ਾਰਾ, ਆਨੰਦਪੁਰ ਸਾਹਿਬ ਦੇ ਵਿੱਚ ਭਾਵੇਂ ਚਮਕੌਰ ਦੀ ਗੜੀ ਦੇ ਅੰਦਰ ਘਰ ਘਰ ਡਿਕਸਿਓ ਸੰਗ ਜੁਝਾਰਾ, ਆ ਵੈਰੀਆਂ ਦੇ ਨਾਲ ਲੜਦਿਆਂ ਹੋਇਆ ਤੇ ਫਿਰ ਉਹਨਾਂ ਦੇ ਵਿੱਚੋਂ ਜੁਝਾਰੂ ਸੂਰਮਾ ਬਿਨਾਂ ਉਹਨਾਂ ਦਾ ਫੱਟ ਖਾਦਿਆਂ ਹੀ ਨਿਕਲ ਜਾਂਦਾ ਰਿਹਾ। ਐਸੋ ਵੀਰ ਕਹਾਂ ਅਬ ਪਾਉ, ਮਹਾਰਾਜ ਸਾਹਿਬ ਜੀ ਅਫਸੋਸ ਕਰਦੇ ਐ, ਕਲਗੀਧਰ ਜਿਨ੍ਹਾਂ ਨੇ ਆਪਣੇ ਸਾਹਿਬਜ਼ਾਦਿਆਂ ਬੱਚਿਆਂ ਦਾ ਅਫਸੋਸ ਨਹੀਂ ਕੀਤਾ, ਕਹਿੰਦੇ ਇਹੋ ਜਿਹਾ ਮੇਰਾ ਜਰਨੈਲ, ਇਹੋ ਜਿਹਾ ਮਾਨ ਸਿੰਘ ਹੁਣ ਮੈਂ ਕਿੱਥੋਂ ਪਾਊਂਗਾ, ਸਾਨੂੰ ਕਿੱਥੋਂ ਲੱਭੇਗਾ ਮਾਨ ਸਿੰਘ। ਵਿਰਲੇ ਹੋਤ ਨਹੀਂ ਸਭ ਥਾਂ, ਇਹੋ ਜਿਹੇ ਵਿਰਲੇ ਹੁੰਦੇ ਆ ਨਾ, ਸਭ ਥਾਵਾਂ ਤੇ ਨਹੀਂ ਹੁੰਦੇ ਤੇ ਸਭ ਸਮਿਆਂ ਦੇ ਵਿੱਚ ਨਹੀਂ ਹੁੰਦੇ। ਇੱਕ ਤਾਂ ਹੁੰਦਾ ਹੈ ਨਾ ਵੀ ਥਾਵਾਂ ਤੇ ਨਾ ਹੋਣਾ ਤੇ ਪਰ ਸਮੇਂ 'ਚ ਕਈ ਹੋਣੇ। ਮਹਾਰਾਜ ਕਹਿੰਦੇ ਵੀ ਇੱਕ ਸਮੇਂ ਦੇ ਵਿੱਚ ਆ ਤੇ ਸਭ ਥਾਵਾਂ ਤੇ ਮਾਨ ਸਿੰਘ ਵਰਗੇ ਯੋਧੇ ਜਰਨੈਲ ਨਹੀਂ ਹੁੰਦੇ। ਸਰਬ ਪ੍ਰਸੰਗ ਸ਼ਾਹੋ ਜਗ ਸੁਨਿਓ, ਇਧਰ ਕਲਗੀਧਰ ਮਹਾਰਾਜ ਸਾਹਿਬ ਜੀ ਨੇ ਅਫਸੋਸ ਕੀਤਾ ਭਾਈ ਮਾਨ ਸਿੰਘ ਦੀ ਅਚਾਨਕ ਸ਼ਹੀਦੀ ਦਾ। ਉਧਰ ਬਹਾਦਰ ਸ਼ਾਹ ਨੂੰ ਜਾ ਕੇ ਕਿਸੇ ਨੇ ਦੱਸਿਆ ਵੀ ਬਹਾਦਰ ਸ਼ਾਹ ਗੱਲ ਹੋਈ ਹੈ ਵੀ ਸਿੰਘਾਂ ਨਾਲ ਘਾਹ ਵੱਢਦਿਆਂ ਦੇ ਨਾਲ ਜਾ ਕੇ ਤੇਰੀ ਫੌਜ ਦੇ ਕੁਝ ਸਿਪਾਹੀ ਜਿਹੜੇ ਉਹ ਲੜ ਪਏ ਆ ਤੇ ਉਹਦੇ ਵਿੱਚ ਮਹਾਰਾਜ ਦਾ ਇੱਕ ਮੁਖੀ ਸਿੰਘ ਵੀ ਸ਼ਹੀਦ ਹੋ ਗਿਆ ਏ। ਰਾਇਓ ਵੀ ਸੂਰਤ ਮਾਥੋਂ ਧਨਿਓ, ਜਿੱਥੇ ਬੈਠਾ ਸੀ ਕਹਿੰਦੇ ਬਹਾਦਰ ਸ਼ਾਹ ਨੇ ਵੀ ਬਹੁਤ ਉਸ ਵੇਲੇ ਦੁੱਖ ਮਨਾਇਆ ਤੇ ਆਪਣਾ ਸਿਰ ਹਿਲਾਇਆ, ਕਹਿੰਦਾ ਵੀ ਓਹੋ ਇਹ ਮੇਰੇ ਸਾਥੀਆਂ ਨੇ ਬਹੁਤ ਮਾੜਾ ਕਰਤਾ ਵੀ ਮਹਾਰਾਜ ਸਾਹਿਬ ਜੀ ਦਾ ਨਿਤ ਨਿਕਟ ਵਰਤੀ ਗੜਵਈ ਸਿੰਘ ਦੇ ਵਾਂਗ ਜਿਹੜਾ ਸਿੰਘ ਸੀ ਉਹਦੇ ਗੋਲੀ ਮਾਰ ਕੇ ਉਹਨੂੰ ਸ਼ਹੀਦ ਕਰ ਦਿੱਤਾ। ਬਹਾਦਰ ਸ਼ਾਹ ਨੇ ਬੜਾ ਅਫਸੋਸ ਕੀਤਾ, ਹੁਕਮ ਕਰਿਓ ਸਭ ਕੋ ਕਹਿ ਰਿਜ, ਬੜਾ ਗੁੱਸੇ ਵਿੱਚ ਆਇਆ ਤੇ ਉਸੇ ਵੇਲੇ ਆਪਣੀ ਫੌਜ ਨੂੰ ਹੁਕਮ ਕੀਤਾ ਵੀ ਜਿਹੜੇ ਵੀ ਬੰਦਿਆਂ ਨੇ ਇਹ ਕੰਮ ਕੀਤਾ ਹੈ ਨਾ, ਜਾਓ ਉਹਨਾਂ ਸਾਰਿਆਂ ਨੂੰ ਫੜ ਕੇ ਲੈ ਕੇ ਆਓ ਮੇਰੇ ਕੋਲ। ਖਤਾ ਬੰਦ ਗੁਰ ਕੋ ਅਬਦੀਜ, ਕਿਉਂਕਿ ਜਿਹੜੇ ਖਤਾਵੰਦ ਹੈ, ਜਿਨ੍ਹਾਂ ਗੁਨਾਹ ਕੀਤਾ ਹੈ, ਜਿਨ੍ਹਾਂ ਨੇ ਗੁਰੂ ਕਾ ਸਿੰਘ ਸ਼ਹੀਦ ਕੀਤਾ ਹੈ, ਫੜ ਕੇ ਲਿਆਓ, ਮੈਂ ਹੁਣੇ ਹੀ ਗੁਰਾਂ ਦੇ ਚਰਨਾਂ 'ਚ ਹਾਜ਼ਰ ਕਰਾਂਗਾ। ਜਿਮ ਚਾਹੈ ਤਿਮ ਪਲਟਾ ਰਹਿ, ਇਹ ਕਲਗੀਧਰ ਮਹਾਰਾਜ ਜੋ ਚਾਹਣ ਜਿਵੇਂ ਚਾਹਣ ਉਹ ਆਪਣੇ ਸਿੰਘ ਦੀ ਸ਼ਹੀਦੀ ਦਾ ਬਦਲਾ ਲੈ ਲੈਣ। ਅਸੀਂ ਬੰਦੇ ਫੜ ਕੇ ਮਹਾਰਾਜ ਦੇ ਪੇਸ਼ ਕਰ
ਕਰ ਦੇਣੇ ਹਨ। ਪ੍ਰਥਮ ਬੈਰ ਮੂਰਖ ਸਿਮਰਹਿ। ਬਹਾਦਰ ਸ਼ਾਹ ਕਹਿੰਦਾ ਵੀ ਵੇਖੋ ਵੀ ਇਹ ਕਿੱਡੇ ਮੂਰਖ ਹੈ ਵੀ ਪਹਿਲੀਆਂ ਆਨੰਦਪੁਰ ਦੀਆਂ ਲੜਾਈਆਂ ਉਹਨਾਂ ਜਿਨ੍ਹਾਂ ਦੇ ਜਿਹੜੇ ਬੰਦੇ ਮਾਰੇ ਗਏ ਉਹੀ ਵੈਰ ਚੇਤੇ ਕਰਕੇ ਤੇ ਹਾਲਾਂ ਵੀ ਸਿੰਘਾਂ ਨਾਲ ਖਹਿਬਾਜ਼ੀ ਕਰਦੇ ਹਨ। ਚੜੀ ਸੈਣ ਸਭ ਕੇ ਕਹਿ ਲਿਆਈ। ਜਦੋਂ ਬਹਾਦਰ ਸ਼ਾਹ ਦਾ ਹੁਕਮ ਹੋਇਆ ਤੇ ਫੌਜ ਚੜੀ ਫਿਰ ਬਾਦਸ਼ਾਹ ਦੀ ਤੇ ਜਿੰਨੇ ਕ ਲੜੇ ਸਨ ਸਿੰਘਾਂ ਦੇ ਨਾਲ ਉਹਨਾਂ ਸਾਰਿਆਂ ਨੂੰ ਫੜ ਕੇ ਲੈ ਆਏ। ਹਰੇ ਘਰੇ ਹਜ਼ਰਤ ਅਗਵਾਈ। ਉਹਨਾਂ ਸਾਰਿਆਂ ਦੀ ਪਰੇਡ ਕੀਤੀ ਲੈਣ ਲਾ ਕੇ ਤੇ ਸਾਰੇ ਹੀ ਬਹਾਦਰ ਸ਼ਾਹ ਦੇ ਅੱਗੇ ਖੜੇ ਕਰਤੇ ਵੀ ਬਾਦਸ਼ਾਹ ਜੀ ਆਹ ਬੰਦੇ ਆ ਜਿਨ੍ਹਾਂ ਨੇ ਜਾ ਕੇ ਸਿੰਘਾਂ ਤੇ ਹਮਲਾ ਕੀਤਾ ਤੇ ਸਿੰਘ ਮਾਰਿਆ। ਸਭ ਇਹਨਾਂ ਕੋ ਲੈ ਕੇ ਸਾਥ। ਜਦੋਂ ਸਾਰੇ ਬਾਦਸ਼ਾਹ ਦੇ ਅੱਗੇ ਪੇਸ਼ ਹੋਏ ਤੇ ਬਹਾਦਰ ਸ਼ਾਹ ਫਿਰ ਆਪ ਉੱਠਿਆ ਕਹਿੰਦਾ ਵੀ ਇਹਨਾਂ ਨੂੰ ਫੜ ਲਓ ਤੇ ਮੇਰੇ ਮਗਰ ਲੈ ਕੇ ਆਵੋ। ਆਇਓ ਜੈ ਬੈਠੇ ਜਗਨਾਥ। ਬਹਾਦਰ ਸ਼ਾਹ ਉਹਨਾਂ ਸਿਪਾਹੀਆਂ ਨੂੰ ਫੜਾ ਕੇ ਆਪਣੇ ਨਾਲ ਦੀ ਫੌਜ ਦੇ ਕੋਲ ਤੇ ਜਿੱਥੇ ਜਗਤ ਦੇ ਨਾਥ ਗੁਰੂ ਕਲਗੀਧਰ ਜੀ ਬਿਰਾਜਮਾਨ ਨੇ ਉੱਥੇ ਹਾਜ਼ਰ ਹੋਇਆ। ਨਮੋ ਕਰਤ ਥਿਰ ਹੋਇਓ ਪਾਸ। ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕੀਤੀ ਤੇ ਨਮਸਕਾਰ ਕਰਦਿਆਂ ਸਾਹਿਬਾਂ ਦੇ ਕੋਲ ਬੈਠ ਗਿਆ। ਸਕਲ ਵਾਰਤਾ ਕਰੀ ਪ੍ਰਕਾਸ਼। ਸਾਰੀ ਗੱਲਬਾਤ ਪ੍ਰਕਾਸ਼ ਕੀਤੀ। ਅਫਸੋਸ ਕੀਤਾ ਵੀ ਮਹਾਰਾਜ ਬੜਾ ਮਾੜਾ ਹੋਇਆ ਹੈ ਵੀ ਪਤਾ ਲੱਗਾ ਵੀ ਭਾਈ ਮਾਨ ਸਿੰਘ ਜਿਹੜਾ ਤੁਹਾਡੇ ਨਾਲ, ਕਿਉਂਕਿ ਜਦੋਂ ਮਹਾਰਾਜ ਜੀ ਇਹ ਆਗਰੇ ਦੇ ਕਿਲੇ ਵਿੱਚ ਵੀ ਜਾਂਦੇ ਰਹੇ ਤੇ ਭਾਈ ਮਾਨ ਸਿੰਘ ਇਹ ਨਾਲ ਹੀ ਸਤਿਗੁਰਾਂ ਦੇ ਜਾਂਦਾ ਸੀ, ਇਹਨੂੰ ਸਤਿਗੁਰੂ ਨਾਲ ਰੱਖਦੇ ਸਨ, ਬੜਾ ਸੂਰਮਾ ਸੀ ਇਹ। ਤੇ ਬਹਾਦਰ ਸ਼ਾਹ ਨੇ ਅਫਸੋਸ ਕੀਤਾ ਵੀ ਮਹਾਰਾਜ ਜੀ ਜਿਹੜਾ ਤੁਹਾਡਾ ਸੂਰਮਾ ਮਾਨ ਸਿੰਘ ਹੈ ਉਹਦੇ ਵੱਲੋਂ ਤਾਂ ਬੜੀ ਮਾੜੀ ਹੋਈ ਆ। ਮਹਾਰਾਜ ਆਹ ਵੇਖੋ ਆ ਜਿਹੜੇ ਅਸੀਂ ਬੰਨ ਕੇ ਲਿਆਂਦੇ ਆ ਨਾ ਜਿਨ੍ਹਾਂ ਦੀਆਂ ਮੁਸ਼ਕਾਂ ਬੰਨੀਆਂ ਨੇ ਇਹ ਤੁਹਾਡੇ ਮਹਾਰਾਜ ਗੁਨਾਹਗਾਰ ਹੈ। ਇਹੀ ਪਾਪੀ ਨੇ ਜਿਨ੍ਹਾਂ ਨੇ ਮਹਾਰਾਜ ਜੀ ਉਹ ਤੁਹਾਡੇ ਸਿੰਘਾਂ ਤੇ ਹਮਲਾ ਕੀਤਾ। ਤੇ ਬਹਾਦਰ ਸ਼ਾਹ ਕਹਿੰਦਾ ਇਹਨਾਂ ਦੇ ਵਿੱਚੋਂ ਹੀ ਇੱਕ ਨੇ ਗੋਲੀ ਚਲਾ ਕੇ ਤੁਹਾਡੇ ਸਿੰਘ ਨੂੰ ਸ਼ਹੀਦ ਕੀਤਾ। ਹੁਕਮ ਕਰੋ ਜਿਮ ਤਿਮ ਦਿਓ ਮਾਰੇ। ਬਹਾਦਰ ਸ਼ਾਹ ਹੱਥ ਜੋੜ ਕੇ ਕਹਿੰਦਾ ਮਹਾਰਾਜ ਹੁਕਮ ਕਰੋ, ਹੁਣ ਅਪਰਾਧੀ ਤੁਹਾਡੇ ਸਾਹਮਣੇ ਹੈ, ਜਿਵੇਂ ਤੁਸੀਂ ਕਹੋ ਤੁਹਾਡੇ ਸਾਹਮਣੇ ਮੈਂ ਇਹਨਾਂ ਨੂੰ ਉਸੇ ਤਰ੍ਹਾਂ ਮਾਰ ਦਿੰਨਾ ਏ। ਜੈਸਾ ਮੈਂ ਸਭ ਡੁਬਾਏ। ਆ ਵੇਖੋ ਨਰਮਦਾ ਨਦੀ ਦਾ ਕਿੰਨਾ ਪਾਣੀ ਡੂੰਘਾ ਏ ਤੇ ਜੇ ਕਹੋ ਤਾਂ ਪੱਥਰਾਂ ਦੇ ਨਾਲ ਬੰਨ ਕੇ ਤੇ ਸਾਰਿਆਂ ਨੂੰ ਨਦੀ ਦੇ ਵਿੱਚ ਡੋਬ ਦੇਵਾਂ। ਤੋਪਣ ਕੇ ਉਡਵਾਏ। ਜੇ ਮਹਾਰਾਜ ਤੁਹਾਡਾ ਹੁਕਮ ਹੋਵੇ ਤੇ ਮੇਰੇ ਕੋ ਤੋਪਾਂ ਬਹੁਤ ਹੈ ਤੇ ਉਹਨਾਂ ਦੇ ਅੱਗੇ ਖੜੇ ਕਰਕੇ ਗੋਲੇ ਚਲਾ ਕੇ ਸਾਰਿਆਂ ਨੂੰ ਤੋਪਾਂ ਦੇ ਨਾਲ ਉਡਾ ਕੇ ਮਾਰ ਦਿਆ। ਪ੍ਰਤਾਪ ਨਾ ਜਾਣਾ। ਬਾਦਸ਼ਾਹ ਕਹਿੰਦਾ ਮਹਾਰਾਜ ਇਹਨਾਂ ਮੂਰਖਾਂ ਨੇ ਤੁਹਾਡਾ ਪ੍ਰਤਾਪ ਹੀ ਨਹੀਂ ਜਾਣਿਆ, ਇਹਨਾਂ ਬੇਸਮਝਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਕੀ ਕਰ ਰਹੇ ਹਾਂ। ਨਹੀਂ ਮੋਹੇ ਤੁਮ ਸਲਤਨ ਦਾਨਾ। ਮਹਾਰਾਜ ਇਹਨਾਂ ਮੂਰਖਾਂ ਨੂੰ ਇਹ ਪਤਾ ਨਹੀਂ ਹੈ ਵੀ ਮੈਨੂੰ ਹਿੰਦੁਸਤਾਨ ਦੀ ਪਾਤਸ਼ਾਹਤ ਇਹ ਕਲਗੀਧਰ ਮਹਾਰਾਜ ਤੁਸੀਂ ਤੇ ਬਖਸ਼ੀ ਆ, ਰਾਜ ਤਾਂ ਤੁਹਾਡਾ ਹੀ ਦਿੱਤਾ ਏ। ਨਾਨਕ ਬਾਜੀ ਆਦ ਸਮਾਜ। ਆ ਜਿੰਨੇ ਵੀ ਮੇਰੇ ਕੋਲ ਮਹਾਰਾਜ ਜੀ ਹਾਥੀ ਘੋੜੇ ਦੇ ਜਿੰਨਾ ਵੀ ਸਾਜੋ ਸਮਾਨ ਹੈ ਇਹ ਸਾਰਾ ਕੁਝ ਤੁਹਾਡੇ ਪਾਤਸ਼ਾਹ ਜੀ ਹੁਕਮ ਦੇ ਨਾਲ ਹੀ ਮੈਨੂੰ ਪ੍ਰਾਪਤ ਹੋਇਆ ਏ। ਮੌਕੋ ਦਿਓ ਗਰੀਬ ਨਿਵਾਜ। ਇਹ ਗਰੀਬਾਂ ਨੂੰ ਨਵਾਜਣ ਵਾਲੇ ਕਲਗੀਧਰ ਮਹਾਰਾਜ ਮੈਨੂੰ ਸਾਰਾ ਕੁਝ ਤੁਸੀਂ ਦਿੱਤਾ। ਬਹਾਦਰ ਸ਼ਾਹ ਕਹਿੰਦਾ ਇਹਨਾਂ ਮੂਰਖਾਂ ਨੇ ਮਹਾਰਾਜ ਜਾਣਿਆ ਨਹੀਂ ਵੀ ਮੇਰਾ ਤੇ ਰਾਜ ਭਾਗ ਹੀ ਤੁਹਾਡਾ ਦਿੱਤਾ ਏ। ਤੇ ਇਹ ਜਾ ਕੇ ਕਹਿੰਦੇ ਵੀ ਸਾਡਾ ਰਾਜ ਆ ਵੀ ਤੁਹਾਨੂੰ ਘਾਹ ਨਹੀਂ ਵੱਢਣ ਦੇਣਾ ਤੇ ਉਲਟਾ ਇਹਨਾਂ ਨੇ ਤੁਹਾਡਾ ਸਿੰਘ ਇੱਕ ਸ਼ਹੀਦ ਕਰ ਦਿੱਤਾ। ਸਿੰਘ ਤਾਂ ਹੋਰ ਵੀ 4-5 ਸ਼ਹੀਦ ਹੋਏ ਪਰ ਸਭ ਤੋਂ ਵੱਡੀ ਗੱਲ ਤਾਂ ਹੋਈ ਨਾ ਵੀ ਭਾਈ ਮਾਨ ਸਿੰਘ ਦੀ ਸ਼ਹੀਦੀ ਦਾ ਬਹੁਤਾ ਸੋਗ ਹੋਇਆ, ਜਿਸ ਕਰਕੇ ਬਹਾਦਰ ਸ਼ਾਹ ਵੀ ਆਪ ਚੱਲ ਕੇ ਮਹਾਰਾਜ ਕੋ ਲੈ ਕੇ ਬੰਦੇ ਆਇਆ। ਸੁਨ ਪ੍ਰਭ ਕਹਿਓ ਕਹਿਰ ਜਿਨ ਧਰਿਓ। ਮਹਾਰਾਜ ਸੁਣ ਕੇ ਕਹਿਣ ਲੱਗੇ ਬਹਾਦਰ ਸ਼ਾਹ ਕੀ ਦਸੀਏ ਵੀ ਇਹਨਾਂ ਨੇ ਤੇ ਕਹਿਰ ਢਾ ਦਿੱਤਾ ਏ। ਸਾਡੀ ਤੇ ਸੱਜੀ ਬਾਹ ਸੀ ਮਾਨ ਸਿੰਘ, ਸਾਡਾ ਦੇ ਦਿਲ ਦਾ ਸਾਡਾ ਦੇ ਜਿਗਰੇ ਦਾ ਟੋਟਾ ਪਿਆਰਾ ਸਿੱਖ ਸੀ। ਇਹ ਤਾਂ ਹਟਾਵਤ ਪਟਕੋ ਕਰਿਓ। ਵੀ ਉਹਨੇ ਕਿਹੜਾ ਜਾ ਕੇ ਇਹਨਾਂ ਨੇ ਕੋਈ ਲੜਾਈ ਕੀਤੀ ਐ, ਸਗੋਂ ਲੜਦਿਆਂ ਨੂੰ ਹਟਾਉਣ ਵਾਸਤੇ ਅਸੀਂ ਭੇਜਿਆ ਸੀ ਵੀ ਜਾਓ ਜਾ ਕੇ ਸਾਡੇ ਸਿੰਘਾਂ ਨੂੰ ਵੀ ਤੇ ਉਹ ਉਧਰ ਸਿਪਾਹੀਆਂ ਨੂੰ ਬਹਾਦਰ ਸ਼ਾਹ ਦਿਆਂ ਨੂੰ ਵੀ ਰੋਕੋ ਵੀ ਆਪਸ ਵਿੱਚ ਜਾਵੇਂ ਬਿਨਾ ਮਤਲਬ ਤੋਂ ਨਾ ਲੜੋ। ਦੋ ਦਿਸ਼ ਤੇ ਸਮਝਾਏ ਬਟਾਏ। ਵੇਖੋ ਬਾਦਸ਼ਾਹ ਬਹਾਦਰ ਸ਼ਾਹ ਭਾਈ ਮਾਨ ਸਿੰਘ ਨੇ ਜਾ ਕੇ ਦੱਸਦੇ ਆ ਵੀ ਦੋਵਾਂ ਪਾਸਿਆਂ ਤੋਂ ਸਮਝਾ ਕੇ ਤੇ ਲੜਨੋਂ ਹਟਾ ਦਿੱਤੇ ਸਨ। ਭਾਈਓ ਸ਼ੰਕ ਬਿਨ ਏਤ ਯੁੱਧ ਜਾਏ। ਤੇ ਇਹੀ ਕਾਰਨ ਹੈ ਨਾ ਵੀ ਭਾਈ ਮਾਨ ਸਿੰਘ ਬਿਨਾਂ ਸ਼ੰਕੇ ਤੋਂ ਵੀ ਜਦੋਂ ਲੜਨ ਤੋਂ ਦੋਵੇਂ ਹਟ ਗਏ ਆ ਤੇ ਕਦੀ ਇਧਰ ਸਿੰਘਾਂ ਲਾਉਂਦਾ ਸੀ ਕਦੀ ਇਹਨਾਂ ਵੱਲ ਜਾਂਦਾ ਸੀ ਤੇਰੀ ਫੌਜ ਵੱਲ। ਸੁਤ ਬਿਨ ਇੱਕ ਮੂਰਖ ਤੱਕ
ਗੋਰੀ। ਪਰ ਉਸ ਵੇਲੇ ਬਿਨਾਂ ਕਹਿੰਦੇ ਵੀ ਸੁਧ ਬੁੱਧ ਦੇ ਅਚਨਚੇਤ ਦੀ ਭਾਈ ਮਾਨ ਸਿੰਘ ਜਾ ਰਿਹਾ ਸੀ ਤੇ ਇਹਨਾਂ ਦੇ ਵਿੱਚੋਂ ਇੱਕ ਮੂਰਖ ਨੇ ਗੋਲੀ ਚਲਾ ਕੇ ਮਤੀ ਨੇਰ ਹੋਏ ਛਾਤੀ ਫੋਰੀ। ਨੇੜੇ ਆ ਕੇ ਅਚਾਨਕ ਹੀ ਸਾਡੇ ਸਿੰਘ ਮਾਨ ਸਿੰਘ ਤੇ ਹਮਲਾ ਕਰ ਦਿੱਤਾ, ਛਾਤੀ ਦੇ ਵਿੱਚ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ। ਐਸੋ ਕਰਮ ਕਮਤ ਧਰ ਕਰਿਓ। ਕਹਿੰਦੇ ਵੀ ਇਹਨਾਂ ਖੋਟੀ ਮਤ ਵਾਲਿਆਂ ਨੇ ਐਸਾ ਮਾੜਾ ਕਰਮ ਕੀਤਾ ਹੈ। ਵੀਰ ਅਮੋਲਕ ਪ੍ਰਾਨਨ ਹਰਿਓ। ਸਾਡਾ ਤੇ ਬੜਾ ਅਮੋਲਕ ਸੂਰਮਾ ਸੀ, ਉਹਦੇ ਕਿਸੇ ਮੁੱਲ ਦੇ ਬਰਾਬਰ ਵੀ ਨਹੀਂ ਉਹੋ ਜਿਹਾ ਸੂਰਮਾ ਲੱਭਦਾ। ਸਾਡਾ ਅਮੋਲਕ ਸੂਰਮਾ ਇਹਨਾਂ ਨੇ ਸ਼ਹੀਦ ਕਰ ਦਿੱਤਾ ਏ। ਮਹਾਰਾਜ ਕਹਿੰਦੇ ਉਹਦੇ ਸਮਝੌਤਾ ਕਰਾਉਣ ਗਿਆ ਸੀ ਬਹਾਦਰ ਸ਼ਾਹ, ਜੇ ਕਿਤੇ ਲੜਨ ਗਿਆ ਹੁੰਦਾ ਤੇ ਉਹ ਤੇਰੇ ਸਾਰਿਆਂ ਵਾਸਤੇ ਇਕੱਲੇ ਬੜਾ ਸੀ। ਕਿਤੇ ਲਲਕਾਰਾ ਤੇ ਮਾਰਦੇ ਸਾਡੇ ਮਾਨ ਸਿੰਘ ਨੂੰ ਵੀ ਅਸੀਂ ਤੇਰੇ ਨਾਲ ਲੜਨਾ ਏ, ਤੇ ਉਹਦਾ ਹਜ਼ਾਰਾਂ ਵੈਰੀਆਂ ਦੇ ਨਾਲ ਇਕੱਲਾ ਹੀ ਲੜਨ ਦੀ ਤਾਕਤ ਰੱਖਦਾ ਸੀ ਮਾਨ ਸਿੰਘ। ਮਤਵੰਤ ਬਹੁ ਧੀਰਜਵੰਤ। ਬੜਾ ਸਿਆਣਾ ਤੇ ਬੜੀ ਧੀਰਜ ਵਾਲਾ ਸੀ। ਸਾਹਮਣੇ ਹਜ਼ਾਰਾਂ ਦੁਸ਼ਮਣਾਂ ਨੂੰ ਵੇਖ ਕੇ ਵੀ ਉਹਦੇ ਪੈਰ ਪਿਛਾਂਹ ਨਹੀਂ ਸਨ ਹੁੰਦੇ। ਤੇ ਮਹਾਰਾਜ ਜੀ ਕਹਿੰਦੇ ਵੀ ਉਹਦੇ ਛਡਾਉਣ ਗਿਆ ਤੇ ਲੜਾਈ ਮਿਟਾਉਣ ਗਿਆ, ਅਚਾਨਕ ਹਮਲਾ ਕਰ ਦਿੱਤਾ। ਬਹਾਦਰ ਸ਼ਾਹ ਕਿਤੇ ਸਾਡੇ ਮਾਨ ਸਿੰਘ ਨੂੰ ਪਤਾ ਹੁੰਦਾ ਵੀ ਇਹਨਾਂ ਨੇ ਵਸਾ ਕੇ ਧੋਖੇ ਦੇ ਨਾਲ ਮੇਰੇ ਤੇ ਗੋਲੀ ਚਲਾਉਣੀ ਹੈ, ਤਾਂ ਉਹ ਸੂਰਮਾ ਹਾਥੀ ਨਹੀਂ ਸੀ ਆਉਣਾ ਤੇ ਤੇਰੇ ਕਈ ਸਿਪਾਹੀ ਉਹਨੇ ਇਕੱਲੇ ਨਹੀਂ ਮਾਰ ਸੁੱਟਣੇ ਸਨ। ਇਹਨਾਂ ਮੰਦੀ ਮਤ ਵਾਲਿਆਂ ਨੇ ਵੇਖਿਆ ਹੀ ਨਹੀਂ ਵੀ ਉਦੋਂ ਜੰਗ ਦੇ ਵਿੱਚ ਸਾਡੇ ਵੀ ਸ਼ਹੀਦ ਹੋਏ ਤੇ ਇਹਨਾਂ ਦੇ ਵੀ ਮਰੇ, ਵੀ ਉਹੀ ਵੈਰ ਦਿਲ ਦੇ ਵਿੱਚ ਰੱਖਿਆ। ਪਰ ਇਹਨਾਂ ਇਹ ਨਹੀਂ ਜਾਣਿਆ ਵੀ ਇਹਨਾਂ ਸਾਡਾ ਮਾਨ ਸਿੰਘ ਨਹੀਂ ਸ਼ਹੀਦ ਕੀਤਾ, ਇਹਨਾਂ ਨੇ ਆਪਣੀਆਂ ਜੜ੍ਹਾਂ ਵੱਢ ਲੀਆਂ ਨੇ। ਇਹਨਾਂ ਦਾ ਸਤਿਆਨਾਸ਼ ਹੋਵੇ, ਇਹਨਾਂ ਦੀ ਕੁੱਲ ਗਰਕ ਹੋਵੇਗੀ ਜਿਹੜਾ ਸਾਡੇ ਸਿੰਘ ਨੂੰ ਸ਼ਹੀਦ ਕੀਤਾ। ਇਤਿਹਾਸਕ ਮਹਾਰਾਜ ਨੇ ਬਚਨ ਕੀਤੇ ਤੇ ਫਿਰ ਕਰਦਿਆਂ ਸਤਿਗੁਰੂ ਕਿਰਪਾ ਦੇ ਘਰ ਦੇ ਵਿੱਚ ਆ ਗਏ। ਮਹਾਰਾਜ ਨੇ ਹੁਕਮ ਦਿੱਤਾ, ਨਹੀਂ ਬਹਾਦਰ ਸ਼ਾਹ, ਨਾ ਅਸੀਂ ਇਹ ਕਹਿੰਦੇ ਆ ਤੈਨੂੰ ਵੀ ਪਾਣੀ ਨਾ ਡੋਬ, ਨਾ ਕਹਿੰਦੇ ਆ ਵੀ ਤੋਪਾਂ ਨਾ ਜਾਂ ਕਿਸੇ ਤਰ੍ਹਾਂ ਇਹਨਾਂ ਨੂੰ ਮਾਰ। ਇਹਨਾਂ ਨੂੰ ਕੀ ਮਾਰਨਾ ਹੈ? ਕਹਿੰਦੇ ਵੀ ਇਹਦੇ ਮਰੇ ਹੁਣ ਇਹ ਛੱਡ ਦੇ ਜਿਹੜੇ ਬੰਨ ਕੇ ਲਿਆਂਦੇ ਹਨ। ਪਾਤਸ਼ਾਹ ਕਹਿੰਦੇ ਅਸੀਂ ਇਹਨਾਂ ਨੂੰ ਮਾਰ ਵੀ ਦਈਏ, ਪਰ ਸਾਡਾ ਮਾਨ ਸਿੰਘ ਦੀ ਨਾ ਹੱਥ ਹੋਣ ਲੱਗਾ। ਜਿੰਨੇ ਵੀ ਇਤਿਹਾਸ ਇਦਾਂ ਲਿਖਿਆ ਵੀ ਬਹਾਦਰ ਸ਼ਾਹ ਨੇ ਕਿਹਾ ਮਹਾਰਾਜ ਹੁਕਮ ਕਰੋ ਇਹਨਾਂ ਨੂੰ ਮਾਰ ਦਿਆਂ ਸਾਰਿਆਂ ਨੂੰ, ਤੇ ਮਹਾਰਾਜ ਕਹਿੰਦੇ ਇਹਨਾਂ ਨੂੰ ਮਾਰ ਦੇਗਾ ਤੇ ਸਾਡਾ ਮਾਨ ਸਿੰਘ ਲੱਭ ਜੂਗਾ। ਹੁਣ ਸਾਡਾ ਮਾਨ ਸਿੰਘ ਹੀਰਾ ਸਿੰਘ ਸੀ, ਅਮੋਲਕ ਸਿੰਘ ਸੀ ਸਾਡਾ, ਉਹ ਫਰਲੇ ਵਾਲਾ ਨਿਹੰਗ ਸਿੰਘ ਹੁਣ ਸਾਡੇ ਹੱਥ ਨਹੀਂ ਆਉਣਾ। ਤੇ ਰਹੀ ਗੱਲ ਇਹਨਾਂ ਦੁਸ਼ਟਾਂ ਦੀ, ਇਹਨਾਂ ਨੇ ਮਾੜਾ ਕੀਤਾ ਇਹ ਤੇ ਆਪਣਾ ਕੀਤਾ ਆਪ ਹੀ ਪਾਉਣਗੇ, ਕਿਉਂਕਿ ਜੋ ਬੀਜਿਆ ਉਹ ਇਹਨਾਂ ਨੂੰ ਵੱਢਣਾ ਪਵੇਗਾ। ਮਹਾਰਾਜ ਕਹਿੰਦੇ ਇਹਨਾਂ ਨੂੰ ਸਜ਼ਾ ਕੋਈ ਨਹੀਂ, ਆਪੇ ਮਿਲ ਜੇਗੀ, ਸਾਡਾ ਖਾਲਸਾ ਇਹਨਾਂ ਨੂੰ ਸਜ਼ਾ ਦੇਵੇਗਾ। ਤੇ ਜਿਹੜੇ ਫੜੇ ਸੀ ਉਹ ਬੜੇ ਡਰ ਰਹੇ ਸੀ ਵੀ ਪਤਾ ਨਹੀਂ ਮਹਾਰਾਜ ਕੀ ਹੁਕਮ ਕਰਕੇ ਕਹਿਣ ਵੀ ਬਾਦਸ਼ਾਹ ਇਹਨਾਂ ਨੂੰ ਏਦਾਂ ਮਾਰ ਦੇ, ਪਰ ਸਤਿਗੁਰਾਂ ਨੇ ਉਹ ਨਹੀਂ ਲਏ। ਮਹਾਰਾਜ ਚਾਹੁੰਦੇ ਆ ਵੀ ਏਦਾਂ ਫੜ ਕੇ ਅਸੀਂ ਕਿਉਂ ਮਰਵਾਈਏ, ਵੀ ਬਾਦਸ਼ਾਹ ਦੇ ਆਖੂਗਾ ਵੀ ਮੈਂ ਜਿਹੜੇ ਹਨ ਮਹਾਰਾਜ ਦੇ ਕਹਿਣ ਤੇ ਮਾਰੇ ਆ। ਸਤਿਗੁਰੂ ਸਾਹਿਬ ਜਾਣਦੇ ਸੀ ਵੀ ਕੋਈ ਨਹੀਂ, ਇਹਨਾਂ ਨੂੰ ਜਾਂ ਇਹਨਾਂ ਦੇ ਅੱਗੇ ਜਿਹੜੀ ਕੋਲ ਹੈ ਉਹ ਤੋਂ ਬਦਲਾ ਸਾਡਾ ਖਾਲਸਾ ਆਪੇ ਹੀ ਲੈ ਲੇਗਾ ਮਾਨ ਸਿੰਘ ਦਾ। ਤੇ ਮਹਾਰਾਜ ਕਹਿੰਦੇ ਇਹਨਾਂ ਨੂੰ ਛੱਡ ਦਿਓ। ਤੇ ਸਤਿਗੁਰਾਂ ਦੇ ਬਚਨ ਕਹਿਣ ਤੋਂ ਪਹਿਲਾਂ ਜਿਹੜੇ ਫੜ ਕੇ ਲਿਆਂਦੇ ਸੀ ਬਹਾਦਰ ਸ਼ਾਹ ਦੀ ਫੌਜ ਨੇ, ਆਪਣੀ ਫੌਜ ਦੇ ਸਿਪਾਹੀ, ਉਹ ਬੜੇ ਡਰੇ ਹੋਏ ਖਲੋਤੇ ਹਨ। ਉਹਨਾਂ ਨੂੰ ਏਦਾਂ ਲੱਗ ਰਿਹਾ ਸੀ ਵੀ ਅੱਜ ਸਾਡੀ ਖੈਰ ਨਹੀਂ, ਅੱਜ ਸਾਡੀ ਨਿਸ਼ਚੈ ਹੀ ਮੌਤ ਹੋਵੇਗੀ, ਕਿਉਂਕਿ ਗੁਰੂ ਸਾਹਿਬ ਕੋ ਲੈ ਚਲਿਆ ਸਾਡਾ ਬਾਦਸ਼ਾਹ, ਸਾਡਾ ਮਾਲਕ ਗੁਰੂ ਦੇ ਪੇਸ਼ ਕਰਾਉਣ ਲੱਗਾ ਹੈ ਤੇ ਗੁਰੂ ਸਾਹਿਬ ਨੇ ਸਾਨੂੰ ਜਿਉਂਦਿਆਂ ਨਹੀਂ ਛੱਡਣਾ। ਪਰ ਜਦੋਂ ਗੁਰਾਂ ਦੀ ਬਾਣੀ ਇਹਨਾਂ ਸੁਣੀ ਕਿ ਅੰਮ੍ਰਿਤ ਵਰਗੇ ਬੋਲ, ਮਹਾਰਾਜ ਕਹਿੰਦੇ ਛੱਡ ਦੋ ਵੀ ਇਹਨਾਂ ਨੂੰ ਮਾਰਿਆ ਕਿਹੜਾ ਸਾਡਾ ਮਾਨ ਸਿੰਘ ਆ ਚੱਲਿਆ ਏ। ਉਸੇ ਵੇਲੇ ਇਹਨਾਂ ਨੂੰ ਏਦਾਂ ਲੱਗਾ ਵੀ ਜਿਵੇਂ ਕਿਸੇ ਦੇ ਪ੍ਰਾਣ ਨਿਕਲ ਰਹੇ ਹੋਣ ਤੇ ਉਹਨੂੰ ਅੰਮ੍ਰਿਤ ਮਿਲ ਜੇ ਤੇ ਉਹ ਫੇਰ ਪ੍ਰਾਣ ਉਹਦੇ ਪ੍ਰਾਪਤ ਹੋ ਜਾਂਦੇ ਹਨ। ਏਦਾਂ ਇਹਨਾਂ ਨੇ ਜਾਣ ਲਿਆ ਵੀ ਮਹਾਰਾਜ ਨੇ ਸਾਨੂੰ ਪ੍ਰਾਣ ਦਾਨ ਦੇ ਦਿੱਤੇ ਨੇ। ਸਾਰੇ ਹੀ ਕਹਿਣ ਲੱਗੇ, ਕਵੀ ਜੀ ਕਹਿੰਦੇ ਧੰਨ ਹੋ ਗੁਰੂ ਕਲਗੀਧਰ ਮਹਾਰਾਜ ਤੁਸੀਂ, ਤੇ ਧੰਨ ਹਨ ਤੁਹਾਡੀਆਂ ਵਡਿਆਈਆਂ। ਵੈਰੀਆਂ ਨੂੰ ਵੀ ਜੇ ਕੋਈ ਮਾਫ ਕਰਨ ਵਾਲਾ ਏ ਤਾਂ ਉਹ ਕੇਵਲ ਪਾਤਸ਼ਾਹ ਤੂੰ ਹੀ ਹੋ ਸਕਦਾ ਏ। ਇਹੋ ਜਿਹੇ ਅਪਰਾਧੀ, ਇਹੋ ਜਿਹੇ ਦੁਸ਼ਟ, ਇਹੋ ਜਿਹੇ ਗੁਨਾਹਗਾਰ ਉਹਨਾਂ ਨੂੰ ਵੀ ਤੁਸੀਂ ਕਹਿ ਕੇ ਛੁਡਾ ਦਿੱਤਾ ਏ।
ਖਾਤਰ ਬੇਨਤੀ ਕਰ ਫੇਰ ਵੀ ਬਹਾਦਰ ਸ਼ਾਹ ਮਹਾਰਾਜ ਦੇ ਕੋਲ ਬੈਠਾ ਰਿਹਾ ਤੇ ਹੱਥ ਜੋੜ ਜੋੜ ਬੇਨਤੀਆਂ ਹੀ ਕਰੀ ਜਾਂਦਾ, ਮਹਾਰਾਜ ਬੜਾ ਮਾੜਾ ਕੀਤਾ ਇਹਨਾਂ ਨੇ, ਬਹੁਤ ਗੁਨਾਹ ਹੋਇਆ ਮਹਾਰਾਜ, ਬਹੁਤ ਗਲਤ ਗੱਲ ਹੋ ਗਈ। ਅਟਕ ਦੀਨਤਾ ਨਿਜ ਮੈਂ ਧਾਰ ਬੜੀ ਦੀਨਤਾ ਧਾਰ ਕੇ ਝੁਕ ਝੁਕ ਕੇ ਮਹਾਰਾਜ ਸਾਹਿਬ ਜੀ ਦੇ ਅੱਗੇ ਨਿਉ ਨਿਉ ਕੇ ਬਹਾਦਰ ਸ਼ਾਹ ਬਾਦਸ਼ਾਹ ਬੇਨਤੀਆਂ ਕਰਦਾ ਏ। ਸਤਿਗੁਰ ਕਉ ਰਜਾਏ ਬਹੁ ਲੀਨੋ ਬਹੁਤੀਆਂ ਬੇਨਤੀਆਂ ਕਰਕੇ ਤੇ ਸਤਿਗੁਰਾਂ ਨੂੰ ਆਪਣੇ ਤੇ ਖੁਸ਼ ਕਰ ਲਿਆ। ਇਹਨੂੰ ਡਰ ਇਹ ਸੀ ਵੀ ਕਿਤੇ ਮਹਾਰਾਜ ਮੇਰੇ ਤੇ ਨਾਰਾਜ਼ ਹੋ ਕੇ ਮੇਰੇ ਪ੍ਰਤੀ ਨਾ ਕੁਝ ਐਸਾ ਬਚਨ ਕਰ ਦੇਣ ਵੀ ਗੁਰਾਂ ਦਾ ਕੀ ਹੈ, ਬਚਨ ਮੂੰਹੋਂ ਨਿਕਲਦੀ ਦੇਰ ਹੈ ਤੇ ਸਤਿਗੁਰਾਂ ਦੇ ਬਚਨ ਕਿਹੜੇ ਰੁਕਣੇ ਨੇ ਕਿਸੇ ਕੋ, ਵੀ ਜੇ ਕੋਈ ਸ਼ਸਤਰ ਚਲਾਊਗਾ ਉਹਦੇ ਢਾਲ ਨਾਲ ਰੋਕ ਲਾਂਗੇ, ਜੇ ਕੋਈ ਫੌਜ ਚੜ ਕੇ ਆਊਗੀ ਤੇ ਮੇਰੀ ਫੌਜ ਰੋਕ ਲੂ। ਕਲਗੀਧਰ ਨੇ ਜੇ ਬਚਨ ਕਰਤਾ ਕੋਈ ਮੇਰੇ ਬਾਰੇ ਤੇ ਫੇਰ ਕਿੱਦਾਂ ਰੁਕੂਗਾ, ਉਹਦੇ ਵਾਸਤੇ ਨਹੀਂ ਸਮਰੱਥਾ। ਇਹ ਡਰਦਾ ਹੋਇਆ ਬਹਾਦਰ ਸ਼ਾਹ ਮਹਾਰਾਜ ਦੇ ਅੱਗੇ ਅਰਦਾਸਾਂ ਕਰ ਕਰਕੇ ਕਲਗੀਧਰ ਜੀ ਨੂੰ ਆਪਣੇ ਤੇ ਪ੍ਰਸੰਨ ਕਰ ਲਿਆ। ਕਰ ਬੰਧਨ ਪਗ ਉਠ ਬੋਧਿ ਕੀਨੋ ਫਿਰ ਮਹਾਰਾਜ ਨੂੰ ਵੇਖਿਆ ਨਾ ਜਦੋਂ ਵੀ ਮਹਾਰਾਜ ਕਹਿੰਦੇ ਕੋਈ ਨਹੀਂ ਬਹਾਦਰ ਸ਼ਾਹ ਜਾਓ ਆਪਣੇ ਡੇਰੇ ਜਾਓ, ਕੋਈ ਗੱਲ ਨਹੀਂ, ਜੋ ਹੋਇਆ ਪਰਮੇਸ਼ਰ ਆਪੇ ਹੀ ਇਹਨਾਂ ਨੂੰ ਕੀਤੀ ਦਾ ਫਲ ਦੇਗਾ। ਇਹ ਫਿਰ ਹੌਸਲਾ ਜਾ ਕਰਕੇ ਮੱਥਾ ਟੇਕ ਕੇ ਤੇ ਆਪਣੇ ਡੇਰੇ ਚਲਾ ਗਿਆ ਬਹਾਦਰ ਸ਼ਾਹ। ਨਿਜ ਡੇਰੇ ਮੈਂ ਪਹੁੰਚਿਓ ਜਾਈ ਆਪਣੇ ਡੇਰੇ ਦੇ ਵਿੱਚ ਜਾ ਕੇ ਪਹੁੰਚ ਗਿਆ। ਗਿਆਨੀ ਗਿਆਨ ਸਿੰਘ ਜੀ ਨੇ ਨਾਲ ਹੋਰ ਵੀ ਜ਼ਿਕਰ ਕੀਤਾ ਵੀ ਇੱਕ ਵਾਰ ਨਹੀਂ ਲੜਾਈ ਹੋਈ, ਕਿਉਂਕਿ ਦੋ ਦਲਾਂ ਦੇ ਹੁਣ ਫੌਜਾਂ ਆਪਸ ਵਿੱਚ ਚੱਲਦੀਆਂ ਸੀ ਤੇ ਖਹਿਬਾਜੀ ਤੁਰਕ ਸਿੰਘਾਂ ਦੇ ਨਾਲ ਰੱਖਦੇ ਸੀ ਤੇ ਸਿੰਘ ਜਿਹੜੇ ਸੀ ਇਹ ਪਰਵਾਹ ਨਹੀਂ ਸੀ ਕਰਦੇ। ਤੁਰਕਾਂ ਜੇ ਸੀ ਵੀ ਉਹ ਈਰਖਾ ਕਰਦੇ ਆ, ਰਹਿ ਇਕੱਠੇ ਹੀ ਰਹੇ ਸੀ, ਨਾਲ ਨਾਲ ਚੱਲ ਰਹੇ, ਕਿਉਂਕਿ ਬਹਾਦਰ ਸ਼ਾਹ ਮਹਾਰਾਜ ਨੂੰ ਨਾਲ ਹੀ ਖੜ ਰਹੇ ਦੱਖਣ ਵੱਲ। ਤੇ ਤੁਰਕਾਂ ਦਾ ਤੇ ਸਿੰਘਾਂ ਦਾ ਜੇ ਕਿਤੇ ਮੇਲ ਹੋ ਜਾਂਦਾ ਤੇ ਤੁਰਕ ਇਹਨਾਂ ਦੇ ਰੋਹਬ ਪਾਉਂਦੇ ਵੀ ਸਾਡੀ ਪਾਤਸ਼ਾਹਤ ਹੈ ਵੀ ਅਸੀਂ ਜ਼ਿਆਦੇ ਆਂ, ਵੀ ਅਸੀਂ ਤੁਹਾਨੂੰ ਦੱਬ ਲਾਂਗੇ। ਤੇ ਸਿੰਘ ਜਿਹੜੇ ਆ ਉਹ ਕਹਿੰਦੇ ਮੈਂ ਇਕੱਲਾ ਹੀ 1.25 ਲੱਖ ਦੇ ਬਰਾਬਰ, ਉਹ ਡਰਦੇ ਨਹੀਂ। ਇੱਦਾਂ ਸ਼ਿਕਾਰ ਖੇਡਣ ਗਏ ਤੇ ਸੂਰ ਦਾ ਸ਼ਿਕਾਰ ਖੇਡਣ ਗਏ, ਉੱਥੇ ਵੀ ਲੜਾਈ ਹੋ ਗਈ। ਉਹ ਲੜਾਈ 'ਚ 4 ਸਿੰਘ ਸ਼ਹੀਦ ਹੋਏ ਤੇ 14 ਜਿਹੜੇ ਮੁਸਲਮਾਨ ਮਾਰੇ ਗਏ। ਇੱਕ ਦਿਨ ਦੀ ਕਹਿੰਦੇ ਫੇਰ ਗੱਲ ਹੈ ਵੀ ਜਿੱਥੇ ਸਿੰਘਾਂ ਦਾ ਦਲ ਉਤਰਿਆ ਸੀ ਇਹਦੇ ਨੇੜੇ ਹੀ ਆ ਗਏ ਤੇ ਤੁਰਕੜਿਆਂ ਨੇ ਗਾਵਾਂ ਵੱਢਤੀਆਂ। ਸਿੰਘਾਂ ਨੇ ਬੜਾ ਇਤਰਾਜ਼ ਕੀਤਾ ਤੇ ਉੱਥੇ ਵੀ ਲੜਾਈ ਸ਼ੁਰੂ ਹੋ ਗਈ। ਉਦੋਂ ਫਿਰ ਬਹਾਦਰ ਸ਼ਾਹ ਨੇ ਆਪਣੇ ਬੰਦੇ ਭੇਜ ਕੇ ਵੀ ਸਿੰਘਾਂ ਦੇ ਨਾਲ ਤੁਸੀਂ ਕਾਹਤੋਂ ਲੜਦੇ ਹੋ, ਵੀ ਮਹਾਰਾਜ ਸਾਹਿਬ ਦੀ ਆਪਾਂ ਸ਼ਰਨ ਪਏ ਆ ਤੇ ਗੁਰਾਂ ਨੂੰ ਆਪ ਨਾਲ ਲੈ ਕੇ ਜਾ ਰਹੇ ਆ। ਉਦੋਂ ਉਹਨੇ ਰੋਕਿਆ ਸੀ ਜੰਗ। ਇਹ 2 ਲੜਾਈਆਂ ਦਾ ਜ਼ਿਕਰ ਗਿਆਨੀ ਗਿਆਨ ਸਿੰਘ ਨੇ ਵੀ ਕੀਤਾ ਹੈ ਵੀ 2 ਵਾਰਾਂ ਝੜਪਾਂ ਹੋਈਆਂ। ਤੇ ਭਾਈ ਸੰਤੋਖ ਸਿੰਘ ਜੀ ਨੇ ਇੱਥੇ ਤੀਸਰੀ ਸਾਖੀ ਜਿਹੜੀ ਨਾਲ ਹੋਰ ਲਿਖੀ ਹੈ ਵੀ ਘਾਹ ਵੱਢਿਆ ਸਿੰਘਾਂ ਨੇ ਤੇ ਤੁਰਕਾਂ ਨੇ ਉਹ ਰੋਕਣ ਦਾ ਯਤਨ ਕੀਤਾ ਤੇ ਲੜਾਈ ਸ਼ੁਰੂ ਹੋਈ। ਮਾਨ ਸਿੰਘ ਰੋਕਣ ਆਇਆ ਤੇ ਨਾਲ ਗੋਲੀ ਮਾਰ ਕੇ ਸ਼ਹੀਦ ਕਰਤਾ। ਫਿਰ ਅਨੇਕ ਤੁਰਕ ਸਿੰਘਾਂ ਨੇ ਉੱਥੇ ਝਟਕਾ ਤੇ 4-5 ਇੱਥੇ ਵੀ ਸਿੰਘ ਸ਼ਹੀਦ ਹੋਏ, ਪਰ ਤੁਰਕ 30 40 50 ਜਿਹੜੇ ਉੱਥੇ ਸਿੰਘਾਂ ਨੇ ਗੋਲੀਆਂ ਤੀਰਾਂ ਕਿਰਪਾਨਾਂ ਦੇ ਨਾਲ ਮਾਰ ਮਾਰ ਕੇ ਝਟਕਾ ਤੇ ਬਹਾਦਰ ਸ਼ਾਹ ਨੇ ਜਦੋਂ ਮਹਾਰਾਜ ਕੋ ਆਗਿਆ ਲਈ ਵੀ ਕੋਈ ਨਹੀਂ ਵੀ ਜਾ ਇਹਨਾਂ ਨੂੰ ਕੀਤੀ ਦਾ ਫਲ ਮਿਲੇਗਾ ਤੇ ਆਪਣੇ ਡੇਰੇ ਆ ਗਿਆ। ਤੇ ਇਹ ਵੀ ਜ਼ਿਕਰ ਕੀਤਾ ਇਸ ਗਿਆਨੀ ਗਿਆਨ ਸਿੰਘ ਨੇ ਵੀ ਫਿਰ ਮਹਾਰਾਜ ਨੇ ਆਪਣਾ ਦਾਲੀ ਵੱਖਰਾ ਕਰ ਲਿਆ ਵੀ ਸਾਡੇ ਸਿੰਘਾਂ ਨੇ ਆਣ ਕਿਸੇ ਦੀ ਮੰਨਣੀ ਨਹੀਂ ਹੈ ਤੇ ਤੁਰਕਾਂ ਨੇ ਜਿਹੜਾ ਈਰਖਾ ਛੱਡਣੀ ਨਹੀਂ ਵੀ ਐਵੇਂ ਫਿਰ ਲੜਨਗੇ। ਸਿੰਘ ਮਹਾਰਾਜ ਸਾਹਿਬ ਜੀ ਦੇ ਉਹਨਾਂ ਨੂੰ ਵੱਖਰਾ ਹੀ ਲੈ ਕੇ ਵੀ ਬਹਾਦਰ ਸ਼ਾਹ ਵੱਖਰਾ ਹੀ ਜਾਵੇ। ਬਰਹਾਨਪੁਰ ਤੋਂ ਤਾਂ ਫਿਰ ਵੱਖੋ ਵੱਖਰੇ ਹੀ ਹੋ ਗਏ। ਉਹ ਇੱਧਰ ਨੂੰ ਗੋਲਕੰਡੇ ਨੂੰ ਚੱਲ ਪਿਆ ਤੇ ਮਹਾਰਾਜ ਸਾਹਿਬ ਸਿੱਧਾ ਨੰਦੇੜ ਵੱਲ ਨੂੰ ਚੱਲ ਪਏ ਸਨ। ਵੀ ਕਲਗੀਧਰ ਜੀ ਨੇ ਦਾਲ ਹੀ ਵੱਖਰਾ ਕਰ ਲਿਆ। ਫਿਰ ਪੜੋ ਰਾਤ ਦਾ ਸਮਾਂ ਹੋਇਆ ਤੇ ਸੁੱਖ ਦੇ ਨਾਲ ਮਹਾਰਾਜ ਜੀ ਨੇ ਬਿਰਾਜਮਾਨ ਹੋ ਕੇ ਰਾਤ ਬਤੀਤ ਕੀਤੀ ਹੈ। ਇਹਦੇ ਵਿੱਚ ਸੰਖੇਪ ਹੀ ਕਥਾ ਚੱਲ ਰਹੀ ਹੈ। ਭਾਈ ਮਾਨ ਸਿੰਘ ਦੇ ਜਿਹੜੇ ਸਿੰਘ ਸ਼ਹੀਦ ਹੋਏ ਆ ਉਹਨਾਂ ਦੇ ਅੰਗੀਠੇ ਤਿਆਰ ਕਰ ਸੰਸਕਾਰ ਮਹਾਰਾਜ ਨੇ ਅੱਛੀ ਕੀਤਾ ਤੇ ਫਿਰ ਸਤਿਗੁਰੂ ਸਾਹਿਬ ਜੀ ਰਾਤ ਬਰਾਜ ਗਏ। ਅੰਮ੍ਰਿਤ ਵੇਲਾ ਹੋਇਆ ਤੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਇੱਥੋਂ ਨਰਮਦਾ ਨਦੀ ਦੇ ਕਿਨਾਰੇ ਤੋਂ ਡੇਰੇ ਦਾ ਕੂਚ ਕਰ ਦਿੱਤਾ। ਬਹਾਦਰ ਸ਼ਾਹ ਜਿਹੜਾ ਸੀ ਇਹ ਅੱਗੇ ਅੱਗੇ ਚੱਲ ਪਿਆ। ਅੱਗੇ ਅੱਗੇ ਜਾਂਦਾ ਹੈ, ਕੋਈ ਰਾਜਾ ਕੋਈ ਰਾਣਾ ਕੋਈ ਰਾਵ ਜਿੱਧਰ ਦੀ ਲੰਘਦਾ ਹੈ ਬਹਾਦਰ ਸ਼ਾਹ ਉਹ ਅੱਗੋਂ ਭੇਟਾ ਲੈ ਲੈ ਕੇ ਇਹਨੂੰ ਮਿਲਦੇ ਆ ਵੀ ਕਿਤੇ ਸਾਡਾ ਰਾਜ ਹੀ ਨਾ ਖੋਹ ਲਵੇ। ਇਹਦਾ ਕਵੀ ਜੀ ਕਹਿੰਦੇ ਬਹਾਦਰ ਸ਼ਾਹ ਦਾ ਤੇਜ ਦਿਨ ਪ੍ਰਤੀ ਦਿਨ ਵੱਧ ਰਿਹਾ ਏ। ਦਿੱਲੀ ਦੇ ਤਖਤ ਤੇ ਬੈਠਣ ਤੋਂ ਬਾਅਦ ਇਹਦੀ ਧਾਂਗ ਸਭ ਰਿਆਸਤਾਂ ਵਿੱਚ ਚਲੇ ਗਈ। ਸਾਰਿਆਂ ਨੇ ਇਹਦੀ ਅਧੀਨਗੀ ਮੰਨ ਲਈ। ਕਿਉਂਕਿ ਜਿਹੜੀਆਂ ਫੌਜਾਂ ਹੈ ਜਿਵੇਂ ਸਮੁੰਦਰ ਨਹੀਂ ਚੜ ਕੇ ਆਉਂਦਾ ਏਦਾਂ 22 ਲੱਖ ਦੇ ਫੌਜ ਆ ਬਹਾਦਰ ਸ਼ਾਹ ਦੀ, ਜਿਹਨੂੰ ਵੇਖ ਕੇ ਛੋਟੇ ਵੱਡੇ ਰਾਣੇ ਰਾਜੇ ਸਾਰੇ ਡਰ ਕੇ ਤੇ ਪਹਿਲਾਂ ਹੀ ਹੱਥ ਜੋੜ ਲੈਂਦੇ ਆ ਬਾਦਸ਼ਾਹ
ਜਿਵੇਂ ਕਵੇਂਗਾ ਉਵੇਂ ਹੀ ਕਰਾਂਗੇ, ਜਿੰਨਾ ਟੈਕਸ ਆਖੇਗਾ ਤੇਰਾ ਦਿੱਲੀ ਪਹੁੰਚਦਾ ਕਰ ਦਿਆਂਗੇ, ਸਾਨੂੰ ਨਾ ਕੁਝ ਆਖੀ। ਵੈਨਮ ਵਾਸੀ ਤਰਾਸ ਮਹਾਨਾ। ਇਹਦਾ ਸਾਰੇ ਫੌਜ ਨੂੰ ਵੇਖ ਕੇ ਤੇ ਡਰਦੇ ਹਨ, ਕੋਈ ਵੀ ਅੱਗੋਂ ਆਕੀ ਨਹੀਂ ਹੁੰਦਾ। ਇਹ ਤਾਂ ਗੁਰੂ ਕੇ ਸਿੰਘ ਹੀ ਆ ਜਿਹੜੇ ਨਹੀਂ ਕਿਸੇ ਤੋਂ ਡਰਦੇ, ਨਹੀਂ ਤੇ ਸਾਰੇ ਹੀ ਬਾਦਸ਼ਾਹ ਦੀ ਫੌਜ ਵੇਖ ਕੇ ਤੇ ਡਰਦੇ ਹਨ, ਕੰਬਦੇ ਹਨ। ਸਲਤਾ ਤਪਤੀ ਤਰਨ ਕੁਮਾਰੀ। ਇਹਦਾ ਚੱਲਦੇ ਆ ਸਲਤਾ ਤਪਤੀ ਤਰਨ ਕੁਮਾਰੀ। ਸਾਧ ਸੰਗਤ ਜੀ ਅੱਗੇ ਇੱਕ ਹੋਰ ਨਦੀ ਆਈ ਜਿਹਦਾ ਨਾਮ ਤਪਤੀ ਨਦੀ ਹੈ। ਤਪਤੀ ਨਦੀ ਜਿਹੜੀ ਹੈ, ਇਸ ਨਦੀ ਤੇ ਆਣ ਕੇ ਪਹੁੰਚੇ। ਇਹਨੂੰ ਵੀ ਸੂਰਜ ਦੀ ਪੁੱਤਰੀ ਕਹਿੰਦੇ ਆ, ਜਿਵੇਂ ਜਮਨਾ ਨੂੰ ਕਹਿੰਦੇ ਨਾ ਵੀ ਇਹ ਵੀ ਸੂਰਜ ਦੀ ਪੁੱਤਰੀ ਹੈ, ਤੇ ਇਹਨੂੰ ਵੀ ਸੂਰਜ ਦੀ ਪੁੱਤਰੀ ਹੀ ਜਿਹੜਾ ਮੰਨਿਆ ਜਾਂਦਾ ਹੈ। ਤੇ ਅਸਲ ਦੇ ਵਿੱਚ ਜਮਨਾ ਦੇ ਜਿਹੜਾ ਸੀ ਜਿਸ ਨਦੀ ਦੇ ਕੰਢੇ ਤੇ ਬਹਿ ਕੇ ਤਪ ਕੀਤਾ ਉਹਨੂੰ ਜਮਨਾ ਕਹਿਣ ਲੱਗ ਪਏ। ਉਹ ਤਪ ਹੀ ਕੀਤਾ ਸੀ ਬੀਬੀ ਨੇ, ਤੇ ਤਪਤੀ ਨਦੀ ਦੇ ਕੰਢੇ ਤੇ ਬਹਿ ਕੇ ਜਿਸ ਬੀਬੀ ਨੇ ਤਪ ਕੀਤਾ ਉਹਦਾ ਨਾਮ ਤਪਤੀ ਸੀ, ਜੋ ਨਦੀ ਦਾ ਨਾਮ ਹੀ ਫਿਰ ਤਪਤੀ ਪੈ ਗਿਆ, ਤੇ ਉਹ ਇਹਨੂੰ ਸੂਰਜ ਦੀ ਧੀ ਹੀ ਕਹਿੰਦੇ ਹਨ। ਇਹ ਵੀ ਜਾ ਕੇ ਅਰਬ ਸਾਗਰ ਦੇ ਵਿੱਚ ਮਿਲਦੀ, ਇੱਥੇ ਆ ਪਹੁੰਚੇ। ਮਾਗੀ ਲੰਘ ਪਹੁੰਚਿਓ ਦਲ ਭਾਰੀ। ਆ ਜਿੰਨਾ ਵੀ ਭਾਰੀ ਦਲ ਹੈ ਬਾਦਸ਼ਾਹ ਦਾ, ਉਹ ਚੱਲਦਿਆਂ ਤੇ ਤਪਤੀ ਨਦੀ ਬਰਹਾਨਪੁਰ ਨੇੜੇ ਪਹੁੰਚ ਗਿਆ। ਉਤਰਿਓ ਸ਼ਾਹੋ ਤੀਰ ਤਿਸ ਕੇਰੇ। ਆ ਬਹਾਦਰ ਸ਼ਾਹ ਉਸ ਨਦੀ ਦੇ ਕਿਨਾਰੇ ਤੇ ਆਣ ਉਤਰਿਆ। ਬਿਮਲ ਤੀਰ ਸੁੰਦਰ ਕੋ ਹੇਰੇ। ਅੱਜ ਇਸ ਨਦੀ ਦਾ ਪਾਣੀ ਬੜਾ ਸਾਫ਼ ਹੈ ਤੇ ਜਿਹਦਾ ਆਲਾ ਦੁਆਲਾ ਬੜਾ ਸੋਹਣਾ ਹੈ, ਦੋਵੇਂ ਕੰਢੇ ਬੜੇ ਸੋਹਣੇ ਹਰਿਆਵਲ ਹਨ। ਚੱਕਰ ਬਾਗ ਕਾ ਰਿੰਡਵ ਕਨੇ। ਆ ਜਿੱਥੇ ਕਹਿੰਦੇ ਚਕਵੇ ਤੇ ਚਕਵੀਆਂ ਰੂਪੀ ਪੰਛੀ ਬੋਲ ਰਹੇ ਹਨ, ਜਿੱਥੇ ਹੋਰ ਵੀ ਕਾਰਿੰਡਵ ਘਨੇ, ਤੇ ਜਿੱਥੇ ਵੱਡੀਆਂ ਜਿਹੜੀਆਂ ਬਥਕਾਂ ਜਿਸ ਨਦੀ ਦੇ ਵਿੱਚ ਹਨ ਤੇ ਤੈਰਦੀਆਂ ਨੇ ਤੇ ਮੁਖੋਂ ਬੜੀ ਸੋਹਣੀ ਆਵਾਜ਼ ਕੱਢਦੀਆਂ ਨੇ। ਕੰਠ ਸ਼ਬਦਾਏ ਮਾਨ ਖਗ ਭਨੇ। ਗੱਲ ਕੀ ਹੈ ਵੀ ਜਿਹੜਾ ਇਹ ਨਦੀ ਦਾ ਕਿਨਾਰਾ ਏ, ਦੋਵੇਂ ਪਾਸੇ ਅਨੇਕ ਪੰਛੀ ਬੈਠੇ ਤੇ ਪੰਛੀਆਂ ਦੀ ਆਵਾਜ਼ ਬੜੀ ਸੋਹਣੀ ਆ ਰਹੀ ਹੈ, ਟਹਿਕਣ ਦੀ, ਚੂੰ ਚੂੰ ਚਹਿਕਣ ਦੀ। ਪੂਰਬ ਮੀਨ ਬ੍ਰਿੰਦ ਜਲ ਜੰਤਾ। ਆ ਜਿਸ ਨਦੀ ਦੇ ਵਿੱਚ ਬਹੁਤ ਸਾਰੇ ਕਛੂ ਕੁੰਮੇ ਹਨ, ਮੱਛੀਆਂ ਨੇ, ਮੱਛ ਨੇ, ਜਲ ਜੰਤੂ ਅਨੇਕਾਂ ਹੀ ਰਹਿੰਦੇ ਨੇ। ਸੁੰਦਰ ਦੇਸ਼ ਜਹਾਂ ਸੁਖਵੰਤ। ਜਿਹੜਾ ਬੜਾ ਸੋਹਣਾ ਦੇਸ਼ ਹੈ ਤੇ ਬੜਾ ਹੀ ਸੁਖ ਦੇਣ ਵਾਲਾ ਏ। ਚੜਿਆ ਏ ਸਤਿਗੁਰ ਭਗਵਾਨ। ਆ ਬਹਾਦਰ ਸ਼ਾਹ ਪਹਿਲਾਂ ਪਹੁੰਚਿਆ ਤੇ ਭਗਵਾਨ ਗੁਰੂ ਕਲਗੀਧਰ ਮਹਾਰਾਜ ਵੀ ਚੱਲ ਕੇ ਤਪਤੀ ਨਦੀ ਦੇ ਕਿਨਾਰੇ ਤੇ ਆਣ ਪਹੁੰਚੇ। ਤੀਰਥ ਉਤਰੇ ਪੁਰ ਬੁਰਹਾਨ। ਇਹ ਤਾਪਤੀ ਨਦੀ ਦੇ ਕਿਨਾਰੇ ਹੀ ਬੁਰਹਾਨਪੁਰ ਸ਼ਹਿਰ ਵਸਿਆ ਹੈ। ਮਹਾਰਾਜ ਜੀ ਸੋਹਣੀ ਜਗ੍ਹਾ ਵੇਖ ਕੇ ਬੁਰਹਾਨਪੁਰ ਉਤਰ ਪਏ। ਕੀ ਸੰਗਤ ਸਦਨ ਸੁਧਾਰਾ। ਆ ਜਦੋਂ ਸੰਗਤਾਂ ਨੂੰ ਪਤਾ ਲੱਗਾ ਵੀ ਕਲਗੀਧਰ ਆ ਰਹੇ ਨੇ, ਇਹਨਾਂ ਨੇ ਪਹਿਲਾਂ ਹੀ ਮਹਾਰਾਜ ਲਈ ਇੱਕ ਬੜਾ ਸੋਹਣਾ ਮੰਦਿਰ ਬਣਾਇਆ ਸੀ, ਮਕਾਨ ਬਣਾਇਆ ਸੀ। ਗੁਰ ਕੇ ਹੇਤ ਮਨੋਰਥ ਧਾਰਾ। ਗੁਰੂ ਕਲਗੀਧਰ ਮਹਾਰਾਜ ਜੀ ਦੇ ਵਾਸਤੇ ਵੀ ਜਦੋਂ ਸਤਿਗੁਰੂ ਸਾਡੇ ਦੇਸ਼ ਆਉਣਗੇ ਤੇ ਉਹਨਾਂ ਨੂੰ ਅਸੀਂ ਜਿਸ ਮਕਾਨ ਦੇ ਵਿੱਚ ਬਿਰਾਜਮਾਨ ਕਰਨਾ ਏ। ਹਰੇ ਬਸਾਵਣ ਇਸਕੇ ਵਾਹੇ। ਮਹਾਰਾਜ ਨੂੰ ਇਹ ਸਿੱਖਾਂ ਨੇ ਪ੍ਰਣ ਕੀਤਾ, ਕਿਉਂਕਿ ਜਦੋਂ ਸਤਿਗੁਰੂ ਚੱਲੇ ਸੀ ਨਾ ਦੱਖਣ ਵੱਲ, ਤੇ ਮਹਾਰਾਜ ਤਾਂ ਭਗੌਰ ਤੋਂ ਹੋ ਕੇ ਤੇ ਫਿਰ ਦਿੱਲੀ ਨੂੰ ਵਾਪਸ ਹੋਏ ਤੇ ਆਗਰੇ ਰਹੇ ਕਿੰਨਾ ਚਿਰ। ਖਬਰ ਪਹਿਲਾਂ ਹੀ ਆ ਗਈ ਸੀ ਵੀ ਮਹਾਰਾਜ ਦੱਖਣ ਚੱਲੇ ਆ, ਤੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਵੀ ਬੁਰਹਾਨਪੁਰ ਆਏ ਸਨ, ਇੱਥੇ ਸੰਗਤ ਸੀ ਨਾਵੇਂ ਪਾਤਸ਼ਾਹ ਦੀ। ਇਹਨਾਂ ਨੂੰ ਜਦੋਂ ਪਤਾ ਲੱਗਾ ਵੀ ਮਹਾਰਾਜ ਆਉਣਗੇ ਤੇ ਸਤਿਗੁਰਾਂ ਦੇ ਰਹਿਣ ਲਈ ਇੱਕ ਸੋਹਣਾ ਸਥਾਨ ਬਣਾਈਏ, ਇਹਨਾਂ ਬੜਾ ਸੋਹਣਾ ਗੁਰਦੁਆਰਾ ਬਣਾਇਆ, ਜਿਹਦੇ ਵਿੱਚ ਚੰਦੋਆ ਸਾਹਿਬ ਲਾ ਕੇ ਸੋਹਣਾ ਥੜਾ ਬਣਾ ਕੇ ਤੇ ਬਹੁਤ ਸੋਹਣੀਆਂ ਵਿਛਾਈਆਂ ਕਰਕੇ ਤੇ 1 ਸਾਲ ਪਹਿਲਾਂ ਹੀ ਤਿਆਰੀ ਕਰਕੇ ਰੱਖੀ ਵੀ ਕਲਗੀਧਰ ਜਦੋਂ ਆਉਣਗੇ ਤੇ ਇੱਥੇ ਮਹਾਰਾਜ ਨੂੰ ਬਿਰਾਜਮਾਨ ਕਰਾਂਗੇ। ਹੁਣ ਜਦੋਂ ਮਹਾਰਾਜ ਇੱਥੇ ਪਹੁੰਚੇ ਹਨ ਤੇ ਸੰਗਤ ਆਪਣੀ ਭਾਵਨਾ ਪੂਰੀ ਕਰਨੀ ਚਾਹੁੰਦੀ ਆ। ਸਭ ਸੰਗਤ ਪੁਨ ਦਰਸ਼ਨ ਜਾਹੇ। ਸਾਰੀਆਂ ਸੰਗਤਾਂ ਜਿਹੜੀਆਂ ਮਹਾਰਾਜ ਜੀ ਦੇ ਦਰਸ਼ਨ ਚਾਹੁੰਦੀਆਂ ਸਨ ਵੀ ਕਿੱਦਣ ਕਲਗੀਧਰ ਆਉਣ ਬੁਰਹਾਨਪੁਰ ਤੇ ਕਿੱਦਣ ਮਹਾਰਾਜ ਦੇ ਦਰਸ਼ਨ ਤੇ ਸੇਵਾ ਕਰੀਏ। ਸੰਮਤ ਆਗੇ ਸਦਨ ਬਣਾਏ। ਇਹਦਾ ਮਹਾਰਾਜ ਦੀ ਆਉਣ ਦੀ ਖਬਰ ਸੁਣ ਕੇ 1 ਸਾਲ ਪਹਿਲਾਂ ਹੀ ਇਹਨਾਂ ਨੇ ਮਹਾਰਾਜ ਲਈ ਮੰਦਿਰ ਬਣਾ ਲਿਆ ਤੇ ਰੋਜ਼ ਹੀ ਚੇਤੇ ਕਰਦੇ ਆ ਵੀ ਮਹਾਰਾਜ ਅੱਜ ਆਏ ਕਿ ਅੱਜ ਆਏ। ਹਰੀ ਕਾਮਨਾ ਬਸ ਹੈ ਆਏ। ਇਹਨਾਂ ਦੇ ਮਨ ਦੇ ਵਿੱਚ ਇਹ ਕਾਮਨਾ ਏ ਵੀ ਕਲਗੀਧਰ ਜੀ ਆਉਣਗੇ ਤੇ ਇਸ ਮਕਾਨ ਦੇ ਵਿੱਚ ਵਸਣਗੇ, ਅਸੀਂ ਮਹਾਰਾਜ ਦੇ ਦਰਸ਼ਨ ਕਰਾਂਗੇ, ਗੁਰਾਂ ਦੀ ਸੇਵਾ ਕਰਾਂਗੇ। ਸੰਗਤ ਕੀ ਪੂਰਨ ਅਭਿਲਖ। ਇਹ ਸੰਗਤ ਦੀ ਪਹਿਲਾਂ ਹੀ ਖਾਸ ਸੀ, ਬੁਰਹਾਨਪੁਰ ਦੀਆਂ ਸੰਗਤਾਂ ਪਹਿਲਾਂ ਹੀ ਚਾਹੁੰਦੀਆਂ ਸਨ। ਇੱਥੇ ਮਹਾਰਾਜ ਨੇ ਬਹੁਤ ਖੁਸ਼ੀਆਂ ਕੀਤੀਆਂ। ਗੁਰੂ ਕਲਗੀਧਰ ਮਹਾਰਾਜ ਸਾਹਿਬ ਦੇ ਦਸਤਖਤ ਵਾਲੇ ਹੁਕਮਨਾਮੇ ਬਹੁਤ ਇੱਥੇ ਸੰਗਤਾਂ ਕੋਲ ਹਨ।
ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮਹਾਰਾਜ ਦੇ ਸਮੇਂ ਦਾ ਹੱਥ ਲਿਖਤ, ਦਸਮ ਗ੍ਰੰਥ ਸਾਹਿਬ ਜੀ ਦਾ ਸਰੂਪ ਹੱਥ ਲਿਖਤ ਦੱਸਦੇ ਆ ਵੀ ਇਸ ਸਮੇਂ ਇੱਥੇ ਸੁਭਾਏਮਾਨ ਹੈ ਤੇ ਬਹੁਤ ਵੱਡਾ ਦਰਬਾਰ ਹੁਣ ਬਣਿਆ ਜਿੱਥੇ ਮਹਾਰਾਜ ਬਿਰਾਜੇ ਸਨ। ਬ੍ਰਾਹਣਪੁਰ ਦੀ ਸੰਗਤ ਦੀ ਪਹਿਲਾਂ ਹੀ ਖਾਸ ਸੀ ਵੀ ਮਹਾਰਾਜ ਸਾਡੇ ਕੋਲ ਆਉਣ। ਪਹੁੰਚੇ ਗੁਰੂ ਸਕਲ ਮਗਨਾਖਾ, ਜਦੋਂ ਮਹਾਰਾਜ ਸਾਹਿਬ ਜੀ ਸਾਰਾ ਰਸਤਾ ਤੈਅ ਕਰਕੇ ਤੇ ਪਹੁੰਚੇ ਗਰੀਬ ਨਿਵਾਸ ਸੱਚੇ ਪਾਤਸ਼ਾਹ। ਸੰਗਤ ਕੇ ਮੁਖ ਸਿੱਖ ਚੱਲੇ ਆਏ, ਜਿੰਨੇ ਵੀ ਬ੍ਰਾਹਣਪੁਰ ਦੀਆਂ ਸੰਗਤਾਂ ਦੇ ਮੁੱਖ ਸਿੱਖ ਸਨ ਸਾਰੇ ਹੀ ਚੱਲ ਕੇ ਗੁਰਾਂ ਦੇ ਕੋਲ ਆਏ। ਏਕਮ ਨੇ ਹੋਇ ਕਾਰਿ ਅਗਵਾਏ, ਮਹਾਰਾਜ ਸਾਹਿਬ ਜੀ ਨੂੰ ਅੱਗੋਂ ਹੀ ਆ ਕੇ ਲੈ ਗਏ ਕਿ ਪਾਤਸ਼ਾਹ ਜੀ ਤੁਹਾਡੇ ਠਹਿਰਨ ਦੇ ਲਈ ਅਸੀਂ ਬੜਾ ਸੋਹਣਾ ਸਥਾਨ ਬਣਾਇਆ, ਆਪ ਚੱਲੋ। ਹੱਥ ਜੋੜ ਉਤਰਾਏ ਵਡੇਰਾ, ਇਹ ਹੱਥ ਜੋੜ ਕੇ ਬੁਰਹਾਨਪੁਰ ਦੀਆਂ ਸੰਗਤਾਂ ਨੇ ਮਹਾਰਾਜ ਦਾ ਡੇਰਾ ਉੱਥੇ ਕਰਾਇਆ ਜਿੱਥੇ ਪਹਿਲਾਂ ਹੀ ਸਿੱਖਾਂ ਨੇ ਧਰਮਸ਼ਾਲਾ ਬਣਾਈ ਜਾਂ ਕਹਿ ਲਓ ਵੀ ਗੁਰਦੁਆਰਾ ਪੱਕਾ ਮਕਾਨ ਬਣਾਇਆ ਏ। ਸੰਗਤ ਆਨ ਦਰਸ ਕੋ ਹੀਰਾ, ਮਹਾਰਾਜ ਬਿਰਾਜਮਾਨ ਹੋ ਗਏ ਉਹਦੇ ਵਿੱਚ ਤੇ ਸੰਗਤਾਂ ਨੇ ਆ ਕੇ ਗੁਰਾਂ ਦੇ ਦਰਸ਼ਨ ਕੀਤੇ। ਅਨਕੀਆਂ ਕੋਰਣ ਅਰਪਿਆ ਗਾਜੀ, ਅਨੇਕਾਂ ਤਰ੍ਹਾਂ ਦੀਆਂ ਭੇਟਾਵਾਂ ਮਹਾਰਾਜ ਦੇ ਅੱਗੇ ਅਰਪਣ ਕੀਤੀਆਂ। ਸਰਬਿਕ ਭੂਖਨ ਪਟ ਮੁੱਲ ਭਾਰੀ, ਮਾਇਆ ਭੇਟ ਕਰਦੇ ਆ ਗਹਿਣੇ ਬੜੇ ਸੋਹਣੇ ਸੋਹਣੇ ਸੂਖਮ ਸੂਤ ਦੇ ਬਸਤਰ ਜਿਨ੍ਹਾਂ ਦਾ ਬਹੁਤਾ ਹੀ ਮੁੱਲ ਹੈ। ਲੋ ਪਕਵਾਨ ਤੇ ਹਾਵੜੇ ਆਏ, ਬਹੁਤੇ ਪਕਵਾਨ ਬਣ ਗਏ, ਕੜਾਹ ਪ੍ਰਸ਼ਾਦੀਆਂ ਖੁੱਲੀਆਂ ਦੇਗਾਂ ਬਣ ਗਈਆਂ। ਕਾਰਿ ਅਰਦਾਸ ਅਖਲ ਵਰਤਾਏ, ਮਹਾਰਾਜ ਦੇ ਅੱਗੇ ਅਰਦਾਸ ਕਰਕੇ ਤੇ ਫਿਰ ਗੁਰਾਂ ਦੀ ਆਗਿਆ ਦੇ ਨਾਲ ਸਾਰਿਆਂ ਨੂੰ ਵਰਤਾ ਦਿੱਤੇ ਪਕਵਾਨ। ਦੇਖ ਦੇਖ ਕੇ ਚਾਵਰ ਚੋਲ, ਲੰਗਰ ਦੇ ਵਾਸਤੇ ਬਹੁਤ ਸੋਹਣਾ ਕਹਿੰਦੇ ਵੀ ਚੌਲ ਬਰੀਕ ਸੂਖਮ ਲੰਮੇ ਲੰਮੇ ਚੌਲ ਹਾਜ਼ਰ ਕੀਤੇ, ਦੁੱਧ ਆਦਿਕ ਘਿਓ ਆਦਿਕ ਆਟਾ ਆਦਿਕ ਮੈਦਾ ਹਾਜ਼ਰ ਕੀਤਾ। ਪਿਤ ਮਿਸ਼ਤਾਨ ਆਣ ਸਭ ਹੋਨ, ਘਿਓ ਹਾਜ਼ਰ ਕੀਤਾ ਜਿੱਥੇ ਉੱਥੇ ਨਾਲ ਮਿੱਠਾ ਵੀ ਹਾਜ਼ਰ ਕੀਤਾ ਏ। ਵਿਵਿਧ ਵਿਦਨ ਕੀ ਸੇਵਾ, ਅਨੇਕਾਂ ਪ੍ਰਕਾਰ ਦੇ ਨਾਲ ਬੁਰਹਾਨਪੁਰ ਦੀਆਂ ਸੰਗਤਾਂ ਨੇ ਮਹਾਰਾਜ ਦੀ ਸੇਵਾ ਕੀਤੀ। ਕਰੇ ਪ੍ਰਸੰਨ ਭਲੇ ਗੁਰਦੇਵਾ, ਦੇਵਤਾ ਸੇਵਾ ਕੀਤੀ ਵੀ ਕਲਗੀਧਰ ਮਹਾਰਾਜ ਨੂੰ ਆਪਣੇ ਦੇ ਖੁਸ਼ ਕਰ ਲਿਆ ਤੇ ਕਲਗੀਧਰ ਨੇ ਖੁਸ਼ ਹੋ ਕੇ ਬੁਰਹਾਨਪੁਰ ਦੀਆਂ ਸੰਗਤਾਂ ਦੇ ਪ੍ਰਤੀ ਹੁਕਮਨਾਮੇ ਲਿਖ ਕੇ ਦੇ ਦਿੱਤੇ। ਖੁਸ਼ੀ ਘਰੀ ਸਭ ਪਰ ਰਖਾਏ, ਖੁਸ਼ੀਆਂ ਕਰਕੇ ਮਹਾਰਾਜ ਸਾਹਿਬ ਜੀ ਸਾਰਿਆਂ ਤੇ ਪ੍ਰਸੰਨ ਹੋਏ ਹਨ। ਪੂਰੀ ਕਾਮਨਾ ਸਿੱਖ ਸਮੁਦਾਏ, ਜਿੰਨੇ ਵੀ ਬੁਰਹਾਨਪੁਰ ਦੇ ਸਿੱਖ ਹੈ ਸਾਰਿਆਂ ਦੀਆਂ ਕਾਮਨਾਵਾਂ ਕਲਗੀਧਰ ਮਹਾਰਾਜ ਨੇ ਪੂਰੀਆਂ ਕਰਤੀਆਂ। ਤਪਤੀ ਨਦੀ ਤੀਰ ਪਰ ਡੇਰਾ, ਫਿਰ ਮਹਾਰਾਜ ਜੀ ਇੱਥੋਂ ਚੱਲ ਕੇ ਜਿਸੇ ਤਾਪਤੀ ਨਦੀ ਹੈ ਦੇ ਕੰਢੇ ਤੇ ਆਣ ਪਹੁੰਚੇ। ਦਮਦਮਾ ਸੁੰਦਰ ਹੀਰਾ, ਉੱਥੇ ਇੱਕ ਉੱਚਾ ਦਮਦਮਾ ਸੋਹਣਾ ਥੜਾ ਵੇਖਿਆ ਮਹਾਰਾਜ ਸਾਹਿਬ ਜੀ ਨੇ। ਤਾਂ ਬਾਸ ਪ੍ਰਭ ਨਿਸਾ ਬਿਤਾਏ, ਬਾਰ-ਬਾਰ ਦਮਦਮੇ ਤੇ ਆ ਕੇ ਆਸਣ ਲਾ ਕੇ ਰਾਤ ਬਤੀਤ ਕੀਤੀ। ਸੌ ਇਸ਼ਨਾਨ ਪ੍ਰਾਪਤ ਹੋਏ ਆਏ, ਅੰਮ੍ਰਿਤ ਵੇਲਾ ਹੋਇਆ ਤੇ ਮਹਾਰਾਜ ਨੇ ਇਸ਼ਨਾਨ ਕੀਤਾ। ਬਸਤਰ ਸ਼ਾਇਤਰ ਸਦ ਕਹਿ ਬਿਦਨਾਨਾ, ਸੋਹਣਾ ਚੋਲਾ ਪਾ ਕਮਰ ਕਸਾ ਲਾ ਸ਼ਸਤਰਾਂ ਦੇ ਨਾਲ ਤਿਆਰ ਪਰ ਤਿਆਰ ਹੋ ਗਏ। ਨਾਨਾ ਤਰ੍ਹਾਂ ਦੇ ਸ਼ਸਤਰ, ਨਾਨਾ ਤੋਂ ਭਾਵ ਹੁੰਦਾ ਵੀ ਕਈ ਸ਼ਸਤਰ ਮਹਾਰਾਜ ਸਜਾਏ। ਜੇਵਰ ਜਬਰ ਜੇਬ ਜਿਨ ਜਾਨਾ, ਜਿਨ੍ਹਾਂ ਸ਼ਸਤਰਾਂ ਦੇ ਵਿੱਚ ਕਹਿੰਦੇ ਵੀ ਬਹੁਤ ਡਾਢੇ ਕਹਿੰਦੇ ਜਵਾਹਰਾਤ ਆਦਿਕ ਹੀਰੇ ਆਦਿਕ ਸੋਨੇ ਆਦਿਕ ਦੀ ਜੜਤ ਹੋਈ ਹੈ। ਸਭਾ ਖਾਲਸੇ ਕੀ ਦਿਸ ਚਾਰੇ, ਮਹਾਰਾਜ ਸਾਹਿਬ ਦਾ ਦੀਵਾਨ ਲੱਗੇ ਆਏ ਗੁਰੂ ਕਾ ਖਾਲਸਾ ਚਾਰ ਸਫੇਰੇ ਤਿਆਰ ਬਰ ਤਿਆਰ ਹੋ ਕੇ ਮਹਾਰਾਜ ਦੇ ਦੀਵਾਨ ਵਿੱਚ ਬੈਠਾ ਏ। ਮਿਲੇ ਹਜ਼ਾਰੋਂ ਨਾਰੀਅਰ ਨਾਰੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੁਰਹਾਨਪੁਰ ਦੇ ਮਾਈ ਭਾਈ ਵੀ ਆ ਕੇ ਦਰਬਾਰ ਵਿੱਚ ਬੈਠ ਗਏ। ਦਰਸ਼ਨ ਕਰਤ ਹੋਤ ਬਲਿਹਾਰੀ, ਦਰਸ਼ਨ ਕਰਦੇ ਆ ਤੇ ਬਲਹਾਰ ਜਾਂਦੇ ਆ, ਗੁਰੂ ਸਾਹਿਬ ਤੋਂ ਸਦਕੇ ਜਾਂਦੇ ਆ। ਜਿਹੜਾ ਇੱਕ ਵਾਰਾਂ ਵੇਖ ਲੈਂਦਾ ਫੇਰ ਨਹੀਂ ਉਹ ਮਹਾਰਾਜ ਤੋਂ ਵਿਛੜਦਾ। ਸੁਨੇ ਬਾਗ ਗੁਰ ਕੇ ਸੁਖਕਾਰੀ, ਕਲਗੀਧਰ ਮਹਾਰਾਜ ਦੇ ਨੀਝ ਲਾ ਕੇ ਬਚਨ ਸੁਣਦੇ ਆ ਜਿਹੜੇ ਸੁਖਕਾਰੀ ਹਨ। ਇਸ ਪ੍ਰਕਾਰ ਕੇ ਤਕ ਦਿਨ ਡੇਰਾ, ਇਸ ਤਰ੍ਹਾਂ ਮਹਾਰਾਜ ਜੀ ਨੇ ਕਈ ਦਿਨ ਆਪਣਾ ਡੇਰਾ ਜਿਹੜਾ ਹੈ ਬੁਰਹਾਨਪੁਰ ਰੱਖਿਆ। ਵਾਹਵਾ ਦਿਨ ਮਹਾਰਾਜ ਇੱਥੇ ਹੀ ਰਹੇ। ਵਸੇ ਦੇਸ਼ ਬਹੁਤ ਸੁੰਦਰ ਹੀਰਾ, ਇੱਥੇ ਵਸਦੇ ਆ ਮਹਾਰਾਜ ਨੇ ਬੜਾ ਸੋਹਣਾ ਦੇਸ਼ ਵੇਖਿਆ ਵੀ ਬੜੀ ਹਰਿਆਵਲਤਾ ਏ ਤੇ ਨਦੀ ਦਾ ਕੰਢਾ ਬੜਾ ਆਨੰਦਦਾਇਕ ਹੈ। ਆਪੀ ਕੂਪ ਧਰੋਵਰ ਭਾਰੇ, ਆ ਇੱਥੇ ਬੌਲੀਆਂ ਨੇ ਖੂਹ ਨੇ ਤੇ ਚਾਰ ਸਫੇਰੇ ਬੜੇ ਸੋਹਣੇ ਸੰਘਣੇ ਦਰਖਤ ਹਨ। ਸੂਰਜ ਦੋਇਤਾ ਤੀਰ ਉਦਾਰੇ, ਜਿਹੜੀ ਸੂਰਜ ਦੀ ਪੁੱਤਰੀ ਹੈ ਤਾਪਤੀ ਨਦੀ ਇਹਦੇ ਦੋਵੇਂ ਕਿਨਾਰੇ ਹਰਿਆਵਲਤਾ ਦੇ ਨਾਲ ਕਹਿੰਦੇ ਭਰੇ ਹੋਏ ਸਬਜ਼ ਰੰਗ ਹੋਏ ਹਨ। ਚੜ ਕਰ ਵਿਚਰੈ ਇੱਕ ਸਮੇਂ ਅਵਨੇ, ਆ ਇਸ ਤਰ੍ਹਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕੀ ਵੇਖ ਰਹੇ
ਰਹੇ ਐ ਵੀ ਸਾਰੀ ਧਰਤੀ ਚੜ ਕਰ ਵਿਚਰੈ ਇੱਕ ਸਮ ਬਣੇ। ਇਧਰ ਉਧਰ ਸੈਰ ਕਰਦੇ ਐ ਵੀ ਸਾਰੀ ਧਰਤੀ ਕੋਈ ਰੰਗ ਦੀ ਹੋਈ ਐ, ਹਰੇ ਰੰਗ ਦੀ। ਹਰਤ ਦੂਰ ਪਾਤੇ ਦੁੱਤ ਰਵਨੇ ਆ ਦੂਰੋਂ ਕਹਿੰਦੇ ਹਰੇ ਹਰੇ ਘਾਹ ਦੇ ਨਾਲ ਰਮਣੀਕ ਸ਼ੋਭਾ ਹੋ ਰਹੀ ਹੈ, ਘੋੜਿਆਂ ਦੇ ਲਈ ਵੀ ਸੁਖਦਾਇਕ ਹੈ ਤੇ ਉਹ ਵੀ ਸੋਹਣਾ ਇਲਾਕਾ ਏ। ਸਾਹੋ ਬਹਾਦਰ ਚੜ ਪ੍ਰਸਥਾਨਾ ਬਹਾਦਰ ਸ਼ਾਹ ਬੁਰਹਾਨਪੁਰ ਤੋਂ ਕਹਿੰਦੇ ਅੱਗੇ ਨੂੰ ਚਲਿਆ ਗਿਆ। ਦੇਸ਼ਨ ਸਭਨ ਮਨਾਵਤ ਆਨਾ ਤੇ ਹੋਰ ਜਿਹੜੇ ਦੇਸ਼ ਇਲਾਕੇ ਆ ਉਹਨਾਂ ਨੂੰ ਆਪਣੀ ਈਨ ਮਨਾ ਰਿਹਾ ਏ। ਕਦੇ ਹੋਸ ਪ੍ਰਭੂ ਤਹ ਰਹੇ। ਬਹਾਦਰ ਸ਼ਾਹ ਪਹਿਲਾਂ ਚਲਾ ਗਿਆ ਤੇ ਉਹਦੇ ਜਾਣ ਤੋਂ ਬਾਅਦ ਵੀ ਕਲਗੀਧਰ ਮਹਾਰਾਜ ਕਈ ਦਿਨ ਬੁਰਹਾਨਪੁਰ ਹੀ ਰਹੇ। ਕਾਲ ਸੰਤੋਖ ਸਿੰਘ ਜਸ ਕੋ ਕਹੇ ਤੇ ਭਾਈ ਸੰਤੋਖ ਸਿੰਘ ਕਹਿੰਦੇ ਵੀ ਮੈਂ ਐਸੇ ਕਲਗੀਧਰ ਮਹਾਰਾਜ ਦੇ ਜਸ ਨੂੰ ਸਦਾ ਹੀ ਕਹਿਣਾ ਹਾਂ, ਸਦਾ ਹੀ ਹੈ ਕਲਗੀਧਰ ਮਹਾਰਾਜ ਤੁਹਾਡੀ ਜੈ ਜੈਕਾਰ ਹੀ ਹੈ, ਤੁਹਾਡੀ ਸਦਾ ਜੈ ਜੈਕਾਰ ਹੈ, ਤੁਹਾਡੀ ਸਦਾ ਹੀ ਜੈ ਹੈ। ਇਸ ਤਰ੍ਹਾਂ ਕਲਗੀਧਰ ਮਹਾਰਾਜ ਸਾਹਿਬ ਜੀ ਕੌਤਕ ਕਰਦਿਆਂ ਹੋਇਆਂ ਬੁਰਹਾਨਪੁਰ ਸ਼ਹਿਰ ਪਹੁੰਚੇ ਨੇ। ਇੱਥੋਂ ਹੁਣ ਸਾਧੂ ਇੱਕ ਨੂੰ ਨਿਹਾਲ ਕਰਕੇ ਸਤਿਗੁਰੂ ਮਹਾਰਾਜ ਜੀ ਨੰਦੇੜ ਪਹੁੰਚਣਗੇ। ਬਹਾਦਰ ਸ਼ਾਹ ਗੋਲਕੁੰਡੇ ਵੱਲ ਨੂੰ ਚਲਾ ਗਿਆ, ਉੱਥੋਂ ਘੁੰਮ ਕੇ ਫੇਰ ਇਹ ਆਵੇਗਾ। ਇਹ ਕਥਾ ਪਾਉਣ ਵਾਲੇ ਸਮੇਂ ਦੇ ਵਿੱਚ ਸਰਵਣ ਕਰਾਂਗੇ। ਗੁਰਾਂ ਦਾ ਪਵਿੱਤਰ ਇਤਿਹਾਸ ਕਹਿੰਦਿਆਂ ਸੁਣਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਸਾਹੋ ਬਹਾਦਰ ਚੜ ਪ੍ਰਸਥਾਨਾ ਦੇਸ਼ ਸਭਨ ਮਨਾਵਤ ਆਨਾ ਕੇਤਕ ਦਿਓਸ ਪ੍ਰਭੂ ਤਹ ਰਹੇ। ਕਾਲ ਸੰਤੋਖ ਸਿੰਘ ਜਸ ਕੋ ਕਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕਲਗੀਧਰ ਪਾਤਸ਼ਾਹ ਚਰਨਾਂ ਭਾਵੇ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ